ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਆਪ ਵਾਹਿਗੁਰੂ। ਸਭ ਦਾ ਜੀ ਬਹੁਤ-ਬਹੁਤ ਧੰਨਵਾਦ ਜੀ ਇਸ ਸੈਸ਼ਨ ਵਿੱਚ ਜੁੜਨ ਲਈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਜੀ ਸਿੱਖ ਪੈਰੈਂਟਿੰਗ। ਇਸ ਵਿਸ਼ੇ ਤੇ ਜਿਹੜਾ ਪਹਿਲੇ ਸਮਿਆਂ 'ਚ ਜਦੋਂ ਆਪਾਂ ਸਾਰੇ ਪੰਜਾਬ 'ਚ ਰਹਿੰਦੇ ਸੀ, ਕੋਈ ਖਾਸ ਡਿਸਕਸ਼ਨ ਨਹੀਂ ਹੁੰਦੀਆਂ ਸੀ ਇਸ ਟੌਪਿਕ ਤੇ, ਕਿਉਂਕਿ ਕਦੇ ਲੋੜ ਨਹੀਂ ਸਮਝੀ ਜਾਂਦੀ ਸੀ। ਇੱਕ ਤਾਂ ਉੱਥੇ ਜੁਆਇੰਟ ਫੈਮਿਲੀਜ਼ 'ਚ ਰਹਿੰਦੇ ਹੋਣ ਕਰਕੇ ਜਿਹੜੇ ਸੀ ਬੱਚੇ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲੋਂ ਸਾਖੀਆਂ ਦੇ ਰੂਪ 'ਚ ਸਿੱਖ ਇਤਿਹਾਸ ਜਾਣ ਲੈਂਦੇ ਸੀ, ਗੁਰਬਾਣੀ ਦੇ ਰੂਪ 'ਚ ਗੁਰਮਤਿ ਰਹਿਤ ਮਰਿਆਦਾ ਨੂੰ ਸਮਝ ਲੈਂਦੇ ਸੀ। ਉਸ ਤੋਂ ਇਲਾਵਾ ਜਿਹੜਾ ਇਸ ਤਰ੍ਹਾਂ ਉਹਨਾਂ ਦਾ ਇੱਕ ਬੇਸ ਤਿਆਰ ਹੋ ਜਾਂਦਾ ਸੀ। ਉਸ ਤੋਂ ਇਲਾਵਾ ਸਿੱਖ ਸਕੂਲਸ ਦੀ ਬਹੁਤਾਤ ਹੋਣ ਕਰਕੇ ਪੰਜਾਬ 'ਚ ਕੁਝ ਮਾਹੌਲ ਵੀ ਪਹਿਲਾਂ ਸਿੱਖੀ ਵਾਲਾ ਉਹਨਾਂ ਨੂੰ ਸਹਿਜੇ ਮਿਲ ਜਾਂਦਾ ਸੀ। ਪਰ ਜਦੋਂ ਅਸੀਂ ਫੋਰਨ ਕੰਟਰੀਜ਼ 'ਚ ਮਾਈਗ੍ਰੇਟ ਹੋਣਾ ਸ਼ੁਰੂ ਕੀਤਾ ਤਾਂ ਸ਼ਾਇਦ ਸ਼ੁਰੂ 'ਚ ਆਪਣੇ ਆਪ ਨੂੰ ਸੈਟਲ ਕਰਨ ਦੇ ਚੱਕਰਾਂ 'ਚ ਕਈ ਵਾਰੀ ਬੱਚਿਆਂ ਤੇ ਜ਼ਿਆਦਾ ਧਿਆਨ ਨਹੀਂ ਦੇ ਪਾਏ, ਜਾਂ ਫਿਰ ਇੱਥੋਂ ਦੇ ਕਲਚਰਸ ਦੀ ਜਿਹੜੀ ਚਕਾਚੌਂਧ ਸੀ ਉਹਦੇ 'ਚ ਬੱਚੇ ਕਈ ਵਾਰੀ ਆਪਣੀ ਆਇਡੈਂਟੀ ਤੇ ਕੁਐਸਚਨ ਵੀ ਕਰਨ ਲੱਗ ਪੈਂਦੇ। ਸੋ ਸਾਨੂੰ ਸਾਰਿਆਂ ਨੂੰ ਇਸ ਮਾਹੌਲ 'ਚੋਂ ਲੰਘਣਾ ਪਿਆ ਵੀ ਆ, ਲੰਘਣਾ ਪੈ ਵੀ ਰਿਹਾ ਆ, ਤੇ ਅੱਗੇ ਵੀ ਲੰਘਣਾ ਪਏਗਾ। ਇਹਨਾਂ ਰੀਜ਼ਨਸ ਕਰਕੇ ਜਿਹੜਾ ਇਸ ਸੈਸ਼ਨ ਨੂੰ ਆਰਗੇਨਾਈਜ਼ ਕਰਨ ਦਾ ਉਪਰਾਲਾ ਗੁਰੂ ਸਾਹਿਬ ਨੇ ਜਿਹੜਾ ਆਪਣੇ ਸਿੰਘਾਂ ਤੋਂ ਕਰਵਾਇਆ, ਤੇ ਅੱਜ ਸਾਡੇ ਨਾਲ ਯੂਕੇ ਤੋਂ ਭਾਈ ਜਗਜੀਤ ਸਿੰਘ ਜੀ ਜੁੜੇ ਨੇ, ਜਿਹੜੇ ਕਿ ਸਿੱਖ ਕੈਂਪਸ ਦੇ ਵਿੱਚ ਜਾਂ ਹੋਰ ਗੁਰਮਤਿ ਸਮਾਗਮਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਯੂਥ ਵਿੱਚ ਵਿਚਰ ਕੇ ਪ੍ਰਚਾਰ ਕਰ ਰਹੇ ਨੇ। ਇਹ ਅੱਜ ਦੀ ਯੂਥ ਦੀ ਮੈਂਟੈਲਿਟੀ ਨੂੰ ਬਾਖੂਬੀ ਸਮਝਦੇ ਨੇ ਤੇ ਅੱਜ ਸਾਡੇ ਨਾਲ ਆਪਣੇ ਐਕਸਪੀਰੀਅੰਸ ਤੇ ਵਿਚਾਰਾਂ ਨੂੰ ਵੀ ਸ਼ੇਅਰ ਕਰਨਗੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਸ਼ੁਰੂ ਕਰਨ, ਮੇਰੇ ਵੱਲੋਂ ਇੱਕ ਬੇਨਤੀ ਹੈ ਕਿ ਸੈਸ਼ਨ ਦੇ ਲਾਸਟ ਵਿੱਚ ਜਿਹੜਾ Q&A ਜਿਹੜਾ ਸੈਸ਼ਨ ਉਹਦਾ ਟਾਈਮ ਰੱਖਿਆ ਗਿਆ, ਕੁਐਸਚਨ ਐਂਡ ਆਨਸਰਸ ਵਾਸਤੇ ਟਾਈਮ ਹੈਗਾ। ਜੇ ਆਪ ਜੀ ਦੇ ਕੋਈ ਸਵਾਲ ਸੈਸ਼ਨ ਦੌਰਾਨ ਆਨਸਰ ਨਾ ਹੋਏ ਹੋਣ ਤਾਂ ਆਪ ਸੈਸ਼ਨ ਦੇ ਦੌਰਾਨ ਉਹਨਾਂ ਨੂੰ ਜ਼ੂਮ ਸੈਸ਼ਨ ਦੇ ਵਿੱਚ ਹੀ ਮੈਨੂੰ ਚੈਟ ਵਿੱਚ ਭੇਜ ਸਕਦੇ ਹੋ, ਤੇ ਆਪਾਂ ਲਾਸਟ ਵਿੱਚ ਭਾਈ ਸਾਹਿਬ ਨੂੰ ਭੇਜ ਕੇ ਕੁਐਸਚਨ ਸੇ ਆਪਾਂ ਉਹਨਾਂ ਤੇ ਡਿਸਕਸ਼ਨ ਕਰ ਸਕਦੇ ਹਾਂ। ਇਟ ਵਿਲ ਬੀ ਐਨ ਇੰਟਰੈਕਟਿਵ ਸੈਸ਼ਨ ਐਟ ਦੀ ਐਂਡ, ਜਾਂ ਫਿਰ ਤੁਸੀਂ ਆਪਣੇ ਆਪ ਨੂੰ ਅਖੀਰ ਵਿੱਚ ਅਨਮਿਊਟ ਕਰਕੇ ਉਹ ਸਵਾਲ ਪੁੱਛ ਸਕਦੇ ਹੋ ਜਦੋਂ ਭਾਈ ਸਾਹਿਬ ਦੀ ਪ੍ਰੈਜੈਂਟੇਸ਼ਨ ਖਤਮ ਹੋ ਜਾਂਦੀ ਹੈ। ਫॉर ਨਾਓ ਬੇਨਤੀ ਹੈ ਕਿ ਆਪ ਜੀ ਆਪਣੇ ਆਪ ਨੂੰ ਮਿਊਟ ਤੇ ਰੱਖੋ ਜਦੋਂ ਤੱਕ ਭਾਈ ਸਾਹਿਬ ਜੀ ਆਪਣੇ ਵਿਚਾਰ ਰੱਖ ਰਹੇ ਨੇ। ਹਾਂਜੀ ਭਾਈ ਸਾਹਿਬ ਜੀ, ਹੈਂਡਿੰਗ ਓਵਰ ਟੂ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸੰਗਤਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਚਾਹੁੰਦੇ ਮੈਜੋਰਿਟੀ ਪੰਜਾਬੀ ਹੋਵੇ ਜਾਂ ਮੈਜੋਰਿਟੀ ਇੰਗਲਿਸ਼ ਦੇ ਵਿੱਚ ਹੋਵੇ? ਕਿ do ਸੰਗਤਾਂ prefer me to speak Punjabi or English or both? ਭਾਈ ਸਾਹਿਬ ਪੰਜਾਬੀ ਬੋਲੀਏ, ਮੈਂ ਸਮਝਦਾ ਵਧੀਆ ਗੱਲ ਹੈ। ਕੋਈ ਵਰਡ ਇੰਗਲਿਸ਼ ਦਾ ਹੋ ਸਕਦਾ। ਹਾਂਜੀ ਭਾਈ ਸਾਹਿਬ, ਹਾਂਜੀ ਉਦਾਂ ਜੀ ਜਿਹਦੇ 'ਚ ਤੁਹਾਨੂੰ ਭਾਈ ਸਾਹਿਬ ਕੰਫਰਟੇਬਲ, ਜਿਸ ਤਰ੍ਹਾਂ ਤੁਹਾਨੂੰ ਲੱਗਦਾ ਜਿਹਦੇ 'ਚ ਤੁਸੀਂ ਉਸ ਚੀਜ਼ ਉਹਦੇ 'ਚ। ਮੈਂ ਮੈਜੋਰਿਟੀ ਪੰਜਾਬੀ ਕਰਦਾ, ਤਾਂ ਫਿਰ if anyone doesn't understand certain things then please ਆਪਣੇ ਜਿਹੜੇ ਚੈਟ ਦੇ ਵਿੱਚ just write a quick message, and because I can see the chat here as well. So basically ਜਿਹੜੀ ਬੈਕਗ੍ਰਾਉਂਡ ਥੋੜਾ ਜਿਹਾ ਦੱਸ ਦਿੰਦਾ ਕਿ ਸਾਨੂੰ ਤਕਰੀਬਨ ਖਾਲਸਾ ਕੈਂਪ 30 ਸਾਲ ਹੋ ਗਏ ਚਲਾਉਂਦੇ ਨੂੰ, and they're now in 9 countries. So ਆਪਣਾ ਇੱਥੇ ਆਸਟ੍ਰੇਲੀਆ ਵੀ ਦਾਸ ਕਈ ਵਾਰੀ ਆਇਆ ਇੱਥੇ ਆਪਣੇ ਕੈਂਪਾਂ ਤੇ, ਨਿਊਜ਼ੀਲੈਂਡ, ਵੈਨਕੂਵਰ, ਟੋਰਾਂਟੋ, ਕੈਲੀਫੋਰਨੀਆ, UK, ਯੂਰਪ, ਕਈ ਥਾਂ 'ਚ ਹੁਣ ਖਾਲਸਾ ਕੈਂਪ ਹੋ ਰਹੇ ਸੀ। ਅਤੇ ਸਾਡੇ ਕੋਲ ਇੱਥੇ ਕਈ ਆਪਣੇ ਜਿਹੜੇ ਅਸੀਂ ਖਾਲਸਾ ਕਲੱਬ ਵੀ ਕਰਦੇ ਹਾਂ, ਤਕਰੀਬਨ ਐਵਰੀ ਫਰਾਈਡੇ ਬੱਚਿਆਂ ਦੀ ਕਲਾਸਾਂ ਲਾਉਂਦੇ ਹਾਂ ਜਾਂ ਹੋਰ ਚੀਜ਼ਾਂ। ਐਂਡ ਦਾਸ ਨੂੰ ਤਕਰੀਬਨ ਹੁਣ 28 ਈਅਰਸ ਹੋ ਗਏ ਬੱਚਿਆਂ ਨਾਲ ਇੰਟਰੈਕਟ ਕਰਦਿਆਂ ਨੂੰ, ਗੁਰਦੁਆਰਿਆਂ ਦੇ ਵਿੱਚ, ਕੈਂਪਾਂ ਦੇ ਵਿੱਚ। ਸੋ ਉਸ ਟਾਈਮ ਦੇ ਵਿੱਚ ਤੁਹਾਨੂੰ ਕਾਫੀ ਅੰਡਰਸਟੈਂਡਿੰਗ ਹੋ ਜਾਂਦੀ ਆ ਬੱਚਿਆਂ ਦੀ ਆਈਡੀਓਲੋਜੀ ਉੱਤੇ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਪੰਜਾਬ ਤੋਂ ਆਏ ਆ, ਪਰ ਮੈਜੋਰਿਟੀ ਦਾਸ ਸੰਗਰ UK ਬੋਰਨ ਆ। ਸੋ ਦਾਸ ਦਾ ਜਨਮ ਵੀ UK ਦੇ ਵਿੱਚ ਹੀ ਹੋਇਆ ਸੀਗਾ। ਸੋ ਜਦੋਂ ਅਸੀਂ ਕੈਂਪ ਕਰਦੇ ਹਾਂ ਜਿਹੜੇ ਖਾਲਸਾ ਕੈਂਪ ਦੇ ਵਿੱਚ, ਇਨ ਦ ਖਾਲਸਾ ਕੈਂਪ ਲੋਟ ਆਫ ਪੀਪਲ ਕਮਿੰਗ ਟੂ ਸਿੱਖੀ। ਸੋ ਇਨ ਖਾਲਸਾ ਕੈਂਪ ਬਹੁਤ ਸਾਰੇ ਨੌਜਵਾਨਾਂ ਨੇ UK ਦੇ ਵਿੱਚ, ਦਾਸ ਵੀ ਉਹਨਾਂ ਦੇ ਵਿੱਚ ਸੀਗਾ। ਦਾਸ ਨੇ 92 ਦੇ ਵਿੱਚ ਕੇਸ ਰੱਖੇ ਸੀਗੇ ਐਟ ਦੀ ਏਜ ਆਫ 17, ਐਂਡ ਉਦੋਂ ਦਾਸ ਸਿੱਖੀ 'ਚ ਆਇਆ ਸੀਗਾ। ਐਂਡ ਸਾਡਾ ਇੱਥੇ ਇੱਕ ਲੋਸਟ ਜਨਰੇਸ਼ਨ ਹੋਇਆ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਸਮਝਾ ਦਿੰਦਾ ਕਿ ਬੇਸਿਕਲੀ ਸਾਡੀ ਮੈਜੋਰਿਟੀ ਜਿਹੜੀ ਇੱਥੇ ਪਾਪੂਲੇਸ਼ਨ ਇੰਗਲੈਂਡ ਦੇ ਵਿੱਚ, ਜਿੱਦਾਂ ਦਾਸ ਦੇ ਫਾਦਰ ਤੇ ਮਦਰ ਸੀ, ਉਹ 1965 'ਚ ਇੰਗਲੈਂਡ ਆਏ ਤੇ 1970s ਦੇ ਵਿੱਚ। ਤਾਂ ਫਿਰ ਅਸੀਂ ਹੁਣ ਤੀਸਰੀ ਜਾਂ ਚੌਥੀ ਜਨਰੇਸ਼ਨ ਤੱਕ ਆ ਗਏ। ਕੈਲੀਫੋਰਨੀਆ ਦੇ ਵਿੱਚ ਵੀ ਤਕਰੀਬਨ ਸੇਮ ਆ, ਪਰ ਮੈਜੋਰਿਟੀ ਜਿਹੜੀ ਕੈਨੇਡਾ 'ਚ ਆਈ ਆ ਉਹ ਹੁਣ 1980s ਤੋਂ ਬਾਅਦ 'ਚ ਆਈ ਆ। ਹੁਣ ਮੈਜੋਰਿਟੀ ਜਿਹੜੀ ਆਸਟ੍ਰੇਲੀਆ 'ਚ ਆਈ ਆ ਇਸ ਪ੍ਰੋਬਬਲੀ ਬੀਨ 1990s ਐਂਡ 2000 ਤੋਂ ਬਾਅਦ ਆਈ ਆ। ਸੋ ਜਿਹੜਾ ਸਾਡਾ ਐਕਸਪੀਰੀਅੰਸ ਆ
ਅਸੀਂ ਉਹ ਚੀਜ਼ਾਂ ਦੇਖੀਆਂ ਆ ਜਿਹੜੀ ਤੁਸੀਂ ਇੱਥੇ ਆ ਕੇ ਦੇਖਣੀਆਂ ਆ। Does that make sense? So what's going to happen to your children, ਤੁਹਾਡੇ ਬੱਚਿਆਂ ਨਾਲ ਕੀ ਹੋਣਾ ਆ, ਤੇ ਹੋਰ ਕਈ ਚੀਜ਼ਾਂ so ਜਿਹੜੀਆਂ ਚੀਜ਼ਾਂ ਅਸੀਂ ਅਚੀਵ ਕਰ ਲਈਆਂ, ਤੁਸੀਂ ਜੇ ਸਾਡੀਆਂ ਚੀਜ਼ਾਂ ਕਾਪੀ ਕਰੋ ਤੇ ਉਹਨਾਂ ਨੂੰ ਇੰਪਲੀਮੈਂਟ ਕਰੋ, ਤੁਸੀਂ ਉਹ ਚੀਜ਼ ਜਿਹੜੀ ਚੀਜ਼ ਸਾਨੂੰ 10 ਸਾਲ ਲੱਗੀ ਤੁਸੀਂ 2-3 ਸਾਲਾਂ 'ਚ ਕਰ ਸਕਦੇ ਆ। And that's the thing. So ਖਾਲਸਾ ਕੈਂਪ ਸਾਨੂੰ ਕਈ ਸਾਲ ਲੱਗ ਗਏ ਪ੍ਰਪੇਅਰ ਕਰਨ ਨੂੰ, ਸੈਟਅਪ ਕਰਨ ਨੂੰ, ਉਹ ਅਸੀਂ ਕੰਪਲੀਟ ਤੁਹਾਨੂੰ ਦੇਤਾ ਪ੍ਰੋਟੋਟਾਈਪ, ਉਹ ਤੁਸੀਂ ਇੰਪਲੀਮੈਂਟ ਕਰਤਾ। ਜਿਹੜੇ ਬੱਚਿਆਂ ਦੀ ਕਲਾਸਾਂ ਆ ਉਹ ਵੀ ਅਸੀਂ ਤੁਹਾਨੂੰ ਦੇ ਸਕਦੇ ਹਾਂ। ਜਿਹੜੇ ਅਸੀਂ ਹੁਣ TV ਪ੍ਰੋਗਰਾਮਸ ਕਰਦੇ ਹਾਂ ਔਨ ਐਸ ਵੀਕਐਂਡ ਵੀ ਖਾਲਸਾ ਕੈਂਪ ਚੱਲ ਰਿਹਾ ਵਰਚੁਅਲ, ਉਹਦੇ ਵਿੱਚ ਤਕਰੀਬਨ 1000 ਕੈਂਪਰ ਸਬਸਕ੍ਰਾਈਬ ਹੋਏ ਆ। ਸੋ ਉਹ ਵੀ ਲੈਕਚਰ ਚੱਲ ਰਹੇ ਆ। ਸੋ ਰੈਗੂਲਰਲੀ ਇੱਦਾਂ ਦੇ ਪ੍ਰੋਗਰਾਮ ਅਸੀਂ ਕਰਦੇ ਹਾਂ। So basically what you have to understand is ਆਪਣੇ ਕੋਲ ਕਈ ਚੀਜ਼ਾਂ ਦਾ ਆਪਾਂ ਨੂੰ ਚੈਲੰਜ ਫੇਸ ਕਰਨਾ ਪੈਣਾ। So the first thing you face as people in Australia, and ਮੈਂ ਜ਼ਿਆਦਾ ਮੈਨੂੰ ਪਤਾ ਇੱਥੇ ਹੋਰ ਵੀ ਕੰਟਰੀਆਂ ਤੋਂ ਸੰਗਤ ਆਈ ਆ, ਪਰ ਮੈਨੂੰ as majority in Australia, ਮੈਂ ਜ਼ਿਆਦਾ ਆਸਟ੍ਰੇਲੀਆ ਦੀ ਗੱਲ ਕਰੂੰਗਾ। The first thing ਤੁਹਾਨੂੰ ਜਿਹੜੀ ਐਕਸਪੀਰੀਅੰਸ ਕਰਨੀ ਪੈਣੀ ਆ is that ਜਾਂ accept ਕਰਨਾ ਪੈਣਾ ਆ ਕਿ you've grown up in an immigrant experience. ਸੋ ਬੇਸਿਕਲੀ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਇੱਥੇ ਬਹੁਤ ਸਾਰੇ ਇੱਥੇ ਲੋਕਾਂ ਨੇ ਕਦੀ ਗੱਲ ਹੀ ਨਹੀਂ ਕੀਤੀ, ਬਿਕਾਜ਼ ਆਪਣੀ ਕਮਿਊਨਿਟੀ ਦੇ ਵਿੱਚ ਗੱਲ ਨਹੀਂ ਕਰਦੇ ਕਿ ਇੱਦਾਂ ਦਾ ਜਿਹੜਾ ਸੈਟਬੈਕਸ ਹੁੰਦੇ ਆ, ਇੱਦਾਂ ਦੀਆਂ ਜਿਹੜੀ ਮੈਂਟਲ ਹੈਲਥ ਤੇ ਕੀ ਉਹਦਾ ਫਰਕ ਹੁੰਦਾ ਆ, ਐਕਸੈਟਰਾ। ਸੋ ਬੇਸਿਕਲੀ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ you've come through an immigrant experience, ਕਈ ਵਾਰੀ ਤੁਹਾਡੀ ਫੈਮਲੀਆਂ ਦੂਰ ਆ, ਤੁਹਾਡੇ ਸਿਬਲਿੰਗਸ, ਬ੍ਰਦਰਸ, ਸਿਸਟਰਸ ਤੁਹਾਡੇ ਤੋਂ ਦੂਰ ਆ, ਐਂਡ ਉਹਦਾ ਜਿਹੜਾ ਮੈਂਟਲ ਹੈਲਥ ਦਾ ਜਿਹੜਾ ਸਪੋਰਟ ਹੁੰਦਾ ਆ ਆਮ ਤੌਰ ਤੇ ਪਰਿਵਾਰ ਦੇ ਵਿੱਚ, ਜਿਹੜੇ ਇੱਕ ਦੂਜੇ ਦਾ ਸਾਥ ਦਿੰਦੇ ਆ ਫੈਮਲੀਆਂ ਦੇ ਵਿੱਚ, ਉਹ ਚੀਜ਼ ਤੁਹਾਡੇ ਕੋਲ ਕਈ ਵਾਰੀ ਨਹੀਂ ਹੁੰਦੀ। ਸੋ ਯੂ ਹੈਵ ਟੂ ਐਕਸੈਪਟ ਦੈਟ। ਦੂਸਰੀ ਗੱਲ ਇਹ ਆ ਕਿ ਇਹਦੀ ਪਹਿਲੀ ਜਨਰੇਸ਼ਨ ਆ, ਸੋ ਜਿੱਦਾਂ ਮੇਰਾ ਫਾਦਰ ਸੀਗੇ, ਉਹ ਪਹਿਲੀ ਜਨਰੇਸ਼ਨ ਨੂੰ ਕੁਰਬਾਨੀ ਦੇਣੀ ਪੈਂਦੀ ਆਪਣੀ ਸਾਰੀਆਂ ਜਿਹੜੀਆਂ ਆਸਾਂ ਉਮੀਦਾਂ ਦੀਆਂ। ਸੋ ਫੋਰ ਐਗਜ਼ਾਮਪਲ ਮੇਰਾ ਫਾਦਰ ਹੀ ਵਾਂਟਡ ਟੂ ਗੋ ਟੂ ਯੂਨੀਵਰਸਿਟੀ, ਉਹਦੇ ਕੋਲ ਯੂਨੀਵਰਸਿਟੀ ਜਾ ਨਹੀਂ ਹੋਇਆ ਬਿਕਾਜ਼ ਯੰਗ ਏਜ ਦੇ ਵਿੱਚ ਸਾਡੇ ਬਾਬੇ ਜੀ ਨੇ ਉਹਨੂੰ ਇੰਗਲੈਂਡ ਭੇਜਤਾ। Is that okay? Just being muted. So ਉਹਨਾਂ ਨੂੰ ਆਪਣੀ ਜਿਹੜੀ ਚੀਜ਼ਾਂ ਉਹ ਕਰਨਾ ਚਾਹੁੰਦੇ ਸੀ ਲਾਈਫ ਦੇ ਵਿੱਚ, ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਣਾ। ਸੋ ਫਰਸਟ ਜਿਹੜਾ ਜਨਰੇਸ਼ਨ ਆਉਂਦਾ ਬਾਹਰ, ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਬਿਕਾਜ਼ ਤੁਹਾਨੂੰ ਕਿਸ਼ਤਾਂ ਦੇਣੀਆਂ ਪੈਣੀਆਂ, ਤੁਹਾਨੂੰ ਆਪਣੇ ਜਿਹੜੇ ਬਾਕੀ ਉੱਥੇ ਪੰਜਾਬ 'ਚ ਪਰਿਵਾਰ ਆ ਜਾਂ ਹੋਰ ਕੰਟਰੀਆਂ 'ਚ ਪਰਿਵਾਰ ਆ ਉਹਨਾਂ ਨੂੰ ਮਦਦ ਕਰਨੀ ਪੈਂਦੀ ਆ। ਸੋ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ। ਸੋ ਕਿਹੜੀ ਪਹਿਲੀ ਚੀਜ਼ ਇਹ ਰੈਕਗਨਾਈਜ਼ ਕਰਨ ਦੀ ਲੋੜ ਆ ਕਿ ਕਈ ਵਾਰੀ ਕਿਹੜਾ ਫਰਸਟ ਜਨਰੇਸ਼ਨ ਆ, ਉਹਦੇ ਕੋਲ ਬੱਚਿਆਂ ਨੂੰ ਇੰਨਾ ਟਾਈਮ ਨਹੀਂ ਦੇ ਹੁੰਦਾ ਜਿੰਨਾ ਦੇਣਾ ਚਾਹੁੰਦੇ ਹੋਣ। ਸੋ ਯੂ ਹੈਵ ਟੂ ਐਕਸੈਪਟ ਦੈਟ। ਦੂਸਰੀ ਚੀਜ਼ ਆ ਕਿ ਜਿਹੜੇ ਤੁਹਾਡੇ ਬੱਚੇ ਆ, they basically ਉਹ ਵੀ ਇੱਕ ਨਵਾਂ ਐਕਸਪੀਰੀਅੰਸ ਥਰੂ ਜਾ ਰਹੇ ਆ because they're growing up in a new country. So ਇਹ ਵੀ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ। So I'm going to share with you a few things. So basically ਦਾਸ ਨੇ ਕੀ ਦੇਖਿਆ ਸੀਗਾ ਕਿ ਬਹੁਤ ਸਾਰੇ ਜਿਹੜੇ ਅਸੀਂ ਕੈਂਪ ਕਰਦੇ ਸੀ in the 1980s, 1990s and 2000s, ਬਹੁਤ ਸਾਰੇ ਜਿਹੜੇ ਬੱਚੇ ਆ ਸਿੱਖੀ 'ਚ ਆ ਰਹੇ ਸੀਗੇ। ਫਿਰ ਸਾਡੇ ਕੋਲ ਕੀ ਹੋਇਆ ਕਿ ਬਹੁਤ ਸਾਰੇ ਪੇਰੈਂਟਸ ਸਾਨੂੰ ਕਹਿਣ ਲੱਗ ਪਏ ਕਿ ਸਾਡੇ ਬੱਚਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਨੌਲੇਜ ਆ, ਕਿ ਸਾਨੂੰ ਤਾਂ ਕੁਛ ਪਤਾ ਨਹੀਂ ਹੈਗਾ, ਹਨਾ, ਬਿਕਾਜ਼ ਉਹ ਕਈ ਇੰਗਲੈਂਡ ਦੇ ਜੰਪ ਆ ਸਕੇ ਸਾਡੇ ਵਰਗੇ, ਜਾਂ ਉਹ ਇੰਡੀਆ ਤੋਂ ਆਏ ਆ, ਉਹਨਾਂ ਨੂੰ ਜਿੰਨਾ ਕਿਸੇ ਨੇ ਬਾਹਲਾ ਕੁਛ ਸਮਝਾਇਆ ਨਹੀਂ ਹੈਗਾ। ਸੋ ਸਾਡੇ ਅਸੀਂ ਐਡਲਟ ਕਲਾਸਿਸ ਸ਼ੁਰੂ ਕਰਤੀਆਂ ਸੀ ਬੱਚਿਆਂ ਲਈ ਫॉर द ਪੇਰੈਂਟਸ। ਉਹ ਇੰਨੀਆਂ ਪਪੂਲਰ ਹੋ ਗਈਆਂ, ਸਾਡੇ ਕੋਲ ਪੇਰੈਂਟਸ ਜ਼ਿਆਦਾ ਹੋਣ ਲੱਗ ਪਏ, ਬੱਚੇ ਘੱਟ ਸੀਗੇ, ਐਂਡ ਬਿਕਾਜ਼ ਉਹ ਇੱਕ ਦੂਜੇ ਨੂੰ ਲੋਕ ਦੱਸਣ ਲੱਗ ਪਏ ਸੀ। ਸੋ ਮੈਂ ਇਹਦੇ ਵਿੱਚ ਜਦੋਂ ਮੈਂ ਉਹਨਾਂ ਨਾਲ ਵਿਚਾਰ ਕਰਕੇ ਦੇਖਿਆ, ਮੈਂ ਰਿਅਲਾਈਜ਼ ਕੀਤੀ ਕਿ ਸਾਡੀ ਫੈਮਿਲੀ we're quite lucky ਕਿ ਸਾਡੀ ਫੈਮਿਲੀ 'ਚ ਇੰਨੀ ਪ੍ਰੋਬਲਮ ਨਹੀਂ ਹੋਈ। ਸਾਡੀ ਫੈਮਿਲੀ 'ਚ ਜਿੱਦਾਂ ਦਾਸ ਦੇ ਪੈਰੈਂਟ ਅੰਮ੍ਰਿਤਧਾਰੀ ਆ, ਗੁਰਸਿੱਖੀ ਦੇ ਵਿੱਚ ਆ, ਪਰ ਬਹੁਤ ਸਾਰੇ ਹੋਰ ਫੈਮਲੀਆਂ ਦੇ ਵਿੱਚ ਪ੍ਰੋਬਲਮਾਂ ਬਹੁਤ ਆ, ਹਨਾ। ਕਈ ਐਲਕੋਹਲ ਦੀ ਪ੍ਰੋਬਲਮ ਹੁੰਦੀ ਆ, ਕਈ ਡੋਮੈਸਟਿਕ ਵਾਇਲੈਂਸ ਦੀ ਪ੍ਰੋਬਲਮ ਹੁੰਦੀ ਆ, ਕਈ ਉੱਦਾਂ ਇੱਕ ਦੂਜੇ ਨਾਲ ਗਲਤ ਸ਼ਬਦਾਵਲੀ ਵਰਤਣਾ, ਉਹ ਗੱਲ ਹੁੰਦੀ ਆ, ਅਤੇ ਫਿਰ ਉਹਦਾ ਜਿਹੜਾ ਅਸਰ ਆ ਉਹ ਬੱਚਿਆਂ ਤੇ ਹੁੰਦਾ ਆ। ਸੋ ਦਾਸ ਨੇ ਪਹਿਲਾਂ ਆਪਣੇ ਲੈਕਚਰਸ ਉਦੋਂ ਲਿਖੇ ਸੀਗੇ ਕਿ the things we say, ਸਾਡੇ ਬੋਲਣ ਦਾ ਤਰੀਕਾ, ਤੇ ਪੈਰੈਂਟਿੰਗ ਗੁਰਮਤ ਅਨੁਸਾਰ ਕਿੱਦਾਂ ਹੋਣੀ ਚਾਹੀਦੀ ਆ। ਫਿਰ ਦਾਸ ਨੂੰ ਕੀ ਹੋਇਆ ਕਿ ਉਹ ਜਿਹੜੇ ਮੇਰੇ ਸਭ ਤੋਂ ਪਪੂਲਰ ਲੈਕਚਰ ਬਣ ਗਏ ਸੀ,
ਬਿਕਾਜ਼ ਸਾਰੇ ਜਿਹੜੇ ਪੈਰੈਂਟਸ ਆ ਉਹ ਕਰਨਾ ਚਾਹੁੰਦੇ ਸੀ, ਬਿਕਾਜ਼ ਅਸੀਂ ਸਾਰੇ ਪੈਰੈਂਟ ਆ ਅਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਨੀ ਆ ਕਿ ਵਧੀਆ ਤੋਂ ਵਧੀਆ ਪੈਰੈਂਟ ਬਣੀਏ। ਪਰ ਜੇ ਸਾਨੂੰ ਕੋਈ ਟ੍ਰੇਨਿੰਗ ਮਿਲ ਸਕਦੀ ਆ ਜਿਹਦੇ ਵਿੱਚ ਅਸੀਂ ਹੋਰ ਚੀਜ਼ਾਂ ਸਿੱਖ ਸਕਦੇ ਹਾਂ, ਜਾਂ ਜਿਹੜੀਆਂ ਚੀਜ਼ਾਂ ਦੀ ਅਸੀਂ ਕਦੀ ਸੋਚੀਆਂ ਨਹੀਂ ਹੈਗੀਆਂ, ਤਾਂ ਜਿਹਦੇ ਨਾਲ ਅਸੀਂ ਬੈਟਰ ਪੈਰੈਂਟਿੰਗ ਕਰ ਸਕਦੇ ਹਾਂ, ਤਾਂ ਇਹਦੇ ਵਿੱਚ ਮਾੜੀ ਚੀਜ਼ ਕੀ ਹੈ? ਸੋ ਕਈ ਵਾਰੀ ਕੀ ਹੁੰਦਾ ਆ ਕਿ ਕਈਆਂ ਨੂੰ ਹਉਮੈ ਆ ਕਿ ਲੈ ਸਾਡੇ ਪੈਰੈਂਟਾਂ ਨੇ ਤਾਂ ਸਾਨੂੰ ਕੁੱਟ ਕੇ ਬੰਦੇ ਬਣਾਤਾ, ਅਸੀਂ ਵੀ ਬੱਚਿਆਂ ਨਾਲ ਹੀ ਕਰ ਲੈਣਾ, ਹਨਾ। ਪਰ ਕੋਈ ਸੋਚ ਨਹੀਂ ਉਹਦੇ ਪਿੱਛੇ, ਜਾਂ ਕੋਈ ਹੋਰ ਨਹੀਂ ਕਿ ਬੱਚਿਆਂ ਨੂੰ ਅਸੀਂ ਚਾਹੁੰਦੇ ਕੀ ਆ। ਸੋ ਉਹ ਤਕਰੀਬਨ ਹੁਣ 6 hours ਦਾ ਕੋਰਸ ਅਸੀਂ ਬਣਾਤਾ ਸੀ। ਉਹਦੇ ਵਿੱਚ ਤਕਰੀਬਨ ਹੁਣ 10,000 ਤੋਂ ਵੱਧ ਸੰਗਤਾਂ ਨੇ ਕੀਤਾ ਆ ਕੋਰਸ, ਜਿਹੜਾ ਸਿੱਖ ਪੈਰੈਂਟਿੰਗ ਕੋਰਸ ਆ, ਹਨਾ। ਫਿਊਚਰ ਦੇ ਵਿੱਚ ਅਸੀਂ ਆਸਟ੍ਰੇਲੀਆ ਆ ਕੇ ਵੀ ਕਰੂੰਗੇ, ਬਟ ਇਟਸ ਅ ਵੈਰੀ ਪੋਪੂਲਰ ਕੋਰਸ, ਹਨਾ। ਉਹਦੇ ਵਿੱਚੋਂ ਫਿਰ ਜਿਹੜਾ ਮੈਂ ਪਹਿਲਾ 2 ਪਾਰਟਸ ਕਰਦਾ ਹੁੰਦਾ ਸੀ, ਜਿਹੜਾ ਹੁੰਦਾ ਸੀ ਕਿ ਗੁਰਮਤ ਅਨੁਸਾਰ ਪੈਰੈਂਟਿੰਗ ਕਿੱਦਾਂ ਕਰੀਦੀ ਆ, ਤੇ ਅਸੀਂ ਮਿਸਟੇਕਸ ਕੀ ਕਰਦੇ ਆ ਐਜ਼ ਪੈਰੈਂਟਸ, ਖਾਸ ਕਰਕੇ ਪੰਜਾਬੀ ਪੈਰੈਂਟਸ। ਅਤੇ ਦੂਸਰਾ ਪਾਰਟ ਸੀ ਸਾਡਾ ਬੋਲਣ ਦਾ ਤਰੀਕਾ, ਉਹਦਾ ਬੱਚਿਆਂ ਤੇ ਕੀ ਅਸਰ ਹੁੰਦਾ ਆ। ਸੋ ਉਹਦੇ ਨਾਲ ਕੀ ਹੋ ਗਿਆ, ਜਦੋਂ ਮੈਨੂੰ ਫੀਡਬੈਕ ਮਿਲਦੀ ਸੀ, ਫਿਰ ਬਹੁਤ ਸਾਰੇ ਪੈਰੈਂਟਸ ਕਹਿੰਦੇ ਸੀ ਕਿ ਸਾਡੇ ਬੱਚੇ ਫੋਨਾਂ ਤੇ, ਕੰਪਿਊਟਰਾਂ ਤੇ, ਐਕਸਬਾਕਸਾਂ ਤੇ ਉੱਠਦੇ ਨਹੀਂ ਹੈਗੇ, ਨੈਟਫਲਿਕਸ ਦੇਖਦੇ ਰਹਿੰਦੇ ਆ। ਫਿਰ ਮੈਂ ਇੱਕ ਤੀਸਰਾ ਸੈਕਸ਼ਨ ਉਹਦੇ ਵਿੱਚ ਪਾਇਆ ਸੀਗਾ, ਜਿਹਦਾ ਨਾਂ ਆ ਦੀ ਇਫੈਕਟਸ ਆਫ ਟੈਕਨੋਲੋਜੀ ਔਨ ਚਿਲਡਰਨ, ਕਿ ਬੱਚਿਆਂ ਦੀ ਟੈਕਨੋਲੋਜੀ ਤੇ ਕੀ ਅਸਰ ਹੁੰਦਾ ਉਹਨਾਂ ਦੇ ਮਾਈਂਡ ਦੇ ਉੱਤੇ। ਉਹ ਕਾਫੀ ਡੂੰਘਾ ਲੈਕਚਰ ਆ, ਅਤੇ ਉਹ ਬਹੁਤ ਕੀਮਤੀ ਲੈਕਚਰ ਆ, ਖਾਸ ਕਰਕੇ ਪੈਰੈਂਟਾਂ ਲਈ, ਬਿਕਾਜ਼ ਉਹਦੇ ਵਿੱਚ ਤੁਹਾਨੂੰ ਸਮਝਾਉਣਾ ਆ ਕਿ ਕਿਹੜੇ ਮਿਸਟੇਕਸ ਆਪਾਂ ਕਰ ਸਕਦੇ ਹਾਂ, ਅਤੇ ਕਿਹੜੀਆਂ ਚੀਜ਼ਾਂ ਬੱਚਿਆਂ ਲਈ ਬੈਨੀਫਿਸ਼ਲ ਹੁੰਦੀਆਂ ਆ। ਸੋ ਅੱਜ ਆਪਾਂ ਕੀ ਕਰਨਾ, ਮੇਰਾ ਬਿਕਾਜ਼ ਉਹ ਸਾਰੇ ਥਾਂ ਤੁਸੀਂ ਇੰਨਾ ਲੰਬਾ ਲੈਕਚਰ ਕਰ ਨਹੀਂ ਸਕਦੇ, ਜਿਹੜੇ 7 ਘੰਟੇ ਆਉਂਦਾ ਆ, ਉਹ ਤਾਂ ਇੱਕ ਦਿਨ ਦਾ ਪੂਰਾ ਕੋਰਸ ਆ। ਸੋ ਕਈ ਵਾਰੀ ਮੈਨੂੰ ਕਈ ਸੰਗਤਾਂ ਨੇ ਕਿਹਾ ਕਿ ਬਾਈਟ ਸਾਈਜ਼ ਇਹਦੇ ਆਪਾਂ ਨੂੰ ਟਿਪਸ ਦੇ ਦਿਓ ਜਿਹੜੇ ਆਪਣੇ ਕੋਰਸ ਦੇ ਵਿੱਚ ਆ। ਸੋ ਉਹਦੇ ਵਿੱਚ ਕੀ ਹੋਇਆ ਕਿ ਮੈਂ ਇੱਕ 18 ਟਿਪਸ ਲਿਖੀਆਂ ਆ, ਜਿਹੜੇ ਪੈਰੈਂਟਾਂ ਨੂੰ ਸੋਚਣ ਦੀ ਲੋੜ ਹੈਗੀ ਆ। ਜੇ ਮੈਂ ਸਾਰੀਆਂ 18 ਕਰ ਦੇਵਾਂ ਤਾਂ ਆਪਣਾ ਤਕਰੀਬਨ 1.5 ਘੰਟਾ ਲੱਗ ਜਾਣਾ। ਸੋ ਬੈਟਰ ਦੈਨ ਦੈਟ ਵਾਟ ਆਈ ਵੁੱਡ ਲਾਈਕ ਟੂ ਡੂ, ਇਹ ਆਪਾਂ 7-8 ਅੱਜ ਕਰ ਲਈਏ, ਜਿਹੜੇ ਮੈਂ ਤੁਹਾਨੂੰ ਸਮਝਾ ਦੂੰਗਾ, ਬਾਅਦ ਚ ਆਪਾਂ ਕੁਐਸਚਨ ਆਨਸਰ ਕਰ ਲਈਏ। ਜੇ ਤੁਹਾਨੂੰ ਚੰਗਾ ਲੱਗਾ ਤਾਂ ਸੇਮ ਟਾਈਮ ਨੈਕਸਟ ਵੀਕ ਜਾਂ ਹੋਰ ਵੀਕ ਆਪਾਂ ਬਾਕੀ ਜਿਹੜੇ 9 ਟਿਪਸ ਆ ਉਹ ਕਰ ਲੈਣੇ। Is that everybody happy with that? Anji? So basically what we want to do is I'm going to go through these tips with you, and these random, but ਜਿੰਨੀਆਂ ਆਪਣੀ ਇੱਥੇ ਸੰਗਤਾਂ ਹੈਗੀਆਂ ਆ, ਮਾਝਾ ਚੈਟ ਦੇ ਵਿੱਚ ਲਿਖ ਦਿਓ ਕਿ ਤੁਹਾਡੇ ਜਿਹੜੇ ਜ਼ਿਆਦਾ ਬੱਚੇ what I would say is 13 ਸਾਲ ਤੋਂ ਛੋਟੇ ਆ ਜਾਂ 13 ਸਾਲ ਤੋਂ ਉੱਪਰ ਆ, ਬਿਕਾਜ਼ ਉੱਥੇ ਆਪਣੀ ਥੋੜ੍ਹਾ ਜਿਹਾ ਡਿਫਰੈਂਸ ਆ ਜਾਂਦੀ ਪੈਰੈਂਟਿੰਗ ਦੇ ਵਿੱਚ। ਸੋ ਜੇ 13 ਸਾਲ ਤੋਂ ਛੋਟੇ ਆ, ਮੈਂ ਜ਼ਿਆਦਾ ਉਹ ਪੁਆਇੰਟਾਂ ਤੇ ਕਨਸਨਟਰੇਟ ਕਰਦਾ। ਜੇ 13 ਸਾਲਾਂ ਤੋਂ ਉੱਪਰ ਆ, ਜਿਹੜੇ ਟੀਨੇਜਰਸ ਆ, ਮੈਂ ਉਹ ਪੁਆਇੰਟ ਤੇ ਕਨਸਨਟਰੇਟ ਕਰਦਾ। ਹੁਣ ਸੋ ਫਾਰ ਜਿੰਨੇ ਵੀ ਰਿਸਪੌਂਸਿਸ ਆ, ਉਹ ਸਾਰੇ ਕਹਿੰਦੇ ਕਿ 13 ਸਾਲਾਂ ਤੋਂ ਛੋਟੇ ਆ। If anybody else has got children older than that, teenagers, ਜਿਹਨਾਂ ਦੇ ਟੀਨੇਜਰ ਨਿਆਣੇ ਆ, ਉਹਨਾਂ ਦੇ ਟਿਪਸ ਡਿਫਰੈਂਟ ਹੁੰਦੇ ਆ। ਸੋ ਆਪਾਂ ਬੱਚਿਆਂ ਤੇ ਫਿਰ ਸ਼ੁਰੂ ਕਰਦੇ ਹਾਂ। Oh, I'm going to have a baby next month. So ਬੇਨਤੀ ਕਰਾ ਕਿ ਜੇ ਤੁਸੀਂ ਜਦੋਂ ਅੱਜ ਆਪਾਂ ਸਪਲਿਟ ਕਰਨ ਲੱਗੇ ਆ, ਤੇ ਜੇ ਹਾਂਜੀ ਸਪਲਿਟ ਰੱਖ ਲਓ, ਜਾਂ ਜਿੱਦਾਂ ਤੁਹਾਨੂੰ ਰੈਲੇਵੈਂਟ ਲੱਗਦਾ ਕਿ ਆਪਾਂ ਇਸ ਇੱਕ ਟੌਪਿਕ ਤੇ ਅੱਜ ਫੋਕਸ ਕਰੀਏ, ਇੱਕ ਤੇ ਨੈਕਸਟ ਕਰੀਏ, as you wish, but we have a healthy mix of, because we are just young immigrants here, so we'll definitely have a healthy mix of very ਜਿਹੜੇ early kids, ਜਿਹੜੇ 10 ਸਾਲ ਛੋਟੇ ਨੇ, plus 10 ਸਾਲ ਤੋਂ ਵੱਡੇ ਵਾਲੇ ਵੀ ਹੋਣਗੇ। So I'll leave it to you how you're going to handle this content. Okay, what I'm going to do today is I'm going to concentrate on the tips that are for younger children, Hannah. And the key things ਜਿਹੜੇ ਪੈਰੈਂਟਾਂ ਨੂੰ ਸੋਚਣ ਦੀ ਲੋੜ ਆ, and then what we can do is ਆਪਣਾ ਜੇ ਆਪਣੇ ਵੀਰ ਜੀ they can schedule a future session, and all the way we'll talk a bit more about teenagers then. ਪਹਿਲਾਂ ਪੈਰੈਂਟਾਂ ਦੀ ਸੋਚ, ਪੈਰੈਂਟਾਂ ਦੀ ਕਿਹੜੀ ਆਊਟਲੁੱਕ ਕਿੱਦਾਂ ਦੀ ਹੋਣੀ ਚਾਹੀਦੀ ਆ। ਸੋ ਬੇਸਿਕਲੀ ਤੁਸੀਂ ਆਪਣੇ ਬੱਚਿਆਂ ਤੋਂ ਚਾਹੁੰਦੇ ਕੀ ਆ?
And I'll give you a secret, ਜਿਹੜਾ ਮੈਂ ਦੇਖਿਆ from so many years in doing children's camps. ਉਹ ਇਹ ਆ ਕਿ ਬਹੁਤ ਸਾਰੇ ਆਪਣੇ ਜਿਹੜੇ ਪੈਰੈਂਟ ਆ ਉਹ ਚਾਹੁੰਦੇ ਨਹੀਂ ਹੈਗੇ ਕਿ ਉਹਨਾਂ ਦੇ ਬੱਚੇ ਅੰਮ੍ਰਿਤਧਾਰੀ ਹੋਣ, ਐਕਸੈਪਟ ਫॉर ਜਿਹੜੇ ਪਹਿਲਾਂ ਆਪ ਪੈਰੈਂਟ ਅੰਮ੍ਰਿਤਧਾਰੀ ਆ। ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆਗਿਆਕਾਰੀ ਹੋਣ ਅਤੇ ਉਹ ਫਿਰ ਸਾਡੇ ਕੋਲ ਭੇਜ ਦਿੰਦੇ ਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਦੱਸੋ ਕਿ ਮਾਪੇ ਦੀ ਗੱਲ ਸੁਣੀ ਦੀ ਆ, ਹਨਾ। ਐਂਡ ਬੇਸਿਕਲੀ ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਅੰਮ੍ਰਿਤਧਾਰੀ ਬਣਾ ਦਈਏ, ਪਰ ਰਿਐਲਿਟੀ ਵਿੱਚ ਕੀ ਹੁੰਦਾ ਆ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ, ਹਨਾ। ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾ ਕੰਟਰੋਲ ਕਰੋ। ਮੈਂ ਤੁਹਾਨੂੰ ਪਹਿਲੀ ਬੇਨਤੀ ਕਰਦਾ, ਇਹਦਾ ਮੈਂ ਐਗਜ਼ਾਮਪਲ ਦਿੰਦਾ ਕਿ ਜੇ ਤੁਹਾਡੇ ਕੋਲ ਇੱਕ ਫਲਾਵਰ ਆ, ਹਨਾ, ਇੱਕ ਫਲਾਵਰ ਹੁੰਦਾ ਲਾਈਕ ਅ ਬਡ, ਹਨਾ, ਜੇ ਤੁਸੀਂ ਉਹਨੂੰ ਉਹਦੇ ਜਿਹੜੇ ਪੈਟਲਸ ਆ ਉਹਨੂੰ ਏਦਾਂ ਟੱਚ ਕਰੋ ਕਿ ਆ ਇੱਥੇ ਆ ਜਾਵੇ, ਆ ਇੱਥੇ ਆ ਜਾਵੇ, ਆ ਇੱਥੇ ਆ ਜਾਵੇ, ਆ ਇੱਥੇ ਆ ਜਾਵੇ, ਜਦੋਂ ਤੁਸੀਂ ਉਹ ਪੈਟਲ ਨੂੰ ਟੱਚ ਕਰਦੇ ਹੋ ਪੈਟਲ ਟੁੱਟ ਜਾਂਦਾ ਹੈ, ਬਿਕਾਜ਼ ਬਹੁਤ ਫਰੈਜਾਈਲ ਹੁੰਦਾ ਹੈ। ਬੈਟਰ ਇਹ ਆ ਕਿ ਤੁਸੀਂ ਉਹ ਫਲ ਪਾਣੀ ਦਿਓ ਤੇ ਉਹਨੂੰ ਸਨਸ਼ਾਈਨ ਦਿਓ, ਧੁੱਪ ਦਿਓ, ਉਹ ਜਿਹੜਾ ਫੁੱਲ ਆ ਉਹਨੇ ਆਪ ਹੀ ਬਿਊਟੀਫੁਲ ਹੋ ਜਾਣਾ ਹੈ। ਜਿਹੜੇ ਇਮੀਗ੍ਰੈਂਟਸ ਹੁੰਦੇ ਆ, ਬਿਕਾਜ਼ ਉਹਨਾਂ ਦਾ ਇਮੀਗ੍ਰੈਂਟ ਐਕਸਪੀਰੀਅੰਸ ਹੁੰਦਾ ਆ, ਐਂਡ ਸਾਰੇ ਤੌਰ ਤੇ ਨਹੀਂ, ਦਿਸ ਇਜ਼ ਅ ਜਨਰਲਾਈਜੇਸ਼ਨ, ਹਨਾ, ਕਿ ਉਹਨਾਂ ਦੀ ਕਈ ਹੁੰਦੀ, ਉਹਨਾਂ ਦੀ ਆਸਾਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ। ਕਈਆਂ ਨੂੰ ਸ਼ਾਇਦ ਸਪੋਰਟਸ ਇੰਟਰਸਟ ਆ, ਕਈਆਂ ਨੂੰ ਮਿਊਜ਼ਿਕ 'ਚ ਇੰਟਰਸਟ ਆ, ਕਈਆਂ ਨੂੰ ਗੁਰਸਿੱਖੀ 'ਚ ਇੰਟਰਸਟ ਆ। ਉਹ ਫਿਰ ਬਿਕਾਜ਼ ਉਹਨਾਂ ਦੀ ਹੁੰਦੀਆਂ ਨਹੀਂ, ਉਹ ਆਪਣੇ ਬੱਚਿਆਂ ਨੂੰ ਕਲੋਨ ਬਣਾ ਦਿੰਦੇ ਆ ਕਿ ਜਿੱਦਾਂ ਉਹ ਆਪਣੀ ਲਾਈਫ 'ਚ ਚੀਜ਼ਾਂ ਚਾਹੁੰਦੇ ਸੀ। ਉਹ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਬੱਚੇ ਕੀ ਬਣਨਾ ਚਾਹੁੰਦੇ ਆ। ਸੋ ਅਲਾਓ ਯੂਰ ਚਿਲਡਰਨ ਟੂ ਫੋਲੋ ਦੇਅਰ ਪੈਸ਼ਨਸ। ਤਾਂ ਫਿਰ ਜਿਹੜੀਆਂ ਚੀਜ਼ਾਂ ਉਹ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਰਨ ਦਿਓ, ਉਹਨਾਂ ਨੂੰ ਫੈਸਿਲਿਟੇਟ ਕਰੋ। ਇਹ ਨਾ ਤੁਸੀਂ ਆਪ ਕਹਿ ਦਿਓ ਕਿ ਮੇਰਾ ਬੱਚਾ ਡਾਕਟਰ ਬਣੇ, ਮੇਰਾ ਬੱਚਾ ਆਹ ਬਣੇ, ਮੇਰਾ ਬੱਚਾ ਇੱਦਾਂ ਬਣੇ, ਆਹ ਬਣੇ। ਸੋ this is the first thing. So I'm going to tell you about a few tips then. Let's start here. First thing is, ਇਹ ਨਾ ਸਮਝੋ ਕਿ ਜਿਹੜੀ ਪੈਰੈਂਟਿੰਗ ਤੁਹਾਡੇ ਨਾਲ ਹੋਈ ਆ ਉਹੀ ਪੈਰੈਂਟਿੰਗ ਤੁਸੀਂ ਆਪਣੇ ਬੱਚਿਆਂ ਨਾਲ ਕਰ ਸਕਦੇ। ਸੋ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਬਿਕਾਜ਼ ਟਾਈਮ ਬਹੁਤ ਚੇਂਜ ਹੋਈ ਜਾਂਦਾ ਹੈ। ਸੋ ਬਹੁਤ ਸਾਰੇ ਜਿਹੜੇ ਪੰਜਾਬ 'ਚੋਂ ਆਏ ਆ ਉਹਨਾਂ ਦਾ, ਐਂਡ ਯੂ ਕੈਨ ਟੈਲ ਮੀ ਇਫ ਆਮ ਰੋਂਗ ਬਿਕਾਜ਼ ਲੈਟਸ ਕੀਪ ਦਿਸ ਇੰਟਰੈਕਟਿਵ, ਹੈ ਨਾ। ਉਹਨਾਂ ਦਾ ਪੈਰੈਂਟਸ ਜੋ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਨੇ ਉਹੀ ਚੀਜ਼ ਹਾਂਜੀ ਕਰਕੇ ਮੰਨ ਲੈਣੀ, ਸਤ ਵਚਨ ਕਰਕੇ ਮੰਨ ਲੈਣੀ। ਤਾਂ ਫਿਰ ਪੈਰੈਂਟਸ ਨੇ ਕਹਿਣਾ ਕਿ ਏਦਾਂ ਕੱਪੜੇ ਪਾਉਣੇ ਆ, ਉਹਨਾਂ ਨੂੰ ਕਹਿ ਦੇਣਾ ਸਤ ਵਚਨ। ਪੈਰੈਂਟਸ ਨੇ ਕਹਿਣਾ ਇੱਥੇ ਤੁਸੀਂ ਪੜ੍ਹਨ ਜਾਣਾ ਆ, ਉਹਨਾਂ ਨੇ ਕਹਿਣਾ ਸਤ ਵਚਨ। ਪੈਰੈਂਟਸ ਨੇ ਕਹਿਣਾ ਆ ਕਿ ਏਦਾਂ ਤੁਸੀਂ ਆਹ ਖਾਣਾ ਤੁਸੀਂ ਖਾਣਾ ਆ, ਤੁਸੀਂ ਕਹਿ ਦੇਣਾ ਸਤ ਵਚਨ। ਪੈਰੈਂਟਸ ਨੇ ਇੱਥੇ ਤੱਕ ਵੀ ਤੁਹਾਨੂੰ ਕਹਿਣਾ ਆ ਕਿ ਤੁਹਾਡਾ ਆਨੰਦ ਕਾਰਜ ਇੱਥੇ ਹੋਣਾ ਆ, ਤੁਸੀਂ ਫਿਰ ਵੀ ਸਤ ਵਚਨ ਕਹਿ ਦੇਣਾ। Do you agree? ਹੈ ਨਾ, this is India style parenting. So basically ਇਹਦੇ ਨਾਲ ਕੀ ਹੁੰਦਾ ਆ ਕਿ you could be 15, 16 ਜਾਂ 20 ਸਾਲਾਂ ਤੱਕ ਵੀ ਹੋ ਸਕਦੇ ਆ, 30 ਸਾਲਾਂ ਤੱਕ ਵੀ ਹੋ ਜਾਂਦੇ ਆ। ਜੋ ਤੁਹਾਡਾ ਪੈਰੈਂਟ ਕਹਿੰਦਾ ਆ ਤੁਸੀਂ ਉਹਦੀ ਆਖੇ ਲੱਗ ਜਾਣਾ। Do you agree? ਇਹ ਚੀਜ਼ ਨਾਲ ਤੁਸੀਂ ਸਹਿਮਤ ਆ? If you agree, just quickly type in the chat, ਹੈ ਨਾ, or just put a Y as in yes. So you have to understand ਕਿ ਇਹਦੇ ਨਾਲ ਕੀ ਹੁੰਦਾ ਆ, this is very similar to what happened in UK, ਕਿ ਬਹੁਤ ਸਾਰੇ ਜਿਹੜੇ ਪੈਰੈਂਟਸ ਆ ਉਹ ਸੋਚਦੇ ਸੀ ਕਿ ਜਿੱਦਾਂ ਸਾਨੂੰ ਪੈਰੈਂਟਿੰਗ ਹੋ ਗਈ ਅਸੀਂ ਉਦੋਂ ਦੀ ਪੈਰੈਂਟਿੰਗ ਕਰਨੀ ਆ, ਪਰ ਤੁਹਾਡਾ ਇਨਵਾਇਰਮੈਂਟ ਹੁਣ ਚੇਂਜ ਹੋ ਗਿਆ। ਇਹਦੇ ਨਾਲ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਕਾਹਤੇ, ਕਿ ਜਿਹੜਾ ਇੰਡੀਆ ਦਾ ਐਜੂਕੇਸ਼ਨ ਸਿਸਟਮ ਆ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਮਾੜਾ ਆ ਜਾਂ ਸਹੀ ਨਹੀਂ ਹੈਗਾ। Actually, most people in India are getting higher results than UK and abroad. ਉਹਨਾਂ ਦਾ educational outcomes are higher. ਪਰ ਉੱਥੇ ਦਾ ਜਿਹੜਾ education system ਆ ਉਹ ਰੱਤਾ ਆ, which means ਜਿਹੜੀ ਟੀਚਰ ਆ, ਟੀਚਰ ਨੂੰ authority ਬਹੁਤ ਮਿਲਦੀ ਆ। ਜੋ ਟੀਚਰ ਕਹਿੰਦਾ ਆ ਉਹ ਤੁਸੀਂ ਬਸ ਮੰਨ ਲਿਆ, ਹੈ ਨਾ। ਟੀਚਰ ਨੇ ਆਹ ਕਹਿਤਾ ਤੁਸੀਂ ਬਸ ਮੰਨ ਲਿਆ। ਇੱਥੇ ਦਾ ਜਿਹੜੀ ਐਜੂਕੇਸ਼ਨ ਸਿਸਟਮ ਆ ਇਨ ਵੈਸਟਰਨ ਕੰਟਰੀਜ਼ ਉਹ ਅਥੋਰਿਟੇਰੀਅਨ ਨਹੀਂ ਹੁੰਦੀ, ਉਹ ਐਨਾਲਿਸਿਸ ਹੁੰਦੀ ਆ। ਤਾਂ ਫਿਰ ਮੈਂ ਇੱਥੇ ਦਾ ਜੰਪ ਆ ਲਿਆ, ਮੈਂ ਐਨਾਲਿਸਿਸ ਦੇ ਵਿੱਚ ਅਸੀਂ ਕੀਤੀ ਹੈ। ਸੋ ਬੇਸਿਕਲੀ ਇਹਦੇ ਵਿੱਚ ਇਹ ਆ ਕਿ ਟੀਚਰ ਨੇ ਕੋਈ ਗੱਲ ਕਹਿਤੀ, that's like a thesis, and ਫਿਰ ਅਸੀਂ ਦੇਖਣਾ ਆ ਕਿ ਅਸੀਂ ਇਹਦੇ ਨਾਲ ਅਗਰੀ ਕਰਦੇ ਹਾਂ ਜਾਂ ਨਹੀਂ।
ਸੋ ਆਟੋਮੈਟਿਕਲੀ ਕੀ ਹੋ ਰਿਹਾ ਆ ਕਿ ਜਿਹੜਾ ਤੁਹਾਡਾ ਮਾਈਂਡ ਸਿਸਟਮ ਆ of accepting authority, ਹੁਣ ਬਾਹਰਲੇ ਜਿਹੜੇ ਟੀਚਰਸ ਆ ਉਹਨਾਂ ਦੀ ਇੰਨੀ ਅਥਾਰਟੀ ਨਹੀਂ ਹੁੰਦੀ ਹੈ ਨਾ ਜਿੰਨਾ ਇੰਡੀਆ ਦੇ ਵਿੱਚ ਆ। ਇੰਡੀਆ ਦੇ ਵਿੱਚ you can even cane them, you can even use physical means to discipline children. You can't do that, it's illegal. ਇੱਥੇ ਬਾਹਰ illegal ਆ ਹੈ ਨਾ। ਸੋ ਇਹਦੇ ਨਾਲ ਕੀ ਹੁੰਦਾ ਆ ਕਿ ਇੱਥੇ ਬਾਹਰ ਜਿਹੜੇ ਬੱਚੇ ਆ ਉਹਨਾਂ ਨੇ ਆਟੋਮੈਟਿਕਲੀ ਤੁਹਾਡੀ ਗੱਲ ਨਹੀਂ ਸੁਣਨੀ। ਐਂਡ ਪ੍ਰੋਬਲਮ ਕੀ ਹੁੰਦੀ ਫੈਮਿਲੀ ਦੇ ਵਿੱਚ, ਜਦੋਂ ਉਹ ਹੀ ਚੀਜ਼ ਦੇਖਦੇ ਆ ਉਹ ਸੋਚਦੇ ਸਾਡੇ ਬੱਚੇ ਤਾਂ ਸਾਡਾ ਸਤਿਕਾਰ ਹੀ ਨਹੀਂ ਕਰਦੇ, ਅਸੀਂ ਤਾਂ ਆਪਣੇ ਮਾਪੇ ਦੀ ਸਾਰੀ ਗੱਲ ਸੁਣ ਲਈ ਸੀ, ਅਸੀਂ ਤਾਂ 30 ਸਾਲਾਂ ਤੱਕ ਵੀ ਸੁਣੀ ਜਾਂਦੇ ਆ। ਹੁਣ ਮੈਂ ਵੀ ਬਾਹਰਲਾ ਜੰਪਾ ਲਿਆ, ਮੇਰਾ ਫਾਦਰ ਮੇਰੇ ਗ੍ਰੈਂਡਫਾਦਰ ਸਾਡੇ ਨਾਲ ਰਹਿੰਦੇ ਆ, 4 ਜਨਰੇਸ਼ਨ ਆ ਸਾਡੇ, ਅਸੀਂ ਉਹਨਾਂ ਦੇ ਆਗਿਆਕਾਰੀ ਹਾਂ, ਅਸੀਂ ਜੋ ਕਹਿੰਦੇ ਸੱਤ ਬਚਨ ਕਹਿ ਦੇਣਾ, ਸਾਡੇ ਕੋਲ ਇੰਨੀ ਰਿਸਪੈਕਟ ਹੈਗੀ ਆ ਉਹਨਾਂ ਲਈ। ਬਟ ਈਵਨ ਦੈਨ ਬੱਚੇ ਕੀ ਕਰਦੇ, they ask why। ਇਹ ਬਹੁਤ ਇੰਪੋਰਟੈਂਟ ਲਫ਼ਜ਼ ਆ why, ਬਿਕਾਜ਼ ਸਾਡਾ ਐਜੂਕੇਸ਼ਨਲ ਸਿਸਟਮ ਡਿਫਰੈਂਟ ਆ, ਸਾਡਾ ਐਜੂਕੇਸ਼ਨ ਸਿਸਟਮ ਐਨਾਲਿਸਿਸ ਆ। ਸੋ ਬਹੁਤ ਸਾਰੇ ਪੇਰੈਂਟਸ ਕੀ ਕਰਦੇ ਸੀ, ਜਦੋਂ ਉਹਨਾਂ ਦੇ ਬੱਚੇ ਉਹਨਾਂ ਨੂੰ ਪੁੱਛਣ ਨਾ ਪਏ ਕਿ ਵਾਈ, ਕਿਉਂ, ਮੈਂ ਕਾਹਤੇ ਇੱਦਾਂ ਦੇ ਕੱਪੜੇ ਪਾਵਾਂ, ਮੈਂ ਕਾਹਤੇ ਗੁਰਦੁਆਰੇ ਜਾਵਾਂ, ਮੈਨੂੰ ਪੰਜਾਬੀ ਸਿੱਖਣੀ ਕਾਹਤੇ ਲੋੜ ਆ, ਮੈਂ ਕਾਹਤੇ ਇੱਥੇ ਆਨੰਦ ਕਾਰਜ ਕਰਾਵਾਂ, ਆਹ ਸਾਰੀਆਂ ਚੀਜ਼ਾਂ ਜਦੋਂ ਉਹ ਪੁੱਛਣ ਨਾ ਪਏ, ਮਾਂ ਪਿਓ ਕੀ ਕਰਦੇ ਸੀ, ਉਹਨਾਂ ਨੂੰ ਕੁੱਟਣ ਨਾ ਪਾਉਂਦੇ ਸੀ ਕਿ ਮੇਰੇ ਆਖੇ ਨਹੀਂ ਲੱਗਦਾ, ਮੇਰੇ ਆਹ ਨਹੀਂ ਕਰਦਾ, ਝਰਕੇ ਮਾਰੀ ਜਾਣੇ ਆ, ਹਨਾ। ਐਂਡ ਤੁਸੀਂ ਬਹੁਤ ਸਾਰੇ YouTube ਤੇ ਵੀਡੀਓ ਵੀ ਦੇਖ ਸਕਦੇ ਆ ਜਿਹਦੇ ਵਿੱਚ ਇਹ ਲੋਕ ਮਖੌਲ ਕਰਦੇ ਆ ਇੰਡੀਅਨ ਪੇਰੈਂਟਸ ਤੇ, ਹਨਾ, ਬਿਕਾਜ਼ ਉਹ ਕਹਿੰਦੇ ਆ ਇਹ ਇੱਦਾਂ ਕਰਦੇ ਆ, ਐਂਡ ਬਿਕਾਜ਼ ਉਹ ਰਿਐਲਿਟੀ ਆ, ਭਾਵੇਂ ਉਹ ਕੈਨੇਡਾ 'ਚ ਹੋਵੇ, UK 'ਚ ਹੋਵੇ, ਸਾਰਾ ਕੁਝ ਲੋਕਾਂ ਨੇ ਇਹ ਰਿਐਲਿਟੀ ਦੇਖੀ ਆ। ਸੋ ਫਰਸਟ ਥਿੰਗ ਯੂ ਰਿਅਲਾਈਜ਼ ਇਜ਼ ਤੁਹਾਡੇ ਬੱਚਿਆਂ ਨੇ ਆਟੋਮੈਟਿਕਲੀ ਤੁਹਾਡੇ ਆਖੇ ਲੱਗਣਾ ਨਹੀਂ ਹੈਗਾ, ਹਨਾ। ਤੁਹਾਨੂੰ ਉਹਨਾਂ ਨੂੰ ਸਮਝਾਉਣਾ ਪੈਣਾ ਆ ਕਿ ਕਾਹਤੇ ਆਖੇ ਲੱਗਣਾ। So I'll explain to you why, and ਇਹ ਬਹੁਤ ਇੰਪੋਰਟੈਂਟ ਚੀਜ਼ ਆ। ਸੋ ਤੁਸੀਂ ਭਾਵੇਂ 30 ਸਾਲ ਦੇ ਹੋਵੇ, ਤੁਸੀਂ ਫੇਰ ਵੀ ਜੋ ਮਾਪੇ ਨੇ ਕਹਿਤਾ ਤੁਸੀਂ ਸੱਤ ਬਚਨ ਕਰਕੇ ਤੁਸੀਂ ਅਗਰੀ ਕਰ ਲੈਣਾ, ਹਨਾ। The British Medical Journal, ਇੱਥੇ ਇੱਕ ਮੈਗਜ਼ੀਨ ਆ ਡਾਕਟਰਾਂ ਦੀ that work in healthcare, I work in healthcare, so I look at these articles, ਹਨਾ। ਉਹਨਾਂ ਨੇ ਇੱਕ ਸਟੱਡੀ ਕੀਤੀ ਸੀ of a large number of children। ਉਹਨਾਂ ਨੇ ਇਹ ਫਿਰ ਸਟੱਡੀ ਦਾ ਜਿਹੜਾ ਉਹਨਾਂ ਨੇ ਕੀਤਾ ਆ ਕਿ ਕਿਹੜੀ ਆਮ ਜਿਹੜੀ ਡਾਕਟਰਾਂ ਨੂੰ ਜਾਂ ਇਨ ਹੈਲਥ ਕੇਅਰ ਸਟੱਡੀਜ਼ ਹੁੰਦੀਆਂ ਆ ਉਹ 5-10 ਸਾਲ ਦੀ ਨਹੀਂ ਹੁੰਦੀਆਂ, ਉਹ 20 ਸਾਲ ਦੀਆਂ ਹੁੰਦੀਆਂ, ਹਨਾ। ਸੋ ਓਵਰ ਅ ਲੌਂਗ ਟਾਈਮ ਉਹ ਦੇਖਦੇ ਆ ਕਿ ਕੀ ਇਹਦਾ ਆਊਟਕਮਸ ਕੀ ਆ। ਸੋ ਉਹਨਾਂ ਨੇ ਇਹ ਦੱਸਿਆ ਸੀ ਕਿ ਜਿਹੜਾ 0 ਤੋਂ 3 ਸਾਲ ਦਾ, ਹਨਾ, ਜਿਹੜਾ ਬੱਚਾ ਆ ਉਹਦਾ ਜਿਹੜੀ ਸਾਰੀ ਦੁਨੀਆ ਉਹਦੀ ਮਾਂ ਹੁੰਦੀ ਆ। ਜੋ ਮਾਂ ਕਰਦੀ ਆ ਉਹਨੇ ਬਸ ਉਹੀ ਫੋਲੋ ਕਰਨਾ। ਜੇ ਮਾਂ ਮਾਰਾ ਜੇ ਰੂਮ ਚੋਂ ਨਿਕਲ ਵੀ ਗਈ, ਉਹਨੇ ਆਟੋਮੈਟਿਕਲੀ ਉਹਦੇ ਮਗਰ ਫੋਲੋ ਕਰਨਾ, ਮਾਂ ਤੋਂ ਬਗੈਰ ਉਹਨੇ ਰੋਣਾ ਆ। ਪਰ ਜਦੋਂ ਉਹ 3 ਸਾਲਾਂ ਦਾ ਹੋ ਜਾਂਦਾ ਆ, ਮਾਂ ਨੂੰ ਉਹ ਪਿਆਰ ਬਹੁਤ ਕਰਦਾ ਆ ਜਾਂ ਕਰਦੀ ਐਜ਼ ਅ ਚਾਈਲਡ, ਪਰ ਹੁਣ ਉਹ ਪੇ ਦੇ ਵਿੱਚ ਇੰਟਰਸਟ ਜ਼ਿਆਦਾ ਕਰਦਾ ਆ ਇਨ ਦ ਫਾਦਰ। ਉਹਨੇ ਹੁਣ ਦੇਖਣਾ ਮੇਰਾ ਫਾਦਰ ਗੱਲ ਕਿੱਦਾਂ ਕਰਦਾ ਆ, ਉਹ ਖਾਣਾ ਕਿੱਦਾਂ ਖਾਂਦਾ ਆ, ਉਹਨੇ ਨਕਲ ਕਰੀ ਜਾਣੀ ਆ, ਬੋਲਦਾ ਕਿੱਦਾਂ ਆ, ਲੈਂਗੁਏਜ ਕੀ ਵਰਤਦਾ ਆ, ਸਾਰਾ ਕੁਛ ਉਹਨੇ ਦੱਸਣਾ ਨਹੀਂ ਤੁਹਾਨੂੰ, ਪਰ ਉਹਨੇ ਐਨਾਲਾਈਜ਼ ਕਰਨਾ ਹਰੇਕ ਚੀਜ਼। ਪਰ ਜਦੋਂ ਉਹ 5 ਸਾਲਾਂ ਦਾ ਹੋ ਗਿਆ, ਪਹਿਲਾਂ ਤਾਂ ਮਾਂ ਤਾਂ ਮਦਰ ਤੇ ਫਾਦਰ ਆ ਉਹਨਾਂ ਦਾ ਮੇਨ ਇਨਫਲੂਐਂਸ, ਪਰ ਜਦੋਂ ਉਹ 5 ਸਾਲਾਂ ਦਾ ਹੋ ਗਿਆ, ਫਿਰ ਉਹਦੇ ਸਕੂਲ ਦੇ ਫਰੈਂਡਸ ਹੁੰਦੇ ਆ, ਨਰਸਰੀ ਜਾਣ ਲੱਪਦੇ ਆ, ਉਹਨਾਂ ਨੇ ਇਹ ਦੇਖਣਾ ਕਿ ਮੇਰੇ ਫਰੈਂਡਸ ਕਿੱਦਾਂ ਬੋਲਦੇ ਆ, ਮੇਰੇ ਫਰੈਂਡਸ ਲੈਂਗੁਏਜ ਕੀ ਵਰਤਦੇ ਆ, ਉਹ ਕੱਪੜੇ ਕਿੱਦਾਂ ਪਾਉਂਦੇ ਆ, ਉਹ ਖੇਲਦੇ ਕਿੱਦਾਂ ਆ। ਐਂਡ ਅਪ ਅੰਟਿਲ ਫਰਮ 5 to 13 ਸਾਲਾਂ ਤੱਕ ਉਹਨਾਂ ਨੇ ਜੋ ਉਹਨਾਂ ਦੇ ਫਰੈਂਡਸ ਕਰਦੇ ਆ, ਉਹ ਸਭ ਤੋਂ ਵੱਡਾ ਇਨਫਲੂਐਂਸ ਉਹਨਾਂ ਦੇ ਲਾਈਫ 'ਚ ਹੁੰਦਾ ਆ। ਅਤੇ ਜਦੋਂ ਉਹ 13 ਸਾਲਾਂ ਦੇ ਹੁੰਦੇ ਆ, ਉਹ ਇੰਡੀਪੈਂਡੈਂਟ ਮਾਈਂਡਡ ਹੋ ਜਾਂਦੇ ਆ। ਇਹਦਾ ਮਤਲਬ ਜਿਹੜਾ ਵੀ ਇਨਸਾਨ ਉਹਨੂੰ ਇੰਸਪਾਇਰ ਕਰਦਾ ਆ, ਉਹਨਾਂ ਨੇ ਮਗਰ ਲੱਗ ਜਾਣਾ। ਹੁਣ ਜੇ ਇੱਕ ਸਪੋਰਟ ਸਟਾਰ ਹੋਵੇ, ਬਾਸਕਟਬਾਲ ਸਟਾਰ ਹੋਵੇ ਜਾਂ ਹੋਰ ਕੋਈ ਆ, ਉਹਨਾਂ ਨੇ ਉਦੋਂ ਦੇ ਕੱਪੜੇ ਪਾਉਣੇ ਆ, ਉਹਨਾਂ ਨੇ ਉਦੋਂ ਦਾ ਹੈਅਰ ਸਟਾਈਲ ਕਰਨਾ ਹੈ। ਜੇ ਕੋਈ ਮਿਊਜ਼ਿਕ ਦੇ ਵਿੱਚ ਹੋਵੇ, ਜੈਜ਼ੀ ਬੀ ਨੇ ਹੈਅਰ ਸਟਾਈਲ ਚੇਂਜ ਕਰਤਾ, ਅੱਧੇ ਪੰਜਾਬ ਨੇ ਹੈਅਰ ਸਟਾਈਲ ਚੇਂਜ ਕਰਤਾ, ਹਨਾ। ਇਹ ਜਿਹੜਾ ਇਨਫਲੂਐਂਸ ਹੁੰਦਾ, ਪਰ ਜੇ ਉਹ ਗੁਰਸਿੱਖ ਹੋਣ, ਬਿਕਾਜ਼ ਤੁਸੀਂ ਉਹਨਾਂ ਨੂੰ ਸੰਗਤ 'ਚ ਰੱਖਿਆ ਆ, ਤਾਂ ਉਹਨਾਂ ਨੇ ਗੁਰਸਿੱਖਾਂ ਦੇ ਨਾਲ ਉਹਨਾਂ ਨੇ ਉਹ ਚੀਜ਼ ਤੋਂ ਉਹਨਾਂ ਨੇ ਇੰਸਪਾਇਰ ਹੋਣਾ ਆ। ਸੋ ਜਿੱਥੇ
ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਪੈਰੈਂਟਿੰਗ ਆ ਉਹਨਾਂ ਨੇ 30 ਸਾਲਾਂ ਤੱਕ ਉਹ ਤੋਂ ਵੀ ਜ਼ਿਆਦਾ ਫੇਰ ਵੀ ਤੁਸੀਂ ਉਹਨਾਂ ਦੇ ਆਗਿਆਕਾਰੀ ਹੋਣਾ ਆ। ਬੇਸਿਕਲੀ ਤੁਹਾਡੇ ਕੋਲ 13 ਸਾਲਾਂ ਤੱਕ ਆ ਜਿਹਦੇ ਵਿੱਚ ਤੁਹਾਡੇ ਬੱਚਿਆਂ ਨੇ ਤੁਹਾਡੇ ਆਖੇ ਲੱਗਣਾ। ਉਹ ਤੋਂ ਬਾਅਦ ਜਿਹੜਾ ਤੁਹਾਡਾ ਪੈਰੈਂਟਿੰਗ ਸਟਾਈਲ ਆ ਤੁਹਾਨੂੰ ਇਨਸਪੀਰੇਸ਼ਨਲ ਪੈਰੈਂਟਿੰਗ ਕਰਨੀ ਪੈਣੀ ਆ। ਇਹਦਾ ਮਤਲਬ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਸਿੱਖੀ ਚੋਂ ਰਹਿਣ, ਤੁਸੀਂ ਇੰਨੇ ਵਧੀਆ ਗੁਰਸਿੱਖ ਬਣ ਕੇ ਉਹਨਾਂ ਨੂੰ ਦਿਖਾ ਲਓ ਤਾਂ ਫਿਰ ਉਹ ਤੁਹਾਡੇ ਤੋਂ ਇਨਸਪੀਰੇਸ਼ਨ ਲੈਣ, ਜਾਂ ਜਿਹੜੇ ਤੁਹਾਡੇ ਸੰਗਤ ਆ ਜਾਂ ਜਿਹੜੇ ਤੁਹਾਡੇ ਕੈਂਪਾਂ 'ਚ ਗੁਰਸਿੱਖ ਆ ਉਹਨਾਂ ਤੋਂ ਇਨਸਪੀਰੇਸ਼ਨ ਲੈਣ। ਜੇ ਤੁਸੀਂ ਹਿਪੋਕ੍ਰਿਟੀਕਲ ਉਹਨਾਂ ਨਾਲ ਪੈਰੈਂਟਿੰਗ ਕਰ ਰਹੇ ਆ, ਉਹਨਾਂ ਨੇ ਤੁਹਾਡੇ ਤੋਂ ਡਿਸਇਲੂਸ਼ਨ ਹੋ ਕੇ ਉਹਨਾਂ ਨੇ ਹੋਰ ਪਾਸੇ ਚੱਲ ਜਾਣਾ। ਐਗਜ਼ਾਮਪਲ ਇਹ ਆ ਕਿ ਜੇ ਤੁਸੀਂ ਬੱਚਿਆਂ ਨੂੰ ਕਹੀ ਜਾਣਾ ਕਿ ਤੁਸੀਂ ਚੁੱਪ ਕਰਕੇ ਬੈਠੋ, ਗਾਲ ਨਹੀਂ ਕੱਢਣੀ, ਆਪ ਗਾਲਾਂ ਕੱਢੀ ਜਾਣੀਆਂ, ਹਸਬੈਂਡ ਵਾਈਫ ਲੜੀ ਜਾਣਾ ਇੱਕ ਦੂਜੇ ਨਾਲ, ਹਨਾ, ਉਹ ਸਾਰੀਆਂ ਚੀਜ਼ਾਂ ਤੇ ਤੁਹਾਡੇ ਬੱਚੇ ਤੇ ਅਸਰ ਹੁੰਦਾ ਆ। ਐਂਡ ਇਹ ਮੈਂ ਜ਼ਿਆਦਾ ਪੈਰੈਂਟਿੰਗ ਕੋਰਸ ਦੇ ਵਿੱਚ ਡਿਸਕਸ ਕਰਦਾ ਆ। ਸੋ ਯੂ ਹੈਵ ਟੂ ਰੀਅਲਾਈਜ਼ ਯੂਰ ਪੈਰੈਂਟਿੰਗ ਸਟਾਈਲ ਨੀਡਸ ਟੂ ਬੀ ਇਨਸਪੀਰੇਸ਼ਨਲ। ਤੁਸੀਂ ਇਨਸਪੀਰੇਸ਼ਨਲ ਪੈਰੈਂਟਸ ਸੀ, ਕੋਈ ਗਾਰੰਟੀ ਨਹੀਂ ਹੈਗਾ ਜਿੱਦਾਂ ਇੰਡੀਆ 'ਚ ਹੁੰਦਾ ਸੀ ਕਿ ਉਹਨਾਂ ਨੇ ਤੁਹਾਡੇ ਆਖੇ ਲੱਗਣਾ। ਇੰਡੀਆ ਦੇ ਵਿੱਚ ਵੀ ਹੁਣ ਚੇਂਜ ਆ ਗਈ ਆ ਥਰੂ ਦਾ ਹੋਲ ਮੋਬਾਈਲ ਫੋਨਸ ਐਂਡ ਟਿਕਟੋਕ ਐਂਡ ਜੋ ਵੀ ਉੱਥੇ ਚੱਲਦਾ ਆ ਐਕਸੈਟਰਾ। ਸੋ ਯੂ ਹੈਵ ਟੂ ਅੰਡਰਸਟੈਂਡ ਦੈਟ ਨੈਚੁਰਲ ਚੇਂਜ। ਦੀ ਅਦਰ ਥਿੰਗ ਇਜ਼ ਤੁਹਾਡੇ ਬੱਚਿਆਂ ਕੋਲ ਚੋਇਸਿਸ ਬਹੁਤ ਆ। ਜਦੋਂ ਅਸੀਂ ਯੰਗ ਹੁੰਦੇ ਸੀ ਸਾਡੇ ਟੈਲੀ ਤੇ 4 ਚੈਨਲ ਹੁੰਦੇ ਸੀ, ਹਨਾ, ਹੁਣ ਤੁਸੀਂ ਟੈਲੀ ਤੇ ਦੇਖੋ 100 ਚੈਨਲ ਆ। So one of the other things children have today is they have so much choice. And ਬਹੁਤ ਸਾਰੇ ਬੱਚੇ confuse ਹੋ ਜਾਂਦੇ ਆ because ਉਹਨਾਂ ਕੋ handle ਨਹੀਂ ਹੁੰਦਾ ਕਿ ਇੰਨਾ choice ਨਾਲ ਮੈਂ ਕਰਾਂ ਕੀ। So they can choose any entertainment, anything they want, anytime. YouTube ਤੇ ਟੈਲੀ ਤੇ ਜੋ ਮਰਜ਼ੀ ਉਹ ਮਿਲ ਸਕਦਾ, ਸਾਰਾ ਕੁਝ instant ਹੋ ਗਿਆ। So ਇਹ ਵੀ ਉਹਨਾਂ ਦੇ mental development ਤੇ ਇਹ change ਆ ਰਹੀ ਆ, and I'll talk more about that in a separate thing. But do you understand that your parenting style cannot be based on control or discipline? And ਮੈਂ ਤੁਹਾਨੂੰ example ਦੇ ਦਿੰਦਾ। ਇੱਕ young age ਵਿੱਚ ਮੁੰਡਾ ਆ, ਹਨਾ, ਉਹ health ਕਰਦਾ, ਆ ਉਹਦਾ ਡੈਡੀ ਆ, ਉਹਦਾ ਡੈਡੀ ਕਹਿੰਦਾ ਕਿ ਆ ਮੇਰਾ ਘਰ ਆ, ਜੋ ਮੈਂ ਘਰ 'ਚ ਕਹਿਣਾ ਤੈਨੂੰ ਕਰਨਾ ਹੀ ਪੈਣਾ ਆ। ਬੱਚਾ ਤਾਂ ਛੋਟਾ ਆ, ਉਹ ਆਖੇ ਲੱਗਦਾ ਆ। ਬੱਚਾ ਹੁਣ ਵੱਡਾ ਹੋ ਗਿਆ, ਉਹ ਫਿਰ health ਕਰਦਾ ਆ, ਡੈਡੀ ਕਹਿੰਦਾ ਆ ਮੇਰਾ ਘਰ ਆ, ਜੋ ਮੈਂ ਘਰ 'ਚ ਕਹਿਣਾ ਤੈਨੂੰ ਕਰਨਾ ਹੀ ਪੈਣਾ ਆ। ਬੱਚਾ ਹੁਣ ਹੋਰ ਵੱਡਾ ਹੋ ਗਿਆ, ਹੁਣ ਬਰਾਬਰ ਡੈਡੀ ਦਾ। ਡੈਡੀ ਕਹਿੰਦਾ ਆ ਮੇਰਾ ਘਰ ਆ, ਜੋ ਮੈਂ ਤੈਨੂੰ ਘਰ 'ਚ ਕਹਿਣਾ ਤੈਨੂੰ ਕਰਨਾ ਪੈਣਾ ਆ। ਉਹ ਚੁੱਪ ਰਹਿੰਦਾ, ਪਰ ਹੁਣ ਉਹ ਸੋਚਦਾ ਆ, ਹੋਰ ਵੱਡਾ ਹੋ ਗਿਆ। ਡੈਡੀ ਕਹਿੰਦਾ ਆ ਮੇਰਾ ਘਰ ਆ, ਉਹ ਹੁਣੀ ਕਹਿੰਦਾ ਨਹੀਂ ਚੁੱਪ ਕਰ ਜਾ, ਤੂੰ ਘਰ 'ਚੋਂ ਨਿਕਲ ਜਾ, ਆ ਹੁਣ ਮੇਰਾ ਘਰ ਬਣ ਗਿਆ। ਇਹ ਬਹੁਤ ਸਾਰੇ ਪੈਰੈਂਟਾਂ ਨਾਲ ਏਦਾਂ ਹੋਈ ਆ, ਇੰਗਲੈਂਡ 'ਚ ਹੋਈ ਆ, ਕੈਨੇਡਾ 'ਚ ਹੋਈ ਆ, ਬਿਕਾਜ਼ ਉਹਨਾਂ ਨਾਲ ਬੋਲਣ ਦਾ ਤਰੀਕਾ ਗਲਤ ਆ। ਇਹ ਇੱਕ ਟਾਈਪ ਆਫ ਪੈਰੈਂਟਿੰਗ ਆ, ਇਹਨੂੰ ਕਹਿੰਦੇ ਅਥੋਰਿਟੇਰੀਅਨ ਪੈਰੈਂਟਿੰਗ। ਦੂਸਰੀ ਟਾਈਪ ਆਫ ਪੈਰੈਂਟਿੰਗ ਆ ਬੱਚਾ ਯੰਗ ਆ, ਬੱਚਾ health ਕਰਦਾ, ਡੈਡੀ ਉਹਨੂੰ ਕਹਿੰਦਾ ਆ ਕਿ ਪੁੱਤ ਤੂੰ ਅੱਜ health ਕੀਤੀ, ਫੇਰ ਨਾ ਕਰਿਆ ਕਰ। ਬੱਚਾ ਥੋੜਾ ਜਿਹਾ ਹੋਰ ਵੱਡਾ ਹੋ ਗਿਆ, ਬੱਚਾ health ਕਰਦਾ, ਡੈਡੀ ਕਹਿੰਦਾ ਪੁੱਤ ਤੂੰ ਅੱਜ health ਕੀਤੀ ਆ, ਮੈਨੂੰ ਦੱਸ ਕਾਹਤੇ ਤੂੰ health ਕੀਤੀ ਆ, ਇਹਦੇ ਵਿੱਚ ਤੈਨੂੰ ਮਿਲਿਆ ਕੀ ਆ। ਡੈਡੀ ਬੱਚਾ ਹੋਰ ਵੱਡਾ ਹੁੰਦਾ ਆ, ਉਹ ਫੇਰ ਗਲਤ ਚੀਜ਼ ਕਰਦਾ ਹੈ। ਡੈਡੀ ਕਹਿੰਦਾ ਹੁਣ ਤਾਂ ਤੂੰ ਮੇਰੇ ਬਰਾਬਰ ਹੋਣ ਲੱਗ ਪਿਆ, ਮੈਂ ਤੈਨੂੰ ਕੀ ਦੱਸਾਂ, ਤੂੰ ਮੈਨੂੰ ਦੱਸ ਕਿ ਆਹ ਤੈਨੂੰ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀ। ਉਹ ਹੋਰ ਵੱਡਾ ਹੋ ਗਿਆ, ਡੈਡੀ ਕਹਿੰਦਾ ਕਿ ਪੁੱਤ ਮੈਂ ਹੁਣ ਤੈਨੂੰ ਦੱਸਣ ਦੀ ਕੋਈ ਲੋੜ ਹੀ ਨਹੀਂ ਹੈਗੀ, ਅਤੇ ਪੁੱਤ ਕਹਿੰਦਾ ਨਹੀਂ ਡੈਡ, ਜੋ ਮਰਜ਼ੀ ਹੋਵੇ ਮੈਨੂੰ ਹਮੇਸ਼ਾ ਤੇਰੀ ਲੋੜ ਆ। Do you understand the difference? Difference ਆ ਤੁਹਾਡੀ ਲੈਂਗੁਏਜ ਦੇ ਵਿੱਚ, ਤੁਹਾਡੇ ਬੋਲਣ ਦਾ ਤਰੀਕੇ ਦੇ ਨਾਲ। ਤੁਸੀਂ ਪਿਆਰ ਨਾਲ ਬੱਚੇ ਨਾਲ ਬੋਲੋ, ਉਹ ਰਿਲੇਸ਼ਨਸ਼ਿਪ ਪਿਆਰ ਦਾ ਰਹਿੰਦਾ ਆ। ਤੁਸੀਂ ਬੱਚੇ ਨੂੰ ਝਰਕੇ ਮਾਰੀ ਜਾਓਗੇ, ਬੱਚੇ ਨੇ ਉਹੀ ਚੀਜ਼ ਅਡਾਪਟ ਕਰ ਲੈਣੀ ਆ। ਜੇ ਤੁਸੀਂ ਯੰਗ ਬੱਚੇ ਨੂੰ ਇਹੀ ਕਹੋ ਜਦੋਂ ਉਹ ਗਲਤ ਕੰਮ ਕਰਦਾ ਆ ਕਿ ਤੂੰ ਬਾਂਦਰ ਆ, ਬਾਂਦਰ ਆ, ਬਾਂਦਰ ਜਿਹਾ, ਬੱਚੇ ਨੇ ਵਾਪਸ ਤੁਹਾਨੂੰ ਕੀ ਕਹਿਣਾ ਆ, ਬਾਂਦਰ ਜਿਹਾ, ਬਾਂਦਰ ਜਿਹਾ, ਬਾਂਦਰ ਜਿਹਾ, ਬਿਕਾਜ਼ ਉਹ ਜਿਹੜੀ ਲੈਂਗੁਏਜ ਤੁਸੀਂ ਵਰਤਦੇ ਹੋ ਅਡਾਪਟ ਕਰਦਾ ਆ। ਜੇ ਤੁਸੀਂ ਹਸਬੈਂਡ ਵਾਈਫ ਲੜਦੇ ਰਹਿੰਦੇ ਆ, ਬੱਚੇ ਨੇ ਉਹ ਚੀਜ਼ ਤਾਂ ਉਹਦੇ ਅਸਰ ਹੁੰਦਾ ਆ, ਐਂਡ ਐਕਚੁਅਲੀ ਉਹਦੇ ਨਾਲ ਕੀ ਹੁੰਦਾ, ਉਹਦੇ ਕੌਨਫੀਡੈਂਸ ਤੇ ਅਸਰ ਹੁੰਦਾ ਆ। ਸੋ ਬੇਸਿਕਲੀ ਇਹ ਚੀਜ਼ ਦਾ ਖਿਆਲ ਰੱਖੋ ਕਿ ਫਰਸਟ ਥਿੰਗ ਯੋਰ ਸਟਾਈਲ ਆਫ ਪੈਰੈਂਟਿੰਗ ਹੈਜ਼ ਟੂ ਚੇਂਜ। ਯੂ ਲਿਵਿੰਗ ਇਨ ਅ ਵੈਸਟਰਨ ਕੰਟਰੀ, ਅਤੇ ਵੈਸਟਰਨ ਕੰਟਰੀਆਂ 'ਚ ਬੱਚੇ ਆ ਟੌਟ ਟੂ ਐਨਾਲਾਈਜ਼। ਉਹਨਾਂ ਨੂੰ ਇਹ ਸਿਖਾਇਆ ਜਾਂਦਾ ਕਿ ਤੁਸੀਂ ਐਨਾਲਿਸਿਸ ਕਰੋ, ਹਨਾ, ਉਹਨਾਂ ਦੇ ਕੋਲ ਕੁਐਸਚਨਸ ਹੋਣੇ ਆ।
ਜੇ ਤੁਸੀਂ ਉਹ ਕੁਐਸਚਨ ਦੇ ਜਵਾਬ ਨਹੀਂ ਦੇ ਸਕਦੇ ਉਹ ਇੱਕਦਮ ਤੁਸੀਂ ਬੱਚੇ ਨੂੰ ਕਹੋ ਮੈਂ ਥੋੜਾ ਜਿਹਾ ਸੋਚ ਕੇ ਤੁਹਾਨੂੰ ਜਵਾਬ ਦਊਂਗਾ, ਪਰ ਜਵਾਬ ਤੁਹਾਨੂੰ ਦੇਣੇ ਪੈਣੇ ਆ। ਤਾਂ ਫੋਰ ਐਗਜ਼ਾਮਪਲ ਜੇ ਤੁਸੀਂ ਬੱਚਾ ਤੁਹਾਨੂੰ ਕਹੇ ਕਿ ਮੈਂ ਪੰਜਾਬੀ ਸਕੂਲ ਨਹੀਂ ਜਾਣਾ, ਮੈਂ ਪੰਜਾਬੀ ਸਿੱਖ ਕੇ ਕੀ ਕਰਨਾ ਹੈ, ਜੇ ਤੁਸੀਂ ਬੱਚੇ ਨੂੰ ਇਹ ਸਮਝਾਓ ਪੁੱਤ ਤੂੰ ਪੰਜਾਬੀ ਤਾਂ ਸਿੱਖੀ ਦੀ ਆ ਤਾਂ ਫਿਰ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰ ਸਕਦਾ, ਤਾਂ ਫਿਰ ਤੂੰ ਕੀਰਤਨ ਕਰ ਸਕਦਾ, ਬੱਚੇ ਨੇ ਫਿਰ ਕਹਿਣਾ ਕਿ ਮੈਂ ਉਹ ਚੀਜ਼ ਤੋਂ ਮੈਨੂੰ ਕਾਤੇ ਲੋ ਰਿਹਾ, ਫਿਰ ਤੁਸੀਂ ਕਹਿਣਾ ਪੁੱਤ ਤਾਂ ਫਿਰ ਤੂੰ ਸੱਚਖੰਡ ਪਹੁੰਚ ਸਕਦਾ ਹੈ। And if you start explaining these things to your children, ਉਹ ਸਮਝਣ ਨਾ ਪੈਂਦੇ ਆ। ਪਰ ਜੇ ਤੁਸੀਂ ਬੱਚੇ ਨੂੰ ਕਹੋ ਨਹੀਂ ਤੈਨੂੰ ਪੰਜਾਬੀ ਸਕੂਲ ਜਾਣਾ ਹੀ ਪੈਣਾ ਹੈ, ਤੈਨੂੰ ਜਾਣਾ ਹੀ ਪੈਣਾ ਆ, ਹਨਾ, ਬੱਚੇ ਨੇ thinking well there's no sense to this, ਇਹਦਾ ਕੋਈ ਸੈਂਸ ਨਹੀਂ ਹੈਗਾ, ਹਨਾ। So everything has to be about explaining. ਤੁਹਾਡੇ ਪੇਰੈਂਟਸ ਨਹੀਂ ਤੁਹਾਨੂੰ ਐਕਸਪਲੇਨ ਕੀਤਾ ਬਿਕਾਜ਼ ਉੱਥੇ ਚੱਲ ਜਾਂਦਾ ਸੀ, ਇੱਥੇ ਬਾਹਰ ਤੁਹਾਨੂੰ ਹਰੇਕ ਚੀਜ਼ ਐਕਸਪਲੇਨ ਕਰਨੀ ਪੈਂਦੀ ਆ। ਬੱਚੇ ਨੇ ਤੁਹਾਨੂੰ ਕਹਿਣਾ ਆ ਕਿ ਮੈਂ ਇੱਦਾਂ ਕੱਪੜੇ ਕਾਤੇ ਪਾਵਾਂ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦੇਣਾ, ਇੰਗਲੈਂਡ ਦੀ ਐਗਜ਼ਾਮਪਲ ਹੈ ਇੱਕ, ਕਿ ਬਹੁਤ ਸਾਰੇ ਆਪਣੇ ਪੇਰੈਂਟਸ ਕੀ ਕਰਦੇ ਆ, ਉਹ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲਾਂ 'ਚ ਪਾਉਣਾ ਹੈ, ਪ੍ਰਾਈਵੇਟ। ਹੁਣ ਮੇਰੇ ਵੀ ਬੱਚੇ ਸਾਰੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ, ਉੱਥੇ ਵੀ ਗੋਰਿਆਂ ਨਾਲ ਜ਼ਿਆਦਾ ਬਾਹ ਪੈਣਾ ਆ। ਉਹ ਆਪਣੇ ਸਿੱਖ ਸਕੂਲਾਂ ਨੂੰ ਇੰਨਾ ਸਪੋਰਟ ਨਹੀਂ ਕਰਦੇ। ਅਸੀਂ ਹੁਣ ਸਾਡੇ ਕੋਲ ਤਕਰੀਬਨ 11 ਖਾਲਸਾ ਸਕੂਲ ਹੈ ਇੰਗਲੈਂਡ ਦੇ ਵਿੱਚ, ਅਸੀਂ ਉਹਨਾਂ ਨੂੰ ਕਾਫੀ ਹੁਣ ਡਿਵੈਲਪ ਕਰ ਰਹੇ, ਹੁਣ ਸਾਰੇ ਟੌਪ ਸਕੂਲਾਂ 'ਚ ਆਉਣ ਲੱਗ ਪਏ ਬਿਕਾਜ਼ ਉਹਨਾਂ ਨੂੰ ਟਾਈਮ ਲੱਗਦਾ, ਯੂ ਹੈਵ ਟੂ ਸਪੋਰਟ ਹਿਮ। ਸੋ ਇੱਕ ਸਕੂਲ ਦੇ ਵਿੱਚ ਇੱਕ ਲੜਕੀ ਸੀ, ਉਹ 5 ਸਾਲਾਂ ਦੀ ਸੀ। ਇਹ ਤੁਹਾਡੇ ਬੱਚਿਆਂ ਨਾਲ ਹੋਣਾ ਆ, ਸੋ ਇਹ ਚੀਜ਼ਾਂ ਦਾ ਖਿਆਲ ਰੱਖੋ। ਜਿਹੜੀ ਗੋਰੀਆਂ ਸੀਗੀਆਂ ਉਹ ਕਹਿਣ ਲੱਗ ਪੈਂਦੀਆਂ ਮੇਰੇ ਕੋਲ ਨਹੀਂ ਕਮਲਜੀਤ ਕਹਿ ਹੁੰਦਾ, ਤੇਰਾ ਨਾਂ ਕਮਲਜੀਤ ਕਾਤੇ ਆ, ਮੇਰੇ ਕੋਲ ਨਹੀਂ ਕਹਿ ਹੁੰਦਾ, ਹੁਣ ਅਸੀਂ ਤੇਰਾ ਨਾਂ ਕਿੰਬਰਲੀ ਰੱਖ ਲੈਣਾ। ਸਾਰੇ ਫਿਰ ਉਹ ਬੱਚੇ ਦੇ ਮਨ ਦੇ ਵਿੱਚ ਵੀ ਮੈਂ ਤਾਂ ਜਿਹੜੇ ਬਾਕੀ ਕੁੜੀਆਂ ਨਾਲ ਫਰੈਂਡਸ਼ਿਪ ਬਣਾਉਣੀ ਆ, ਮੈਂ ਵੀ ਚਲੋ ਆਪਣੇ ਆਪ ਨੂੰ ਕਿੰਬਰਲੀ ਸੱਦ ਲੈਣਾ। ਉਹ ਘਰ ਜਾ ਕੇ ਮੰਮੀ ਡੈਡੀ ਨੂੰ ਕਹਿਤਾ ਕਿ ਮੇਰਾ ਨਾਂ ਹੁਣ ਕਿੰਬਰਲੀ ਆ, ਮੈਂ ਕਮਲਜੀਤ ਨਹੀਂ ਰੱਖਣਾ, ਹਨਾ, ਮੇਰਾ ਬਰਾਊਨ ਨੇਮ ਨਹੀਂ ਹੋਣਾ ਚਾਹੀਦਾ, ਆਈ ਐਮ ਆਸਟ੍ਰੇਲੀਅਨ, ਮੈਂ ਤਾਂ ਗੋਰਿਆਂ ਦਾ ਨਾਮ ਬਣਨਾ ਹੈ ਨਾ। ਉਹ ਪੈਰੈਂਟਾਂ ਨੇ ਸਾਨੂੰ ਫੋਨ ਕਰਤਾ, ਮੈਂ ਕਿਹਾ ਤਾਂ ਬੱਚੇ ਨੂੰ ਝਿੜਕਣਾ ਕੁਛ ਨਹੀਂ ਕਹਿਣਾ। ਮੈਂ ਕਿਹਾ ਸੀ ਤੁਸੀਂ ਉਹਨੂੰ ਹਨਾ ਜਿਹੜੀ ਸੁੰਦਰੀ ਕਾਰਟੂਨ ਆ ਵਿਸਮਾਦ ਦਾ ਉਹ ਲਾ ਦਿਓ। ਉਹਨਾਂ ਨੇ ਜਾ ਕੇ ਉਹ ਕਾਰਟੂਨ ਲੈ ਆਂਦਾ ਜਿਹੜਾ ਤੁਸੀਂ ਇੰਟਰਨੈਟ ਤੇ YouTube ਤੇ ਜਿੱਥੇ ਮਰਜ਼ੀ ਹੁਣ ਲੈ ਸਕਦੇ ਆ, ਵਿਸਮਾਦ, ਜਿਨ੍ਹਾਂ ਨੇ ਸਾਰੇ ਐਨੀਮੇਸ਼ਨਸ ਬਣਾਏ ਆ। Within 2 weeks of saying that, ਉਹ ਬੱਚੀ ਕਹਿੰਦੀ ਸੀ ਮੈਂ ਹੁਣ ਕਮਲਜੀਤ ਹੀ ਹੋਣਾ ਆ ਕਿ ਮੈਨੂੰ ਪਤਾ ਆ ਸਿੱਖੀ ਦਾ ਆਹ ਰੂਪ ਆ। ਨਾਲੇ ਉਹ ਤੋਂ ਬਾਅਦ 'ਚੋਂ ਦਸਤਾਰ ਵੀ ਸਜਾਉਣ ਪਈ। ਹੁਣ ਉਹ 14-15 ਸਾਲਾਂ ਦੀ ਆ, ਸਾਡੇ ਕੋਲ ਸੇਵਾ ਕਰਦੀ ਆ। ਇਹ ਸਾਰੀਆਂ ਚੀਜ਼ਾਂ is very small things but they matter because ਤੁਹਾਡੇ ਬੱਚੇ they need that kind of vision, they need that kind of thing ਜਿਹੜੇ ਉਹਨਾਂ ਨੂੰ ਪਤਾ ਹੋਵੇ ਕਿ ਆਹ ਚੀਜ਼ਾਂ ਸਾਨੂੰ ਆਹ ਚਾਹੀਦੀਆਂ ਆ। So they need that kind of outlook on life. Has that been helpful so far? If it has, then just put Y in the chat. है ना? कि ਇਹ ਆਪਣਾ ਪਹਿਲਾ ਪੁਆਇੰਟ ਆ, ਹੈਨਾ। ਸੋ ਬੇਸਿਕਲੀ ਇਹ ਚੀਜ਼ ਦਾ ਰਿਅਲਾਈਜ਼ ਕਰ ਦੋ ਕਿ ਤੁਹਾਡਾ ਜਿਹੜਾ ਪੈਰੈਂਟਿੰਗ ਸਟਾਈਲ ਨੀਡਸ ਟੂ ਚੇਂਜ, ਹੈਨਾ। ਜਿੱਦਾਂ ਇੱਕ ਬਜ਼ੁਰਗ ਸਾਨੂੰ ਕਿਹਾ ਸੀ, ਕਿ ਮੈਂ ਕਈ ਵਾਰੀ ਕਹਿੰਦਾ ਹਨਾ ਕਿ ਬੱਚਿਆਂ ਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਤੁਸੀਂ ਬੱਚਿਆਂ ਨੂੰ ਕੁੱਟੋਗੇ, ਬੱਚਿਆਂ ਨੇ ਇੱਕ ਚੀਜ਼ ਸਿੱਖਣੀ ਆ ਕਿ ਕੁੱਟ ਕਿੱਦਾਂ ਖਾਈਦੀ ਆ, ਉਹਨਾਂ ਨੂੰ ਅਕਲ ਨਹੀਂ ਆਉਣੀ, ਹੈਨਾ। ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚਿਆਂ ਨੂੰ ਅਕਲ ਆਵੇ, ਤੁਹਾਨੂੰ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਪੈਣੀ ਆ ਤਾਂ ਫਿਰ ਅਕਲ ਸਿੱਖਣ, ਹੈਨਾ। ਪਰ ਕਈ ਬਜ਼ੁਰਗ ਕਹਿੰਦੇ ਨਹੀਂ ਅਸੀਂ ਵੀ ਚੱਪਲ ਤੋਂ ਅਕਲ ਸਾਨੂੰ ਮਿਲੀ ਸੀ, ਹੈਨਾ। ਐਂਡ ਦ ਰਿਐਲਿਟੀ ਇਜ਼ ਇਹ ਚੀਜ਼ ਇਲੀਗਲ ਆ। ਉਹਨਾਂ ਨੇ ਤੁਹਾਡੇ ਬੱਚੇ ਤੁਹਾਡੇ ਤੋਂ ਖੋਹ ਲੈਣੇ ਆ। ਕੋਈ ਵੀ ਬੱਚਾ ਸਕੂਲ ਜਾ ਕੇ ਕਹਿ ਸਕਦਾ ਹੈ ਮੇਰੇ ਮੰਮੀ ਡੈਡੀ ਮੈਨੂੰ ਮਾਰਦੇ ਹੁੰਦੇ, ਉਹ ਤੁਹਾਨੂੰ ਸਿੱਧਾ ਤੁਹਾਡੇ ਬੱਚਿਆਂ ਨੂੰ ਕਹਿ ਚਲਾ ਜਾਣਾ। ਅਤੇ ਇਹ ਤੇ ਕਈ ਪੈਰੈਂਟਾਂ ਨਾਲ ਏਦਾਂ ਹੋਇਆ ਸੀ, ਖਾਸ ਕਰਕੇ ਇੰਡੀਆ ਤੋਂ ਜਿਹੜੇ ਆਏ ਆ, ਹਨਾ। ਫਿਰ ਬਾਅਦ ਚੋਂ ਸਾਡੇ ਕੋਲ ਆਉਂਦੇ ਆ ਕਿ ਤੁਸੀਂ ਇਨਵੋਲਵ ਹੋ ਕੇ ਉਹਨਾਂ ਨੂੰ ਸਮਝਾਉਣਾ ਪੈਂਦਾ ਆ, ਫਿਰ ਸੋਸ਼ਲ ਸਰਵਿਸਿਜ਼ ਨੂੰ ਸਮਝਾਉਣਾ ਪੈਂਦਾ ਆ। ਹੌਲੀ ਹੌਲੀ ਬੱਚੇ ਉਹਨਾਂ ਕੋਲ ਵਾਪਸ ਜਾਂਦੇ ਆ, ਪਰ ਟਾਈਮ ਲੱਗਦਾ, ਕਈ ਵਾਰ 6 ਮਹੀਨੇ ਸਾਲ ਲੱਗ ਜਾਂਦਾ, ਬਿਕੋਜ਼ ਉਹ ਟਰਸਟ ਨਹੀਂ ਕਰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਏਦਾਂ ਨਹੀਂ ਕੁੱਟਣਾ। ਸੋ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖੋ। ਸੋ ਦ ਨੈਕਸਟ ਥਿੰਗ, ਜੇ ਮੈਂ ਤੁਹਾਨੂੰ ਕਹਾਂ ਨੈਕਸਟ ਸਟੈਪ, what is the greatest gift you think you can give your child? ਕਿਹੜੀ ਚੀਜ਼ ਆ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਜਿਹੜਾ ਤੁਸੀਂ ਮਰਨ ਤੋਂ ਪਹਿਲਾਂ ਦੇਣਾ ਚਾਹੁੰਦੇ ਆ? What do you think? Have a think about it. ਹੋਰ ਜੇ ਇਹਦੇ ਬਾਰੇ ਸੋਚੋ, maybe say something or type it in the chat if you think. So ਤੁਹਾਡੇ ਬੱਚੇ ਸ਼ਾਇਦ ਛੋਟੇ ਹੋਣ, maybe your children are teenagers. What is the greatest gift you think you can give as a parent
ਆਪਣਾ ਪੈਰੈਂਟ ਤੌਰ ਤੇ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਆ? ਸਿੱਖੀ, ਕਈ ਕਹਿੰਦੇ ਗੁਰਸਿੱਖੀ, ਕਈ ਕਹਿੰਦੇ ਵਿਜ਼ਡਮ, ਲਾਈਫ ਐਕਸਪੀਰੀਅੰਸ, ਸਿਮਰਨ ਐਵਰੀ ਡੇ। ਸੋ ਮੈਂ ਤੁਹਾਨੂੰ ਆਪਣਾ ਪਰਸਨਲ, ਕਈ ਕਹਿੰਦੇ ਕਲਚਰ ਆਫ ਇੰਡੀਆ, ਨਾਈਸ ਮੈਮਰੀਜ਼, ਗੁੱਡ ਐਕਸਪ੍ਰੈਸ਼ਨ, ਗੁੱਡ ਹਿਊਮਨ ਬੀਇੰਗਸ। ਓਕੇ, ਠੀਕ ਆ। ਮੋਸਟ ਆਫ ਜਿਹੜੀ ਤੁਸੀਂ ਕਹਿੰਦੇ ਆ ਸਿੱਖੀ ਵੈਲਿਊਜ਼, ਮੋਸਟ ਆਫ ਜਿਹੜੀਆਂ ਚੀਜ਼ਾਂ ਤੁਸੀਂ ਲਿਖੀਆਂ ਆ, ਦੇ ਵੈਰੀ ਕਾਮਨ, ਬਿਕਾਜ਼ ਆਪਾਂ ਇਹ ਚੀਜ਼ਾਂ ਬੜੀ ਡੂੰਘੀ ਸੋਚਦੇ ਨਹੀਂ ਹੈਗੇ। So let me give you something I would actually do. You know, this is my personal thing from being a parent myself. My personal thing was basically ਆਪਣੇ ਬੱਚਿਆਂ ਨੂੰ ਇੰਨਾ self-sufficient ਬਣਾ ਦੇਣਾ ਕਿ ਵਾਹਿਗੁਰੂ ਨਾਲ ਤੇ ਗੁਰੂ ਮਹਾਰਾਜ ਨਾਲ, ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਰੀ ਉਹਨਾਂ ਦੀ ਲਾਈਫ ਦੀ ਪ੍ਰੋਬਲਮਸ ਉਹ ਗੁਰਬਾਣੀ ਨਾਲ ਸੋਲਵ ਕਰ ਸਕਦੇ। That is a great gift. Because ਉਹ ਸਮਾਂ ਆਉਣਾ ਆ, that day is gonna come, ਜਦੋਂ ਤੁਸੀਂ ਇੱਥੇ ਹੋਣਾ ਨਹੀਂ, ਹੈ ਨਾ? So how are your children gonna survive? And ਕਈ ਹੁਣ ਇਸ point ਤੇ in the lecture I also show, ਹੈ ਨਾ, ਕਿ ਹੁਣ generation ਜਿਹੜੇ ਹੁਣ ਬੱਚੇ ਆ, they have higher levels of mental health than ever before. And ਜਿਹੜਾ ਉਹ ਟੈਕਨੋਲੋਜੀ ਵਾਲਾ ਲੈਕਚਰ ਆ, ਉਹਦੇ ਵਿੱਚ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਕਾਹਤੇ ਇੰਨੇ ਹਾਈ ਲੈਵਲਸ ਆਫ ਮੈਂਟਲ ਹੈਲਥ ਹੋ ਰਿਹਾ ਹੈ, ਕਿ ਯੰਗ ਏਜ ਦੇ ਵਿੱਚ ਕੀ ਕਰੀਦਾ ਬੱਚੇ ਨਾਲ, ਗਾਂ ਕੀ ਕਰੀਦਾ, ਕਿ ਅੱਗੇ ਕਾਹਤੇ ਨਹੀਂ ਇੰਨਾ ਮੈਂਟਲ ਹੈਲਥ ਹੋਇਆ ਤੇ ਹੁਣ ਕਾਹਤੇ ਇੰਨਾ ਹੋ ਰਿਹਾ, ਇੰਨਾ ਡਿਪਰੈਸ਼ਨ ਕਾਹਤੇ ਹੋ ਰਿਹਾ। Even statistically in Western countries, including Australia and UK, 60% of the population suffer from depression. ਕਿ 60% ਜਿਹੜੀ ਤੁਹਾਡੀ ਪੋਪੂਲੇਸ਼ਨ ਆ ਉਹ ਡਿਪਰੈਸ਼ਨ ਤੋਂ ਸਫਰ ਕਰਦੀ ਆ, ਪਰ ਉਹ ਐਡਮਿਟ ਨਹੀਂ ਕਰਦੇ, ਬਿਕਾਜ਼ ਉਹਨਾਂ ਨੂੰ ਇਹ ਆ ਕਿ ਅਸੀਂ ਜੇ ਐਡਮਿਟ ਕਰ ਦਈਏ ਅਸੀਂ ਹੋਰ ਡਿੱਗ ਜਾਣਾ। ਅਤੇ ਜਿਹੜੀ ਇਮੀਗ੍ਰੈਂਟ ਕਮਿਊਨਿਟੀਜ਼ ਦੇ ਵਿੱਚ ਆ, ਉਹਦੇ ਵਿੱਚ ਜਿਹੜੀ ਡਿਪਰੈਸ਼ਨ ਆ ਇਜ਼ ਈਵਨ ਹਾਇਰ, ਬਿਕਾਜ਼ ਉਹਨਾਂ ਕੋਲ ਫੈਮਿਲੀ ਸਟਰਕਚਰ ਨਹੀਂ ਕਈ ਵਾਰੀ ਹੁੰਦਾ। ਉਹਨਾਂ ਦੇ ਜਿਹੜੇ ਪੇਰੈਂਟਸ ਆ ਜਾਂ ਬ੍ਰਦਰ ਸਿਸਟਰਸ, ਹੁਣ ਕਈ ਵਾਰੀ ਕੀ ਹੁੰਦਾ, ਹੁਣ ਮੈਨੂੰ ਪਤਾ ਹੈ ਸਾਡੀ ਫੈਮਿਲੀ ਦੇ ਵਿੱਚ ਕਈ ਸਾਡੇ ਮੇਰੇ ਫਾਦਰ ਦੇ ਸਿਸਟਰਸ ਉਹ ਕੈਲੀਫੋਰਨੀਆ 'ਚ ਆ, ਹੈ ਨਾ, ਕਈ ਸਾਡੇ ਰਿਸ਼ਤੇਦਾਰ ਇੱਥੇ ਮੈਲਬਰਨ 'ਚ ਆ, ਕਈ ਸਾਡੇ ਰਿਸ਼ਤੇਦਾਰ ਇੰਡੀਆ 'ਚ ਬੈਠੇ ਆ, ਹੈ ਨਾ, ਸਾਰੇ ਡਿਫਰੈਂਟ ਥਾਂ ਦੇ ਵਿੱਚ ਉਹ ਖਿਲ ਰਹੇ ਆ। ਸੋ ਏਦਾਂ ਜੇ ਸਾਰੇ ਇੱਕ ਥਾਂ ਹੁੰਦੇ ਤਾਂ ਤੁਹਾਡਾ ਜਿਹੜਾ ਐਕਸਪੀਰੀਅੰਸ ਹੋਰ ਹੋਣਾ ਸੀ। ਸੋ ਅਸੀਂ ਕੀ ਕਰਦੇ ਹਾਂ, ਐਂਡ ਹੁਣ ਤੁਸੀਂ ਇੱਕ ਯੂਟੀਲਾਈਜ਼ ਕਰੋ ਛੋਟੇ ਬੱਚਿਆਂ ਤੱਕ, ਪਰ ਵੱਡੇ ਬੱਚਿਆਂ ਤੋਂ ਵਿੱਚ ਵੀ ਯੂਟੀਲਾਈਜ਼ ਕਰੋ ਕਿ ਜਦੋਂ ਛੁੱਟੀਆਂ ਹੁੰਦੀਆਂ ਆ, when you have holidays, ਉਦੋਂ ਕੀ ਹੁੰਦਾ ਆ ਕਿ ਤੁਹਾਡੇ ਬੱਚਿਆਂ ਦੀ ਐਨਰਜੀ ਲੈਵਲ ਵੱਧ ਜਾਂਦੀ ਹੈ। ਘਰ ਦੇ ਵਿੱਚ ਬੈਠੇ ਹੁੰਦੇ ਆ, ਐਲਤਾਂ ਕਰਨੀਆਂ ਆਈਆਂ ਬੱਚਿਆਂ ਨੇ, ਹੈ ਨਾ। ਹੁਣ ਸਕੂਲਾਂ ਦੇ ਵਿੱਚ ਕੀ ਹੁੰਦਾ ਆ, ਉਹਨਾਂ ਨੂੰ ਪਤਾ ਆ, ਹੁਣ ਸਾਨੂੰ ਵੀ ਕੈਂਪਾਂ 'ਚ ਪਤਾ ਆ ਕਿ ਅਸੀਂ ਜਿਹੜਾ ਕੋਈ ਸੈਸ਼ਨ ਆ 40 ਮਿੰਟਾਂ ਤੋਂ ਵੱਧ ਨਹੀਂ ਰੱਖੀਦਾ ਬੱਚਿਆਂ ਲਈ, because 40 minutes is the children's maximum attention span. ਉਹਨਾਂ ਜਿਹੜਾ attention value ਆ ਉਹ ਉੱਥੇ 40 ਮਿੰਟਾਂ ਤੋਂ ਬਾਅਦ ਬੱਚੇ ਦਾ ਰਹਿੰਦਾ ਨਹੀਂ ਹੁੰਦਾ। ਸੋ ਉਹਨਾਂ ਨੇ ਸਕੂਲ ਦੇ ਵਿੱਚ ਕੀ ਕਰਨਾ, ਉਹਨਾਂ ਦਾ ਕਲਾਸਰੂਮ ਬਦਲ ਦੇਣਾ ਜਾਂ ਉਹਨਾਂ ਨੂੰ ਪਲੇ ਟਾਈਮ ਦੇ ਦੇਣੀ। ਪਰ ਘਰਾਂ 'ਚ ਕੀ ਹੁੰਦਾ ਆ, ਉਹ ਉੱਥੇ ਫਸੇ ਆ, ਹੈ ਨਾ, ਬਿਕਾਜ਼ ਛੁੱਟੀਆਂ ਹੁੰਦੀਆਂ ਆ, ਉਹਨਾਂ ਨੇ ਕਿਹੜਾ ਕੋਈ ਪਲੇਗਰਾਊਂਡ ਜਾ ਕੇ ਫਰੈਂਡਾਂ ਨਾਲ ਖੇਲਣਾ ਆ। ਫਿਰ ਕੀ ਹੁੰਦਾ ਆ, ਉਹ ਉਹਨਾਂ ਦਾ ਟੈਂਪਰੇਚਰ ਵੱਧ ਜਾਂਦਾ, ਐਲਤਾ ਕਰੀ ਜਾਣੀ, ਰੌਲਾ ਪਾਈ ਜਾਣਾ ਹੈ। ਮੰਮੀ ਡੈਡੀ ਨੇ ਕਹਿਣਾ ਪੁੱਤ ਤੁਸੀਂ ਰੌਲਾ ਪਾਉਂਦੇ ਆ, ਚੁੱਪ ਕਰ ਜਾਓ ਥੋੜਾ ਜਿਹਾ। 40 ਮਿੰਟਾਂ ਬਾਅਦ ਫੇਰ ਹੋ ਜਾਣਾ ਹੈ, ਫੇਰ ਮੰਮੀ ਡੈਡੀ ਨੇ ਕਹਿਣਾ ਕਿ ਤੁਸੀਂ ਰੌਲਾ ਪਾਈ ਜਾਂਦੇ, ਚੁੱਪ ਕਰ ਜਾਓ। ਫੇਰ ਹੋਰ 40 ਮਿੰਟਾਂ 'ਚ ਫੇਰ ਹੋ ਜਾਣਾ ਆ। ਫੇਰ ਉਹਨਾਂ ਨੇ ਕਹਿਣਾ ਕਿ ਮੈਂ ਚੱਪਲ ਚੱਕਾਂ ਜਾਂ ਨਹੀਂ ਚੱਕਾਂ, ਹੈ ਨਾ, ਤੁਸੀਂ ਰੌਲਾ ਪਾਈ ਜਾਂਦੇ ਆ, ਹੈ ਨਾ। ਫੇਰ 40 ਮਿੰਟਾਂ ਤੋਂ ਬਾਅਦ ਫੇਰ ਹੋ ਜਾਣਾ। ਫੇਰ ਉਹ ਕਹਿੰਦੇ ਸਕੂਲ ਸ਼ੁਰੂ ਹੋ ਜਾਣਾ, ਇੱਥੇ ਤਾਂ ਤੰਗ ਕੀਤਾ ਨਿਆਣਿਆਂ ਨੇ, ਹੈ ਨਾ। ਏਦਾਂ ਦਾ ਮਾਹੌਲ ਹੋ ਜਾਂਦਾ ਘਰਾਂ ਦੇ ਵਿੱਚ, ਬਿਕਾਜ਼ ਬੱਚੇ ਵੀ ਫਰਸਟ੍ਰੇਟਡ ਆ, ਮਾਂ ਪਿਓ ਵੀ ਫਰਸਟ੍ਰੇਟਡ ਆ, ਹੈ ਨਾ। ਬਿਕਾਜ਼ ਤੁਹਾਡੇ ਬੱਚਿਆਂ ਨੂੰ ਕੋਈ ਚੀਜ਼ ਚਾਹੀਦੀ ਆ ਜਿਹਦੇ ਨਾਲ ਉਹਨਾਂ ਦਾ ਅਟੈਂਸ਼ਨ ਹੋਵੇ। ਸੋ ਕਈ ਸਾਲ ਪਹਿਲਾਂ ਮੈਂ ਬੱਚਿਆਂ ਨੂੰ ਇਹ ਕੀਤਾ, ਮੈਂ ਪਹਿਲਾਂ ਆਪਣੇ ਬੱਚਿਆਂ ਤੇ ਐਕਸਪੈਰੀਮੈਂਟ ਕੀਤਾ, ਫਿਰ ਮੈਂ ਹੋਰ ਇੱਥੇ ਗੁਰਸਿੱਖਾਂ ਨੂੰ ਕਿਹਾ ਸੀਗਾ ਕਿ 5 ਮਿੰਟ ਲਈ 5 ਵਾਰੀ ਦਿਨ ਸਿਮਰਨ ਕਰਨਾ ਹੈ। ਸੋ ਖਾਸ ਕਰਕੇ ਜਿਨ੍ਹਾਂ ਦੇ ਯੰਗ ਚਿਲਡਰਨ ਆ ਤੁਸੀਂ ਖਾਸ ਨੋਟ ਕਰੋ। ਸੋ ਬੇਸਿਕਲੀ ਜਦੋਂ ਬੱਚਾ ਉੱਠਦਾ ਆ ਉਹਦੇ ਨਾਲ 5 ਮਿੰਟ ਸਿਮਰਨ ਕਰਨਾ ਹੈ। ਫਿਰ ਬੇਸਿਕਲੀ 11 ਵਜੇ ਫੇਰ 5 ਮਿੰਟ ਸਿਮਰਨ ਕਰਨਾ ਹੈ, 2-3 ਵਜੇ ਫੇਰ 5 ਮਿੰਟ ਸਿਮਰਨ ਕਰਨਾ ਹੈ ਨਾ, 7-8 ਵਜੇ ਫੇਰ 5 ਮਿੰਟ ਸਿਮਰਨ ਕਰਨਾ ਹੈ, ਸੌਣ ਤੋਂ ਪਹਿਲਾਂ ਫੇਰ 5 ਮਿੰਟ ਸਿਮਰਨ ਕਰਨਾ ਹੈ। ਸੋ ਬੇਸਿਕਲੀ ਤੁਸੀਂ ਬ੍ਰੇਕਅਪ ਕਰਨਾ ਆਪਣੇ ਦਿਨ ਨੂੰ
ਅਤੇ ਬੱਚਿਆਂ ਨੂੰ ਸਿਖਾ ਲਾ ਕਿ 5 ਮਿੰਟ ਸਿਮਰਨ ਕਰਨਾ ਹੈ। ਹਾਂ ਠੀਕ ਹੈ, ਜੇ ਤੁਹਾਡੇ ਬੱਚੇ ਪੂਰਾ ਨਿਤਨੇਮ ਕਰ ਲੈਂਦੇ ਆ ਦੈਟਸ ਗੁੱਡ, ਹਨਾ, ਪਰ ਸਿਮਰਨ ਦੀ ਚੀਜ਼ ਹੋ ਰਿਹਾ। ਸਿਮਰਨ ਇਜ਼ ਅਬਾਊਟ ਕੰਟਰੋਲਿੰਗ ਯੋਰ ਇਮੋਸ਼ਨਸ, ਕਿ ਤੁਹਾਡੇ ਇਮੋਸ਼ਨਸ ਕਿੱਦਾਂ ਕੰਟਰੋਲ ਕਰਨੇ ਆ। ਸੋ ਬੱਚਿਆਂ ਨੂੰ ਕੀ ਹੁੰਦਾ ਆ, ਜਦੋਂ ਉਹਨਾਂ ਦਾ ਟੈਂਪਰੇਚਰ ਵੱਧਦਾ ਆ, ਤੁਸੀਂ ਏਦਾਂ ਨਹੀਂ ਕਹਿਣਾ ਕਿ ਤੁਸੀਂ ਚੁੱਪ ਕਰ ਜਾਓ, ਚੁੱਪ ਕਰ ਜਾਓ। ਤੁਸੀਂ ਵੀ ਬੱਚਿਆਂ ਨੂੰ ਜਦੋਂ ਤੁਸੀਂ ਹਫ਼ਤੇ ਲਈ ਕਰ ਲਿਆ, ਬੱਚਿਆਂ ਨੂੰ ਯੂਜ਼ ਟੂ ਹੋ ਜਾਣਾ, ਉਹਨਾਂ ਨੂੰ ਕਹਿ ਦੇਣਾ ਤੁਸੀਂ ਸਿਮਰਨ ਟਾਈਮ ਆ। 5 ਮਿੰਟ ਕੋਈ ਵੀ ਬੱਚਾ ਸਿਮਰਨ ਕਰ ਸਕਦਾ ਆ। 5 ਮਿੰਟ ਤੋਂ ਬਾਅਦ ਕਈ ਵਾਰੀ ਬੱਚਿਆਂ ਲਈ ਔਖਾ ਹੋ ਜਾਂਦਾ ਹੈ, ਉਹ ਫਿਡਲਿੰਗ ਕਰਨ ਲੱਗ ਪੈਂਦੇ, ਕਦੀ ਲੱਤਾਂ ਚੇਂਜ ਕਰ ਦੇਣੀਆਂ, ਕੋਈ ਹੋਰ ਚੇਂਜ ਕਰਦਾ। ਸੋ ਬੇਸਿਕਲੀ ਉਹਨਾਂ ਲਈ ਔਖਾ ਹੋ ਜਾਂਦਾ ਹੈ। ਸੋ ਉਹਨਾਂ ਨੇ ਕੀ ਕਰਨਾ, ਤੁਸੀਂ 5 ਮਿੰਟ ਹੀ ਰੱਖਣਾ, ਪਰ ਇਹਨੂੰ ਸਿਮਰਨ ਟਾਈਮ ਕਹਿਣਾ ਆ। ਤੇ ਜਦੋਂ ਉਹਨਾਂ ਦਾ ਟੈਂਪਰੇਚਰ ਵੱਧਦਾ ਆ, ਤੁਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਚੁੱਪ ਹੋ ਜਾਓ, ਚੁੱਪ ਹੋ ਜਾਓ, ਚੁੱਪ ਹੋ ਜਾਓ। ਇਨਸਟੈਡ ਤੁਸੀਂ ਕਹਿ ਦੇਣਾ ਕਿ ਸਿਮਰਨ ਟਾਈਮ ਆ। ਤੁਸੀਂ ਦੇਖਿਆ ਤੁਹਾਡਾ ਲੈਂਗੁਏਜ ਹੁਣ ਚੇਂਜ ਹੋ ਗਿਆ। ਇੱਕ ਹੁੰਦਾ ਸੀ ਫਰਸਟ੍ਰੇਸ਼ਨ ਵਾਲਾ ਲੈਂਗੁਏਜ, ਕਿ ਚੁੱਪ ਨਹੀਂ ਕਰਦੇ, ਚੁੱਪ ਨਹੀਂ ਕਰਦੇ, ਚੱਪਲ ਚੱਕ ਲੈਣੀ। ਹੁਣ ਤੁਸੀਂ ਗੁਰਮਤ ਵਾਲਾ ਲੈਂਗੁਏਜ ਵਰਤਦੇ ਆ ਕਿ ਹੁਣ ਸਿਮਰਨ ਟਾਈਮ ਆ। ਫਿਰ ਬੱਚੇ ਨੇ 5 ਮਿੰਟ ਜਾ ਕੇ ਸਿਮਰਨ ਕਰ ਲੈਣਾ। ਜੇ ਸਿਬਲਿੰਗਸ ਇੱਕ ਦੂਜੇ ਨਾਲ ਲੜਦੇ ਆ, ਤੁਸੀਂ ਹੁਣ ਕਹਿ ਦੇਣਾ ਚੱਲ ਦੋਹਾਂ ਨੂੰ 5 ਮਿੰਟ ਸਿਮਰਨ, ਬੈਠ ਕੇ ਸਿਮਰਨ ਕਰੋ, ਹਨਾ। ਇਹ ਨਹੀਂ ਕਹਿਣਾ ਕਿ ਤੁਸੀਂ ਠੰਡੇ ਹੋ ਜਾਓ, ਹੋ ਜਾਓ, ਜਾਂ ਕੀ ਕਿਹੜੀ ਚੀਜ਼ ਉੱਤੇ ਲੜੀ ਜਾਣੇ ਆ। ਡੋਂਟ ਗੈਟ ਦਾ, ਉਹਨੇ ਬਸ ਸਿੱਧਾ ਕਹਿ ਦੇਣਾ 5 ਮਿੰਟ ਸਿਮਰਨ ਕਰੋ, ਹਨਾ। ਸੋ ਨਾਲੇ ਸਾਡੇ ਘਰ ਦੇ ਵਿੱਚ ਮੇਰੇ ਬ੍ਰਦਰ ਕੋਲ 3 ਬੋਇਜ਼ ਆ, ਮੇਰੇ ਕੋਲ ਵੀ 3 ਬੋਇਜ਼ ਆ ਤੇ ਇੱਕ ਡਾਟਰ ਆ। ਹੁਣ ਸਾਡੇ ਘਰ 'ਚ ਤਾਂ 7 ਬੱਚੇ ਆ। ਜੇ ਉਹਨਾਂ ਨਾਲ ਹੋ ਸਕਦਾ ਤਾਂ ਕਿਸੇ ਵੀ ਘਰ 'ਚ ਹੋ ਸਕਦਾ ਹੈ ਨਾ, ਕਿ ਨੈਚੁਰਲੀ ਬੱਚਿਆਂ ਨੇ ਕਲੈਸ਼ ਕਰਨਾ ਹੀ ਆ ਥੋੜਾ ਜਿਹਾ, ਹੈਨਾ। ਸੋ ਉਹਨਾਂ ਨੂੰ ਕਹਿ ਦੇਣਾ 5 ਮਿੰਟ ਸਿਮਰਨ। ਫਿਰ ਕੀ ਹੁੰਦਾ, ਬੱਚਿਆਂ ਦੀ ਆਦਤ ਪੈ ਜਾਂਦੀ ਆ, ਹੈਨਾ। ਤੁਸੀਂ ਬੱਚਿਆਂ ਨਾਲ ਮਾਰ ਜਾ ਦੇਖਣਾ ਹੀ ਹੁੰਦਾ ਆ। ਬੱਚਿਆਂ ਨੂੰ ਪਤਾ ਹੁਣ ਡੈਡੀ ਨੇ ਮੇਰੇ ਨਾਲ ਦੇਖਿਆ ਜਾਂ ਮੰਮੀ ਨੇ ਮੇਰੇ ਨਾਲ ਦੇਖਿਆ, ਹੁਣ ਮੇਰਾ ਸਿਮਰਨ ਟਾਈਮ ਹੋ ਗਿਆ, ਹੈਨਾ। ਉਹਨਾਂ ਨੂੰ ਪਤਾ ਹੁੰਦਾ, ਬਿਕਾਜ਼ ਤੁਹਾਡੇ ਕੋਲ ਵੀ ਸ਼ਾਇਦ ਇਦਾਂ ਦੇ ਪੇਰੈਂਟਸ ਹੋਣ। ਹੁਣ ਮੇਰਾ ਡੈਡੀ ਨੇ ਬਹੁਤ ਘੱਟ ਸਾਨੂੰ ਕੋਈ ਇਦਾਂ ਕੁਛ ਝਰਕਾ ਮਾਰਿਆ ਜਾਂ ਗੱਲ ਕੀਤੀ, ਉਹਨੂੰ ਸਾਡੇ ਨਾਲ ਦੇਖਣਾ ਹੀ ਹੁੰਦਾ ਸੀ। ਉਹ ਜਦੋਂ ਉਹਨੂੰ ਦੇਖ ਲਾ, ਸਾਨੂੰ ਪਤਾ ਹੁਣ ਅਸੀਂ ਚੁੱਪ ਹੀ ਕਰ ਜੀਏ, ਹੈਨਾ। ਇਦਾਂ ਦਾ ਤੁਹਾਡਾ ਔਰਾ ਹੁੰਦਾ ਆ, ਹੈਨਾ। ਸੋ ਬੱਚੇ ਨਾਲ ਮਾਰ ਜਾ ਦੇਖਣਾ, ਉਹਨਾਂ ਨੂੰ ਪਤਾ ਡੈਡੀ ਨੇ ਹੁਣ ਦੇਖ ਲਿਆ ਸਾਡੇ, ਹੁਣ ਸਿਮਰਨ ਟਾਈਮ ਆ, ਹੈਨਾ। ਤੇ ਕਈ ਵਾਰੀ ਹੁੰਦਾ ਤੁਹਾਡਾ ਟੈਂਪਰੇਚਰ ਵੱਧ ਜਾਂਦਾ ਆ, ਹੈਨਾ। ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਜਾਂ ਹੋਰ ਕਿਸੇ ਨਾਲ ਗੱਲ ਕਰਦੇ ਆ, ਫਿਰ ਬੱਚੇ ਨੇ ਕਹਿਣਾ ਤੁਹਾਨੂੰ ਮਮ ਡੈਡ ਹੁਣ ਤੁਹਾਡਾ ਸਿਮਰਨ ਟਾਈਮ ਆ। ਇਹ ਬਹੁਤ ਇੰਪੋਰਟੈਂਟ ਚੀਜ਼ ਆ, ਬਿਕਾਜ਼ ਜੇ ਤੁਸੀਂ ਹੁਣ ਬੱਚਿਆਂ ਨੂੰ ਕਹੋ ਕਿ ਨਹੀਂ ਇਹ ਮੇਰੇ ਲਈ ਨਹੀਂ ਹੈਗਾ, ਇਕੱਲਾ ਤੇਰੇ ਲਈ ਆ, ਹੈਨਾ, ਫਿਰ ਉਹਨਾਂ ਜਿਹੜਾ ਤੁਹਾਡਾ ਸਾਈਕਲ ਆ ਉਹ ਟੁੱਟ ਜਾਂਦਾ ਹੈ। ਪਰ ਜੇ ਤੁਸੀਂ ਇਹ ਕਰੋ, ਠੀਕ ਆ, ਮੈਂ ਵੀ ਹੁਣ ਥੋੜਾ ਜਿਹਾ ਉੱਚੇ ਟੋਨ ਨਾਲ ਗੱਲ ਕੀਤੀ ਆ, ਮੈਨੂੰ ਇੰਨੇ ਉੱਚੇ ਟੋਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਆ, ਮੈਂ ਵੀ ਚਲੋ 5 ਮਿੰਟ ਜਾ ਕੇ ਸਿਮਰਨ ਕਰ ਲੈਣਾ। ਫਿਰ ਬੱਚੇ ਨੂੰ ਹੋ ਜਾਂਦਾ ਕਿ ਹਾਂ ਮੰਮੀ ਡੈਡੀ ਵੀ ਕਰਦੇ ਆ, ਮੈਨੂੰ ਵੀ ਕਰਨਾ ਚਾਹੀਦਾ ਆ। ਇਹ ਤੁਸੀਂ ਸ਼ੁਰੂ ਕਰ ਲਓ। ਇਹ ਮੈਂ ਆਪਣੇ ਡਾਟਰ ਨਾਲ ਸ਼ੁਰੂ ਕੀਤਾ ਸੀ when she was about 1 year old, ਹਨਾ। by the time ਉਹ 3 ਸਾਲਾਂ ਦੀ ਸੀਗੀ, ਮੈਨੂੰ ਕਈ ਵਾਰੀ ਮੈਂ ਦੇਖਣਾ ਕਿ ਕੋਮਲ ਕਿੱਥੇ ਆ, ਮੈਨੂੰ ਲੱਭਦੀ ਹੀ ਨਹੀਂ ਹੁੰਦੀ। ਮੈਂ ਕਈ ਵਾਰੀ ਬੈਡਰੂਮ 'ਚ ਦੇਖਣਾ, ਕੋਰਨਰ 'ਚ ਬੈਠੀ ਹੁੰਦੀ ਸੀ ਸਿਮਰਨ ਕਰਦੀ। ਸੋ ਬੇਸਿਕਲੀ ਮੈਨੂੰ ਫਿਰ ਪਤਾ ਲੱਗ ਗਿਆ ਕਿ ਉਹਨੂੰ ਇਹਦੀ ਵੈਲਿਊ ਹੁਣ ਪਤਾ ਲੱਗ ਗਿਆ। Now, if you want your children, ਜੇ ਤੁਸੀਂ ਚਾਹੁੰਦੇ ਕਿ ਤੁਹਾਡੇ children academically ਜਾਂ ਸਪੋਰਟਸ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਸਟਰੋਂਗ ਹੋਣ, ਸਿਮਰਨ ਉਹਨਾਂ ਦੇ ਵਿੱਚ ਯੰਗ ਏਜ ਦੇ ਵਿੱਚ ਸ਼ੁਰੂ ਕਰ ਲਓ। ਫਿਰ ਕੀ ਹੁੰਦਾ ਆ ਕਿ ਐਵਰੀ ਟਾਈਮ ਤੁਹਾਡੇ ਬੱਚੇ ਐਂਗਰੀ ਆ, ਉਹਨਾਂ ਨੂੰ ਪਤਾ ਆ ਕਿ ਮੇਰਾ ਐਂਗਰ ਦਾ ਸੋਲੂਸ਼ਨ ਇਹ ਆ ਕਿ ਮੈਂ ਸਿਮਰਨ ਕਰਨਾ। ਜੇ ਤੁਹਾਡੇ ਬੱਚੇ ਰਾਤ ਨੂੰ ਹਨੇਰੇ ਤੋਂ ਡਰਦੇ ਆ, ਉਹਨਾਂ ਨੂੰ ਪਤਾ ਆ ਕਿ ਮੈਂ ਹੁਣ ਸਿਮਰਨ ਕਰਨਾ ਆ, ਹਨਾ। ਕਈ ਵਾਰੀ ਤੁਸੀਂ ਬੱਚਿਆਂ ਨਾਲ ਗੱਲ ਕਰਨੀ ਆ ਕਿ ਤੁਸੀਂ ਐਂਕਸ਼ੀਅਸ ਆ ਜਾਂ ਨਹੀਂ, ਜਦ ਤੁਸੀਂ ਕਿਸੇ ਚੀਜ਼ ਤੋਂ ਡਰਦੇ ਆ, ਤੁਸੀਂ ਉਹਨਾਂ ਨੂੰ ਕਹਿ ਦੇਣਾ ਕਿ ਮੈਂ ਸਿਮਰਨ ਕਰੀਏ, ਹੁਣ ਸਿਮਰਨ ਤੋਂ ਮਿਲ ਜਾਣਾ। ਹੁਣ ਜਦੋਂ ਮਾਈ ਚਿਲਡਰਨ when they got to 12-13, ਹੁਣ ਮੇਰਾ ਜਿਹੜਾ ਲੜਕਾ ਆ ਮਨਵੀਰ ਸਿੰਘ, ਉਹ ਹਾਈ ਲੈਵਲ ਤੇ ਫੁੱਟਬਾਲ ਖੇਲਦਾ, ਜਿਹੜਾ ਤੁਸੀਂ ਆਸਟ੍ਰੇਲੀਆ 'ਚ ਮੈਨੂੰ ਲੱਗਦਾ ਸੌਕਰ ਕਹਿੰਦੇ ਆ, ਉਹ ਅਕੈਡਮੀ ਟੀਮ 'ਚ ਆ। ਮੇਰੀ ਡਾਟਰ ਸ਼ੀ ਇਜ਼ ਡੂਇੰਗ ਵੈਰੀ ਵੈਲ ਐਕੈਡੈਮਿਕਲੀ, ਹਨਾ, ਐਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੀ ਆ। ਹੁਣ ਮੈਨੂੰ ਉਹਨਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਪਤਾ ਆ। ਹੁਣ ਮਨਵੀਰ ਨੂੰ ਪਤਾ ਮੇਰਾ ਵੱਡਾ ਮੈਚ ਆ ਰਿਹਾ, ਉਹਨੂੰ ਪਤਾ ਮੈਂ ਨਰਵਸ ਨਹੀਂ ਹੋਣਾ, ਬਿਕਾਜ਼ ਮੈਂ ਮੈਚ ਤੋਂ ਪਹਿਲਾਂ ਮੈਂ ਆਪਣਾ ਸਿਮਰਨ ਕਰਨਾ, ਅਰਦਾਸ ਕਰਨੀ ਹੈ, ਮੇਰਾ ਸਾਰਾ ਕੁਛ ਠੀਕ ਹੋ ਜਾਣਾ, ਹਨਾ। ਡਾਟਰ ਵੀ ਉਹਨੇ ਕੋਈ ਚੀਜ਼ ਕਰਨੀ, ਉਹਨੂੰ ਪਤਾ ਹੈ ਮੈਂ ਆਪੇ ਸਿਮਰਨ ਕਰਕੇ ਸਾਰਾ ਕੁਛ ਠੀਕ ਕਰ ਲੈਣਾ, ਬਿਕਾਜ਼ ਉਹਨਾਂ ਨੂੰ ਹੁਣ 10 ਸਾਲ ਹੋ ਗਏ ਇਹਦਾ ਸਿਮਰਨ ਕਰਦੇ ਹਨ। So what gift have you given your child? The gift you've given your child is the gift of ਸਿਮਰਨ। ਜਿੰਨੀ ਮਰਜ਼ੀ ਤੁਸੀਂ ਕੱਪੜੇ ਦੇ ਦਿਓ, ਮੋਬਾਈਲ ਫੋਨਸ ਦੇ ਦਿਓ, ਹੋਰ ਕੋਈ ਵੀ ਚੀਜ਼ ਦੇ ਦਿਓ, ਹਨਾ, ਉਹਨਾਂ ਦੀ ਇੰਨੀ ਵੈਲਿਊ ਨਹੀਂ ਹੈਗੀ ਜਿੰਨੀ ਤੁਹਾਨੂੰ ਜਿਹੜੀ ਤੁਸੀਂ ਇੱਕ ਸਿਮਰਨ ਦਿੱਤਾ ਬੱਚਿਆਂ ਨੂੰ।
ਤੁਸੀਂ ਬੱਚਿਆਂ ਨੂੰ ਇਹ ਵੀ ਸਿਖਾਲਤਾ ਕਿ ਸਿਮਰਨ ਕਿੱਦਾਂ ਕਰਨਾ ਆ, ਕਿ ਆਪਣੇ ਇਮੋਸ਼ਨਸ ਨੂੰ ਕਿੱਦਾਂ ਕੰਟਰੋਲ ਕਰਨਾ ਆ, ਆਪਣਾ ਇਹ ਪਤਾ ਵਾਹਿਗੁਰੂ ਨਾਲ ਕਿੱਦਾਂ ਤੁਸੀਂ ਰਿਲੇਸ਼ਨਸ਼ਿਪ ਬਣਾਉਣਾ ਆ। ਹੁਣ ਮੈਂ ਕਈ ਵਾਰੀ ਮੈਂ ਆਪਣੀ ਡਾਟਰ ਨੂੰ ਕਿਹਾ, ਹੁਣ ਕਈ ਬੱਚੇ ਚੀਜ਼ਾਂ ਤੁਹਾਡੇ ਬੱਚੇ ਸਾਨੂੰ ਦੱਸਦੇ ਨਹੀਂ ਹੈਗੇ। ਹੁਣ ਇੱਕ ਵਾਰੀ ਮੇਰੀ ਡਾਟਰ ਨੇ ਮੈਨੂੰ ਕਿਹਾ ਸੀਗਾ, ਉਦੋਂ 8 ਸਾਲਾਂ ਦੀ ਸੀ, ਉਹ ਕਹਿੰਦੀ ਸੀ ਉਹ ਪ੍ਰਾਈਵੇਟ ਸਕੂਲ ਜਾਂਦੀ, ਉੱਥੇ ਮੁੰਡਿਆਂ ਦਾ ਸਕੂਲ ਸੈਪਰੇਟ ਆ, ਕੁੜੀਆਂ ਦਾ ਸਕੂਲ ਸੈਪਰੇਟ ਆ। ਉਹਨੇ ਮੈਨੂੰ ਸਾਲ 1.5 ਸਾਲ ਬਾਅਦ ਚ ਦੱਸਿਆ, ਉਹ ਮੈਨੂੰ ਕਹਿੰਦੀ ਸੀ ਇੱਕ ਮੁੰਡਾ ਮੈਨੂੰ ਛੇੜਦਾ ਸੀ ਮੇਰੇ ਦਸਤਾਰ ਕਰਕੇ, ਕਿਉਂਕਿ ਉਹ ਕੱਲੀ ਕੁੜੀ ਆ ਸਾਰੇ ਸਕੂਲ ਚ, ਇਹਦੇ ਕੋਲ ਦਸਤਾਰ ਆ। ਉਹ ਕਹਿੰਦੀ ਸੀ ਮੈਂ ਕੀ ਕੀਤਾ, ਮੈਂ ਉਹਦੇ ਬਾਂਹ ਫੜ ਕੇ ਮੈਂ ਉਹਨੂੰ ਢਾ ਲਿਆ ਤੇ ਉਹਦਾ ਸਿਰ ਕੰਧ ਨਾਲ ਰਗੜਤਾ, ਹਨਾ। ਮੈਂ ਕਿਹਾ ਤੂੰ ਮੈਨੂੰ ਆ ਕੇ ਦੱਸ ਦਿੰਦੀ। ਉਹ ਕਹਿੰਦੀ ਦੱਸਣ ਦੀ ਲੋੜ ਨਹੀਂ ਹੈਗੀ, ਮੈਂ ਵਾਹਿਗੁਰੂ ਨੂੰ ਦੱਸਦਾ ਸੀਗਾ। And this is the thing, your children become self-sufficient. So ਇਹ ਸਾਨੂੰ ਇਹ ਪਤਾ ਲੱਗ ਗਿਆ, ਜੇ ਕੱਲ ਨੂੰ ਅਸੀਂ ਉੱਥੇ ਹੈ ਨਹੀਂ ਗਏ, ਸ਼ਾਇਦ ਅਸੀਂ ਚੜ੍ਹਾਈ ਕਰ ਗਏ ਜਾਂ ਅਸੀਂ ਹੋਰ ਕਿਤੇ ਬਾਹਰ ਗਏ ਹੋਣ ਜਾਂ ਜੋ ਵੀ ਹੈਗਾ ਆ, ਸਾਡੇ ਬੱਚਿਆਂ ਨੂੰ ਇਹ ਪਤਾ ਹੈ ਕਿ ਉਹਨਾਂ ਗੁਰੂ ਗੋਬਿੰਦ ਸਿੰਘ ਹੈਗਾ ਆ ਜਾਂ ਮਾਤਾ ਸਾਹਿਬ ਕੌਰ ਹੈਗੀ ਆ। This is the greatest gift, ਹੈ ਨਾ। ਅਤੇ ਯੰਗ ਏਜ ਤੋਂ ਆਪਣੇ ਬੱਚਿਆਂ ਨੂੰ ਦੇਣ ਨਾਪੋ। ਸੋ ਸਾਰੀਆਂ ਚੀਜ਼ਾਂ ਕਿਹੜੀ ਸਿੱਖੀ ਆ, ਇਹ ਗੱਲਾਂ ਬਾਤਾਂ ਨਹੀਂ ਹੈਗੀਆਂ, ਇਹ ਪ੍ਰੈਕਟੀਕਲ ਆ, ਇਹਨੂੰ ਪ੍ਰੈਕਟੀਕਲ ਬਣਾਓ। ਜਿਹੜੀ ਸਿੱਖੀ ਇਹ ਨਹੀਂ ਕਿ ਸੰਤ ਬਾਬਿਆਂ ਨੇ ਆਹ ਕਹਿਤਾ, ਆਹ ਬਾਬੇ ਨੇ ਆਹ ਕਹਿਤਾ, ਪੰਥ ਦੇ ਵਿੱਚ ਆਹ ਹੋ ਗਿਆ ਆ, ਇਹ ਚੀਜ਼ਾਂ ਹਨਾ ਆ ਜਾਣੀਆਂ ਚਲ ਜਾਣੀਆਂ। ਜਿਹੜੀਆਂ ਚੀਜ਼ਾਂ ਤੁਸੀਂ ਬੱਚਿਆਂ ਨਾਲ ਕਰਦੇ ਆ ਹਨਾ, ਉਹ ਤੁਹਾਡੀ ਫੈਮਿਲੀ 'ਚ ਰਹਿਣੀਆਂ ਆ। ਸੋ ਫਰਮ ਅ ਯੰਗ ਏਜ make your children self-sufficient with ਵਾਹਿਗੁਰੂ and ਗੁਰੂ ਮਹਾਰਾਜ। ਉਹਨਾਂ ਨੂੰ ਸਿਖਾ ਲਓ ਕਿ ਉਹਨਾਂ ਦੀ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸਕਦੀਆਂ ਗੁਰਬਾਣੀ ਤੇ ਵਾਹਿਗੁਰੂ ਨਾਲ। ਸੋ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਅਬਾਊਟ ਮੈਂਟਲ ਹੈਲਥ, ਹੈ ਨਾ। ਸੋ ਜਿਹੜਾ ਮੈਂਟਲ ਹੈਲਥ ਹੁੰਦਾ ਹੈ ਨਾ, ਇੱਕ ਜਿਹੜਾ ਵਰਲਡ ਵਾਰ 2 ਦਾ ਕਿਹੜਾ ਜਨਰੇਸ਼ਨ ਆ, ਉਹਨੂੰ ਕਹਿੰਦੇ ਹੁੰਦੇ ਦ ਗੋਲਡਨ ਜਨਰੇਸ਼ਨ, ਹੈ ਨਾ। ਬਿਕਾਜ਼ ਉਹ ਜਿਹੜੇ ਨੌਜਵਾਨ ਸੀਗੇ ਉਹ 16 years ਤੇ ਹੁੰਦੇ ਸੀ। ਹੁਣ ਤੁਸੀਂ ਦੇਖੋ ਤੁਹਾਡੇ ਜਿਹੜੇ ਬੱਚੇ 16 years ਦੇ ਆ, ਉਹ ਤਾਂ ਮਸੀ ਐਗਜ਼ਾਮਸ ਕਰਦੇ ਆ। ਉਹ 16 years ਦੀ ਏਜ ਤੇ ਉਹ ਵੋਰ ਤੇ ਚਲ ਗਏ ਸੀ। ਇੰਗਲੈਂਡ ਵਾਲੇ, ਆਸਟ੍ਰੇਲੀਆ ਵਾਲੇ, ਕੈਨੇਡਾ ਵਾਲੇ ਤੇ ਪੰਜਾਬ ਵਾਲੇ ਵੀ ਸੀ, ਜਿਹੜੇ ਪਿੰਡਾਂ ਦੇ ਵਿੱਚੋਂ। ਬਾਈ ਦੀ ਏਜ ਆਫ 20 ਉਹ ਵਾਪਸ ਆ ਗਏ ਸੀ, ਕਿ 4 ਸਾਲਾਂ ਦਾ ਟੂਰ ਹੁੰਦਾ ਹੈ, ਹਨਾ। 4 ਸਾਲਾਂ ਦਾ ਟੂਰ ਆ, ਜੇ ਉਹ ਬਚ ਗਏ ਤਾਂ ਵਾਪਸ ਆ ਗਏ। ਕਈਆਂ ਦੀ ਲੱਤਾਂ ਨਹੀਂ ਸੀਗੀਆਂ, ਕਈਆਂ ਦੀ ਬਾਹਾਂ ਨਹੀਂ ਸੀਗੀਆਂ, ਕਈਆਂ ਨੇ ਦੇਖਿਆ ਕਿ ਮੇਰੇ ਫਰੈਂਡ ਏਦਾਂ ਮਰ ਗਏ। ਉਹ ਜਦੋਂ 20 years ਤੇ ਵਾਪਸ ਆ ਗਏ, ਉਹ ਫੇਰ ਵੀ ਉਹਨਾਂ ਨੇ ਫੈਮਲੀਆਂ ਰੱਖ ਲਈਆਂ, ਬਿਜ਼ਨਸ ਸੈਟਅਪ ਕਰ ਲਏ, ਸਕਸੈਸਫੁਲ ਲਾਈਵਸ ਬਣਾ ਲਏ, ਤਾਂ ਹੀ ਉਹਨਾਂ ਨੂੰ ਗੋਲਡਨ ਜਨਰੇਸ਼ਨ ਕਹਿੰਦੇ ਆ। ਪਰ ਉਹਨਾਂ ਨੇ ਯੰਗ ਏਜ ਦੇ ਵਿੱਚ ਇੰਨਾ ਟਰੋਮਾ ਦੇਖਿਆ ਸੀਗਾ, ਹਨਾ, ਇੰਨੀਆਂ ਚੀਜ਼ਾਂ ਦੇਖੀਆਂ ਸੀਗੀਆਂ, ਪਰ ਫੇਰ ਵੀ ਮੈਂਟਲੀ ਇੰਨੇ ਅਫੈਕਟ ਨਹੀਂ ਹੋਏ। ਪਰ ਸਾਡੇ ਜਿਹੜੇ ਬੱਚੇ ਆ, ਇੰਸਟਾਗ੍ਰਾਮ ਕਰਕੇ, ਫੇਸਬੁੱਕ ਕਰਕੇ, ਐਕਸਬੁੱਕਸ ਕਰਕੇ, ਉਹਨਾਂ ਦਾ ਇੰਨਾ ਹਾਈ ਲੈਵਲ ਤੋਂ ਮੈਂਟਲ ਹੈਲਥ ਹੋ ਜਾਂਦਾ ਹੈ। ਸੋ ਇਹਦੇ ਬਾਰੇ ਤੁਹਾਨੂੰ ਸੋਚਣ ਦੀ ਲੋੜ ਆ। ਜੇ ਗਾਂ ਤਾਂ ਕੋਈ ਸਮਾਂ ਹੋਵੇ, ਮੈਂ ਇਹ ਚੀਜ਼ ਦਾ ਸਪੈਸ਼ਲ ਤੁਹਾਡੇ ਨਾਲ ਕਰ ਸਕਦਾ ਹਾਂ, ਦੀ ਇਫੈਕਟਸ ਆਫ ਟੈਕਨੋਲੋਜੀ ਔਨ ਚਿਲਡਰਨ, ਬਿਕਾਜ਼ ਇਹ ਬਹੁਤ ਡੂੰਘਾ ਇਹ ਚੀਜ਼ ਬਾਰੇ ਸੋਚਣ ਦੀ ਲੋੜ ਆ। ਐਂਡ ਲਾਸਟਲੀ, ਜਿੱਦਾਂ ਇੱਕ ਵੀਰ ਜੀ ਜਾਂ ਭੈਣ ਜੀ ਨੇ ਕਮੈਂਟ ਕੀਤਾ ਹੈ, ਆਈ ਵਰਕ ਵਿਦ ਪੀਪਲ ਵਿਦ ਡਿਮੈਂਸ਼ੀਆ, ਹੈ ਨਾ, ਜਿਹੜੇ ਮੈਂਟਲ ਹੈਲਥ ਦੀ ਹੁੰਦੀਆਂ ਆ ਬਜ਼ੁਰਗਾਂ ਦੀ। ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਡਿਮੈਂਸ਼ੀਆ ਨੂੰ ਤੁਹਾਡੀ ਲਾਈਫ ਦੇ ਵਿੱਚ ਲਿਆਉਂਦੀ ਆ, ਇਸ ਸਾਇਲੈਂਸ। ਜਿਹੜੀਆਂ ਆਪਣੀ ਹੁਣ ਫੈਮਿਲੀ ਬ੍ਰੇਕਡਾਊਨਸ ਹੋ ਰਹੀਆਂ, ਬਿਕਾਜ਼ ਗੋਰੀਆਂ ਦੀ ਕਾਪੀ ਕਰਨਾ ਪਏ ਕਿ ਬੱਚਿਆਂ ਨੇ ਵੱਖਰੇ ਰਹਿਣ, ਮਾਪੇ ਵੱਖਰੇ ਰਹਿਣ, ਵਿਆਹ ਤੋਂ ਬਾਅਦ ਵੱਖਰਾ ਘਰ ਲੈ ਲਓ ਨਿਆਣੇ ਵਾਲੀ, ਇਹ ਸਾਰੀਆਂ ਚੀਜ਼ਾਂ ਦਾ ਨੈਗੇਟਿਵ ਅਸਰ ਹੋ ਰਿਹਾ ਆਪਣੀ ਕਮਿਊਨਿਟੀ ਦੇ ਉੱਤੇ। ਬਿਕਾਜ਼ ਜੇ ਤੁਸੀਂ ਲੰਬਾ ਚਿਰ ਸਾਇਲੈਂਸ ਦੇ ਵਿੱਚ ਰਹੋ, ਉਹਦੇ ਨਾਲ ਤੁਹਾਡੇ ਮੈਂਟਲ ਹੈਲਥ ਪ੍ਰੋਬਲਮ ਜ਼ਿਆਦਾ ਹੁੰਦੀਆਂ। ਹੁਣ ਸਾਨੂੰ ਪਤਾ ਇੰਗਲੈਂਡ ਦੇ ਵਿੱਚ ਸਾਡੇ ਕੋਲ ਇੱਥੇ ਅਪਾਰਟਮੈਂਟ ਜ਼ਿਆਦਾ ਬਣਦੇ ਆ, ਘਰ ਘੱਟ ਬਣਦੇ ਆ। ਇਹਦਾ ਮਤਲਬ ਕੀ ਆ ਕਿ ਸੋਸਾਇਟੀ ਦੇ ਵਿੱਚ ਇੰਨੀ ਬ੍ਰੇਕਡਾਊਨ ਹੋ ਰਹੀ ਆ ਕਿ ਲੋਕ ਇਕੱਲਾ ਹੀ ਰਹਿਣ ਲੱਪੇ, ਲੋਕਾਂ ਦੇ ਡਿਵੋਰਸਾਂ ਹੋ ਗਏ, ਹੋਰ ਚੀਜ਼ਾਂ ਹੋ ਗਏ, ਇਕੱਲਾ ਹੀ ਰਹਿਣ ਲੱਪੇ। ਫਿਰ ਉਹਦੇ ਨਾਲ ਕੀ ਹੁੰਦਾ, ਮੈਂਟਲ ਹੈਲਥ ਇਨਕਰੀਜ਼ ਹੋ ਰਹੀ ਆ, ਬਿਕਾਜ਼ ਲੋਨਲੀਨੈਸ। ਗੁਰਸਿੱਖ ਵਿੱਚ ਇਦਾਂ ਦੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਬਿਕਾਜ਼ ਇੱਕ ਤਾਂ ਉਹਨੂੰ ਫੈਮਿਲੀ ਪਿਆਰ ਨਾਲ ਰਹਿਣੀ ਚਾਹੀਦੀ ਹੈ, ਪਰ ਦੂਸਰੀ ਚੀਜ਼ ਆ ਉਹਦੇ ਕੋਲ ਹਮੇਸ਼ਾ ਵਾਹਿਗੁਰੂ ਆ। ਜੇ ਉਹ ਸਿਮਰਨ ਕਰਦਾ ਹੋਵੇ, ਉਹ ਲੋਨਲੀ ਤਾਂ ਕਦੀ ਹੋ ਹੀ ਨਹੀਂ ਸਕਦਾ। ਸੋ ਪਰ ਉਹ ਤਾਂ ਹੀ ਹੋਵੇ ਜੇ ਅਸੀਂ ਪ੍ਰੈਕਟੀਕਲੀ ਕਰਦੇ ਹਾਂ। ਜੇ ਅਸੀਂ ਪ੍ਰੈਕਟੀਕਲੀ ਨਹੀਂ ਕਰਦੇ ਤਾਂ ਫਿਰ ਲੋਨਲੀਨੈਸ ਆ ਜਾਣੀ ਆ। ਹੁਣ ਇੱਕ ਹੋਰ ਚੀਜ਼ ਆ, ਅਸੀਂ ਯੂਕੇ ਦੇ ਵਿੱਚ ਕਾਫੀ ਵੱਡੀ ਲੈਵਲ ਤੇ, ਇੱਥੇ ਖਾਸ ਕਰਕੇ ਨੌਰਥ ਦੇ ਵਿੱਚ ਇੱਕ ਸੁਸਾਇਟੀ ਬਣਾਈ ਆ ਬੀਬੀਆਂ ਦੀ, ਬਿਕਾਜ਼ ਖਾਸ ਕਰਕੇ ਜਿਹੜੀ ਬੀਬੀਆਂ ਇੰਡੀਆ ਤੋਂ ਆਈਆਂ,
ਉਹਨਾਂ ਨੂੰ ਇੱਕ ਸਪੋਰਟ ਸਟਰਕਚਰ ਚਾਹੀਦਾ ਆ। ਹੁਣ ਸਾਡੇ ਲੋਕਲ ਗੁਰਦੁਆਰੇ ਹੁਣ ਤਕਰੀਬਨ 15-16 ਬੀਬੀਆਂ ਆ, ਉਹ ਪਹਿਲਾਂ ਏਦਾਂ ਲੋਨਲੀ ਸੀਗੀਆਂ ਘਰ ਦੇ ਵਿੱਚ, ਬਿਕਾਜ਼ ਨਵੇਂ ਫੈਮਿਲੀ 'ਚ ਆਏ ਆ, ਸਹੁਰੇ ਫੈਮਿਲੀ 'ਚ ਆਏ ਆ ਐਕਸੈਟਰਾ। ਪਰ ਫਿਰ ਬਾਅਦ 'ਚ ਜਦੋਂ ਅਸੀਂ ਉਹਨਾਂ ਦਾ ਗਰੁੱਪ ਬਣਾਤਾ, ਉਹ ਹੁਣ ਸਾਡੇ ਗੁਰਦੁਆਰੇ ਸਭ ਤੋਂ ਪਾਵਰਫੁਲ ਗਰੁੱਪ ਆ। ਸਾਰੇ ਬੱਚਿਆਂ ਦੇ ਕੈਂਪ ਉਹ ਅਰੇਂਜ ਕਰਦੀਆਂ ਆ, ਜਿਹੜੇ ਉਹ ਇਵੈਂਟਸ ਉਹ ਅਰੇਂਜ ਕਰਦੀਆਂ ਆ, ਇੱਕ ਦੂਜੇ ਨਾਲ ਹੱਸਣਾ ਖੇਲਣਾ, ਇੱਕ ਦੂਜੇ ਨਾਲ ਸਾਰੀਆਂ ਚੀਜ਼ਾਂ ਕਰਕੇ ਉਹ ਉਹਨਾਂ ਨੇ ਸਪੋਰਟ ਸਟਰਕਚਰ ਬਣਾ ਲਿਆ ਇੱਕ ਦੂਜੇ ਲਈ। ਸਾਰੇ ਪੰਜਾਬ ਤੋਂ ਆਈਆਂ ਸੀ, ਕਈਆਂ ਦਾ ਨਹੀਂ ਕਾਨਫੀਡੈਂਸ ਸੀਗਾ, ਕਈਆਂ ਦਾ ਕਾਨਫੀਡੈਂਸ ਸੀਗਾ, ਤੇ ਉਹ ਪਰ ਰਲ ਕੇ ਇੱਕ ਦੂਜੇ ਨੂੰ ਹੈਲਪ ਕਰਨ ਪਈਆਂ। ਸੋ ਯੂ ਗੋਟ ਥਿੰਕ ਆਲਸੋ ਕਿ ਤੁਸੀਂ ਇਦਾਂ ਦੇ ਸਪੋਰਟ ਸਟਰਕਚਰਸ ਕਿੱਦਾਂ ਬਣਾਉਣੇ ਆ। ਸੋ how are we doing for time, Virji? You're going to have to keep telling me. So that was tip number 1. So tip number 1 is realizing ਤੁਹਾਡੀ ਕਿਹੜੀ parenting style has to change ਜਦੋਂ ਤੁਸੀਂ ਬਾਹਰ ਰਹਿੰਦੇ ਆ। And tip number 2 is basically ਤੁਹਾਡੇ ਇਹ ਸੋਚੋ ਕਿ ਸਭ ਤੋਂ ਵਧੀਆ ਗਿਫਟ ਤੁਸੀਂ ਕੀ ਦੇਣੀ ਆਪਣੇ ਬੱਚਿਆਂ ਨੂੰ। In my mind ਇਹ ਆ ਕਿ ਬੱਚਿਆਂ ਨੂੰ ਇਹ ਸਿਖਾ ਲਓ ਕਿ ਕੋਈ ਵੀ ਉਹਨਾਂ ਦੀ ਲਾਈਫ ਦੀ ਸਿਚੁਏਸ਼ਨ ਆ ਜਾਂ ਪ੍ਰੋਬਲਮ ਆ, ਉਹ ਵਾਹਿਗੁਰੂ ਨਾਲ ਸੋਲਵ ਕਰ ਸਕਦੇ ਆ ਜਾਂ ਗੁਰਬਾਣੀ ਨਾਲ ਸੋਲਵ ਕਰ ਸਕਦੇ ਆ। ਬੱਚਿਆਂ ਨੂੰ ਇਹ ਚੀਜ਼ ਪ੍ਰੂਵ ਕਰ ਦੋ, ਬੱਚਿਆਂ ਨੇ ਇਹਦੇ ਨਾਲ ਉਹਨਾਂ ਨੇ ਖੁਸ਼ ਹੋ ਜਾਣਾ। ਓਕੇ, ਨੈਕਸਟ ਥਿੰਗ, ਯੰਗ ਬੱਚਿਆਂ ਲਈ ਅੰਡਰਸਟੈਂਡ ਦ ਬੈਨੀਫਿਟਸ ਆਫ ਡੀਪ ਪਲੇ। ਇਹ ਬਹੁਤ ਇੰਪੋਰਟੈਂਟ ਕਨਸੈਪਟ ਆ। ਔਰ ਮੈਂ ਗਲਤੀ ਕੀਤੀ ਸੀ ਵਿਦ ਵਨ ਆਫ ਮਾਈ ਚਿਲਡਰਨ। ਉਦੋਂ ਵਰਲਡ ਕੱਪ ਹੋ ਰਿਹਾ ਸੀਗਾ, ਅਤੇ ਵਰਲਡ ਕੱਪ ਦੇ ਵਿੱਚ ਸਾਰੇ ਵੱਡੇ ਟੈਲੀ ਲੈ ਲੈਂਦੇ ਆ, ਬਿਕਾਜ਼ ਸਾਰੇ ਅਸੀਂ ਫੁੱਟਬਾਲ ਦੇ ਫੈਨ ਆ। ਜਦੋਂ ਉਹ ਮੈਂ ਸੈਮਸੰਗ ਵਾਲਿਆਂ ਨੇ ਕੀ ਕੀਤਾ ਸੀ ਉਸ ਟਾਈਮ ਤੇ, ਜਦੋਂ ਸਾਊਥ ਅਫਰੀਕਾ 'ਚ ਵਰਲਡ ਕੱਪ ਚੱਲ ਰਿਹਾ ਸੀ, ਉਹ ਕਹਿੰਦੇ ਜੇ ਤੁਸੀਂ ਸੈਮਸੰਗ ਦਾ ਵੱਡਾ ਟੈਲੀ ਲਓ ਅਸੀਂ ਤੁਹਾਨੂੰ ਫ੍ਰੀ ਟੈਬਲੇਟਾਂ ਨਾਲ ਦੇ ਦੇਣੀਆਂ। ਮੈਂ ਕਿਹਾ ਚੰਗੇ ਬੰਦੇ ਆ ਸੈਮਸੰਗ ਵਾਲੇ, ਹੈ ਨਾ, ਸਾਨੂੰ ਟੈਬਲੇਟਾਂ ਵੀ ਦੇਤੀਆਂ। ਚਲੋ ਮੈਂ ਨਿਆਣਿਆਂ ਨੂੰ ਦੇਤੀਆਂ। ਮੈਂ ਕਿਹਾ ਚਲੋ ਇਹ ਉੱਥੇ ਆਪਣਾ ਮੈਥਸ ਜਾਂ ਕੁਛ ਕਰ ਲੂਗੇ, ਹੈ ਨਾ। ਕੀ ਹੋਇਆ, ਮੈਂ ਦੇਖਿਆ ਕਿ ਜਿਹੜੇ ਮੇਰੇ ਦੂਏ ਬੱਚੇ ਆ ਦੇ ਮੋਰ ਸ਼ਾਰਪ, ਆ ਬੱਚਾ ਇੰਨਾ ਸ਼ਾਰਪ ਨਹੀਂ ਹੈਗਾ। ਫਿਰ ਮੈਂ ਥੋੜ੍ਹਾ ਜਿਹਾ ਇਸ ਚੀਜ਼ ਤੇ ਰਿਸਰਚ ਕਰਨਾ ਪਿਆ, ਫਿਰ ਮੈਨੂੰ ਅੰਡਰਸਟੈਂਡ ਹੋ ਗਿਆ ਕਿ ਡੀਪ ਪਲੇ ਕੀ ਚੀਜ਼ ਹੈ। ਸੋ ਡੀਪ ਪਲੇ ਇਹ ਹੁੰਦਾ ਆ ਕਿ ਯੰਗ ਏਜ ਦੇ ਵਿੱਚ ਤੁਹਾਡਾ ਬੱਚਾ ਉਹਨੇ ਆਪਣੀ ਇਮੈਜੀਨੇਸ਼ਨ ਬਣਾਉਣੀ ਆ। ਜੇ ਤੁਸੀਂ ਯੰਗ ਏਜ ਦੇ ਵਿੱਚ ਨਿਆਣਿਆਂ ਨੂੰ ਫੋਨਾਂ ਦੇ ਦਿਓ, ਟੈਬਲੇਟਾਂ ਦੇ ਦਿਓ, ਸਾਰਾ ਕੁਛ ਦੇ ਦਿਓ, ਉਹਨਾਂ ਦੀ ਇਮੈਜੀਨੇਸ਼ਨ ਇਵੋਲਵ ਨਹੀਂ ਹੁੰਦੀ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਤੁਸੀਂ ਬੱਚੇ ਨੂੰ ਖੇਲ ਦੇ ਦਿਓ। ਕਈ ਵਾਰੀ ਬੱਚੇ ਨੇ ਹੈ ਨਾ ਬਾਕਸਿੰਗ ਨਾਲ ਜ਼ਿਆਦਾ ਖੇਲਣਾ ਆ, ਖੇਲਣਾ ਘੱਟ ਖੇਲਣਾ ਹੈ। ਸੋ ਬੱਚਾ ਕਈ ਵਾਰੀ ਬਾਕਸਿੰਗ ਨੂੰ ਉਹ ਦੇਖਦਾ ਆ ਕਿ ਉਹ ਕੀ ਕਰਦਾ ਆ ਕਿ ਬੱਚਾ ਨੇ ਬਾਕਸ ਦੇ ਵਿੱਚ ਬੈਠ ਕੇ ਉਹਨੂੰ ਕਦੀ ਸ਼ਿਪ ਬਣਾ ਲੈਣਾ ਕਿ ਮੈਂ ਸ਼ਿਪ ਦੇ ਵਿੱਚ ਆ, ਮੈਂ ਸਮੁੰਦਰ ਦੇ ਵਿੱਚ ਪਾਇਲਟ ਬਣਿਆ ਆ, ਮੈਂ ਆਹ ਚੀਜ਼ ਆ। ਤੁਸੀਂ ਬੱਚੇ ਨੂੰ ਪਤੀਲੇ ਦੇ ਦਿਓ, ਉਹਨੇ ਤਬਲਾ ਬਣਾ ਲੈਣਾ ਆ। ਇਹਨੂੰ ਕਹਿੰਦੇ ਡੀਪ ਪਲੇ, ਕਿ ਬੱਚੇ ਨੇ ਇਮੈਜੀਨੇਸ਼ਨ ਵਰਤ ਕੇ ਉਹ ਇੱਕ ਹੋਰ ਚੀਜ਼ ਬਣਾ ਲਈ ਉਹਨੇ, ਉਹ ਚੀਜ਼ ਦੀ ਇਨਵਾਇਰਨਮੈਂਟ ਦੀ। ਇਹ ਬਹੁਤ ਹੈਲਥੀ ਆ ਬੱਚੇ ਲਈ। ਜੇ ਤੁਸੀਂ ਬੱਚੇ ਨੂੰ ਟੈਬਲੇਟ ਦੇ ਦਿਓ ਯੰਗ ਏਜ, ਉਹਨੇ ਜਿਹੜੇ ਟੈਬਲੇਟ ਜਾਂ ਗੇਮ ਦੇ ਵਿੱਚ ਜਾਂ ਕਾਰਟੂਨ ਦਾ ਜਿਹੜਾ ਇਮੈਜੀਨੇਸ਼ਨ ਆ ਉਹ ਬੱਚੇ ਨੇ ਅਡੋਪਟ ਕਰ ਲੈਣਾ, ਉਹਨੇ ਆਪਣੀ ਇਮੈਜੀਨੇਸ਼ਨ ਨਹੀਂ ਬਣਾਉਣੀ। ਇਹਦੇ ਨਾਲ ਤੁਸੀਂ ਕੀ ਬੱਚੇ ਨੂੰ ਕਰ ਰਹੇ ਆ ਕਿ ਉਹਨਾਂ ਦਾ ਜਿਹੜਾ ਬ੍ਰੇਨ ਦਾ ਫੰਕਸ਼ਨ ਆ ਉਹਨੂੰ ਤੁਸੀਂ ਇਵੋਲਵ ਨਹੀਂ ਹੋਣ ਦੇ ਰਹੇ। ਸੋ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਤੁਸੀਂ ਬੱਚੇ ਨੂੰ ਨੇਚਰ ਦੇ ਵਿੱਚ ਲੈ ਜਾਓ, ਗਾਰਡਨ 'ਚ ਲੈ ਜਾਓ, ਉਹਨਾਂ ਨੇ ਫੁੱਲ ਛੇੜਨੇ ਆ, ਉਹਨੇ ਘਾਹ ਛੇੜਨਾ ਆ, ਉਹਨੇ ਸਿੱਖਣਾ ਆ ਕਿ ਆਹ ਕਲਰ ਆ ਜਾਂ ਆਹ ਟੈਕਸਚਰ ਆ, ਆਹ ਫ੍ਰੇਗਰੈਂਸ ਆ। ਉਹਨੇ ਸਕਰੀਨ ਤੋਂ ਫ੍ਰੇਗਰੈਂਸ ਤਾਂ ਸਿੱਖ ਨਹੀਂ ਸਕਦਾ ਬੱਚਾ, ਉਹ ਸਿਰਫ ਕਲਰ ਸਿੱਖ ਸਕਦਾ, ਉਹ ਟੈਕਸਚਰ ਤਾਂ ਸਿੱਖ ਨਹੀਂ ਸਕਦਾ ਕਿ ਟੈਕਸਚਰ ਕੀ ਚੀਜ਼ ਹੁੰਦੀ ਹੈ ਨਾ। ਸੋ ਬਹੁਤ ਸਾਰੇ ਕਿਹੜੇ ਆ ਜਨਰੇਸ਼ਨ ਆ ਪੇਰੈਂਟਸ, ਉਹ ਕੀ ਕਰਦੇ ਆ, ਬਿਕਾਜ਼ ਉਹਨਾਂ ਨੇ ਕੰਮ ਤੋਂ ਆਉਣਾ ਆ, ਉਹਨੇ ਟੈਲੀ ਦੇਖਣਾ ਆ, ਉਹਨਾਂ ਨੇ ਹੋਰ ਕੁਛ ਦੇਣਾ, ਉਹ ਕੀ ਦਿੰਦੇ ਬੱਚਿਆਂ ਨੂੰ ਐਕਸਬਾਕਸ ਦੇ ਦਿਓ, ਬੱਚਿਆਂ ਨੂੰ ਆਹ ਦੇ ਦਿਓ ਟੈਬਲੇਟਾਂ। ਫਿਰ ਬਾਅਦ 'ਚ ਕਹਿੰਦੇ ਆ ਬੱਚੇ ਉੱਠਦੇ ਨਹੀਂ ਹੈਗੇ। ਬਿਕਾਜ਼ ਮੈਂ ਉਹ ਜਿਹੜਾ ਟੋਕ ਆ ਇਨ ਟਰਮਸ ਟੈਕਨੋਲੋਜੀ, ਮੈਂ ਤੁਹਾਨੂੰ ਸਿਖਾ ਦਿੰਦਾ ਆ ਕਿ what they do, ਜਿਹੜੇ ਲੋਕ ਆ ਚੀਜ਼ਾਂ ਬਣਾਉਂਦੇ ਆ ਉਹ ਇੱਦਾਂ ਦੇ ਬਣਾਉਂਦੇ ਕਿ ਇੰਨੀ ਅਡਿਕਟਿਵ ਹੋਵੇ ਕਿ ਬੱਚਾ ਉੱਠੇ ਨਾ। ਹੁਣ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਕਈ YouTube ਤੇ ਕਾਰਟੂਨਸ ਆ, ਉਹਨਾਂ ਨੇ ਇੰਨੀ ਰਿਸਰਚ ਕੀਤੀ ਆ ਕਿ ਕਲਰ ਕਿੱਦਾਂ ਦੇ ਵਰਤਣੇ, ਟਿਊਨ ਕਿੱਦਾਂ ਦੀ ਵਰਤਣੀ, ਜਿਹੜੀ ਮਿਊਜ਼ੀਕਲ ਟਿਊਨ ਆ, ਕਿ ਬੱਚਾ ਇੰਨਾ ਫਿਕਸੇਟ ਹੋ ਜਾਵੇ ਤੇ ਮੈਂ ਉੱਠ ਨਾ ਸਕੇ। ਤਾਂ ਹੀ ਉਹਨਾਂ ਨੇ ਈਜ਼ੀ, ਉਹਦਾ ਬੱਚੇ ਨੇ ਇੱਕ ਥਾਂ ਬਹਿਣਾ ਨਹੀਂ ਹੈਗਾ, ਪਰ ਉਸ ਟਾਈਮ ਦੇ ਵਿੱਚ ਉਹਨਾਂ ਨੇ ਈਜ਼ੀ ਘੰਟਾ ਡੇਢ ਘੰਟਾ ਬਹਿ ਜਾਣਾ। ਈਵਨ ਐਜ਼ ਐਡਲਟਸ
when you have Facebook and Instagram, etc., they are designed, मैं whole topic थोड़े tangent पे जा रहे हैं, but they are designed to stimulate the frontal lobe of your brain. So in the frontal lobe of your brain, है ना, वो addiction ਹੁੰਦੀ है ना. So when Coca-Cola first got created, ਜਿਹੜਾ drink ਆ ਉਹਦੇ ਵਿੱਚ cocaine ਹੁੰਦੀ ਸੀ, ਤਾਂ ਉਹਦਾ name ਆ Coca-Cola. ਜਦੋਂ ਗਵਰਨਮੈਂਟਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਬੈਨ ਕਰਤਾ ਕਿ ਤੁਸੀਂ ਇਹਦੇ ਵਿੱਚ ਕੋਕੇਨ ਨਹੀਂ ਪਾ ਸਕਦੇ, ਹਨਾ. ਪਰ ਨਾ ਹਜੇ ਉੱਥੇ ਰਿਹਾ ਕਿ ਕੋਕ ਆ, ਹਨਾ. ਕੋਕੇਨ ਨਾਲ ਕੀ ਹੁੰਦਾ, ਜਿਹੜਾ ਚਿੱਟਾ ਕਹਿੰਦੇ ਹੁੰਦੇ ਪੰਜਾਬ ਚ ਵਿੱਚ, ਉਹ ਕੀ ਕਰਦਾ ਆ ਕਿ ਤੁਹਾਡੇ ਵਿੱਚ ਡੋਪਾਮੀਨ ਕ੍ਰੀਏਟ ਕਰਦਾ ਇਨ ਦ ਫਰੰਟਲ ਲੋਬ ਆਫ ਯੂਰ ਬ੍ਰੇਨ, ਹਨਾ. ਸੇਮ ਵਿਦ ਸਿਗਰਟਸ ਐਂਡ ਐਵਰੀਥਿੰਗ. ਸੋ ਉਹਦੇ ਨਾਲ ਕੀ ਹੁੰਦਾ ਹੈ, ਤੁਸੀਂ ਇੱਕ ਵਾਰੀ ਕਰਤਾ, ਤੁਹਾਨੂੰ ਵਾਪਸ ਜਾਣਾ ਪੈਣਾ ਹੈ ਉਹਦੇ ਲਈ. ਉਹ ਡੋਪਾਮੀਨ ਕ੍ਰੀਏਟ ਕਰਦਾ ਆ. ਜਿਹੜਾ ਫੇਸਬੁੱਕ ਆ ਤੇ ਇੰਸਟਾਗ੍ਰਾਮ, ਜਦੋਂ ਉਹ ਡਿਜ਼ਾਈਨ ਕਰਦੇ ਆ, ਉਹ ਤੁਹਾਡਾ ਮੈਂਟਲ ਸਟਿਮੂਲਸ ਇੱਦਾਂ ਪਾਉਂਦੇ ਹੁੰਦੇ ਸੀ, ਅਤੇ ਉਹ ਦੇਖਦੇ ਸੀ ਡੋਪਾਮੀਨ ਕਿਹੜੀ ਚੀਜ਼ ਉਹਨੂੰ ਕ੍ਰੀਏਟ ਕਰਦੀ ਆ. ਉਹਦੇ ਨਾਲ ਇਹ ਆ, ਫਿਰ ਤੁਹਾਡਾ ਉਹਨਾਂ ਨੇ ਇੱਦਾਂ ਡਿਜ਼ਾਈਨ ਕੀਤਾ ਕਿ ਜਦੋਂ ਤੁਸੀਂ ਵਰਤੇ, ਤੁਹਾਡੀ ਮਾਈਂਡ ਦੇ ਵਿੱਚ ਡੋਪਾਮੀਨ ਆ ਜਾਂਦਾ ਆ, ਜਿਹੜੇ ਸੇਮ ਚੀਜ਼ ਜਿਹੜਾ ਕੋਕੇਨ ਕਰਕੇ ਆਉਂਦਾ ਆ ਤੁਹਾਡੀ ਮਾਈਂਡ. ਇਹਦਾ ਮਤਲਬ ਤੁਸੀਂ ਇੱਕ ਵਾਰੀ ਵਰਤ ਲਿਆ, ਤੁਸੀਂ ਹਮੇਸ਼ਾ ਵਾਪਸ ਜਾਣਾ ਆ. ਤਾਂ ਸਟੈਟਿਸਟਿਕਲੀ ਸ਼ੋ ਕਰਦਾ ਆ ਕਿ ਮੈਜੋਰਿਟੀ ਜਿਹੜੇ ਲੋਕ ਆ, ਉਹ ਚੈੱਕ ਦੇ ਮੋਬਾਈਲ ਫੋਨ ਅਪ ਟੂ 50 ਟਾਈਮਸ ਅ ਡੇ. 50 ਵਾਰੀ ਦਿਨ ਦੇ ਵਿੱਚ ਉਹ ਮੋਬਾਈਲ ਫੋਨ ਚੈੱਕ ਕਰਦੇ ਆ. ਹੁਣ ਤੁਹਾਡੇ ਵਿੱਚ ਕਿੰਨੇ ਜਾਣੇ ਆ ਜਿਹੜੇ ਰਾਤ ਨੂੰ, ਅਗੇਨ ਜਸਟ ਵਾਈ ਹੈ, ਕਿਹੜੇ ਰਾਤ ਨੂੰ ਕਈ ਵਾਰੀ ਆਪਣੇ ਸੌਣ ਤੋਂ ਪਹਿਲਾਂ ਆਪਣਾ ਫੋਨ ਚੈੱਕ ਕਰਦੇ ਆ. ਤੁਸੀਂ ਸ਼ਾਇਦ ਸੋਚਦੇ ਆ ਕਿ ਮੈਂ ਆਪਣਾ ਫੋਨ ਸਿਰਫ 5 ਮਿੰਟਾਂ ਲਈ ਜਾਂ 20 ਮਿੰਟਾਂ ਲਈ ਮੈਂ ਉੱਥੇ ਹੋਣਾ ਹੈ. ਈਜ਼ਲੀ ਤੁਸੀਂ 40 ਮਿੰਟ, ਘੰਟੇ ਤੋਂ ਫੇਰ ਵੀ ਫੋਨ ਤੇ ਹੁੰਦੇ ਆ, ਹਨਾ. ਇਹਦੇ ਨਾਲ ਇਹ ਕੀ ਹੁੰਦਾ ਆ ਕਿ ਤੁਹਾਡਾ ਜਿਹੜਾ ਫੋਨ ਆ, ਉਹਦੇ ਵਿੱਚ 3 ਲਾਈਟਸ ਆ, 3 ਤਰ੍ਹਾਂ ਦੇ ਲਾਈਟਸ ਆ, ਅਤੇ ਇੱਕ ਲਾਈਟ ਉਹਦੇ ਵਿੱਚ ਇਹ ਆ ਜਿਹਦੇ ਵਿੱਚ ਤੁਹਾਨੂੰ ਸੌਣ ਨਹੀਂ ਦਿੰਦੀ. ਉਹ ਜਾਣ ਕੇ ਇਦਾਂ ਦੀ ਲਾਈਟ ਉਹਨਾਂ ਨੇ ਪਾਇਆ ਤੁਹਾਡੇ ਫੋਨ ਦੇ ਵਿੱਚ ਤਾਂ ਫਿਰ ਤੁਹਾਨੂੰ ਨੀਂਦ ਨਾ ਆਵੇ. ਇਹ ਸਾਰਾ ਉਹਨਾਂ ਨੇ ਡਿਜ਼ਾਈਨ ਕੀਤਾ ਹੈ ਤਾਂ ਫਿਰ ਵੱਧ ਤੋਂ ਵੱਧ ਤੁਸੀਂ ਉਹਨਾਂ ਦਾ ਪ੍ਰੋਡਕਟ ਯੂਜ਼ ਕਰੋ, ਵੱਧ ਤੋਂ ਵੱਧ ਉਹ ਚੀਜ਼ ਤੇ ਹੋਵੇ. ਇਹਦੇ ਨਾਲ ਕੀ ਹੋ ਰਿਹਾ, ਬੱਚਿਆਂ ਦਾ ਸਲੀਪ ਡੈਪਰੀਵੇਸ਼ਨ ਹੋ ਰਿਹਾ. ਹੁਣ ਫਰਾਂਸ ਦੇ ਵਿੱਚ ਉਹਨਾਂ ਨੇ ਕਹਿਤਾ ਕਿ children under the age of 15 are banned from having mobile phones in schools because sleep deprivation ਇੰਨਾ ਫਰਕ ਹੋ ਗਿਆ ਕਿ ਉਹਨਾਂ ਦਾ academic ਜਿਹੜਾ results ਆ, they've dropped a grade. ਤਾਂ ਫਿਰ ਜਿਹੜੇ ਬੱਚਿਆਂ ਦਾ B ਸੀਗਾ ਉਹ C ਬਣ ਲਿਆ just from using mobile phones, ਹਨਾ. UK ਦੇ ਵਿੱਚ ਇਹ ਹੁਣ ਡਿਸਕਸ਼ਨ ਚੱਲ ਰਹੀ ਆ ਐਕਸੈਟਰਾ ਕਿ ਰਾਤ ਨੂੰ ਬੱਚੇ ਫੋਨਾਂ ਤੇ ਲੱਗੇ ਰਹਿੰਦੇ ਆ. ਹੁਣ ਤੁਸੀਂ ਆਪ ਦੇਖੋ, ਕਈ ਵਾਰੀ ਹਸਬੈਂਡ ਵਾਈਫ ਵੀ ਇਦਾਂ ਆ, ਇੱਕ ਦੂਜੇ ਨਾਲ ਪਏ ਹੋਣੇ ਬੈੱਡ ਦੇ ਵਿੱਚ, ਇੱਕ ਨੇ ਵੀ ਮੋਬਾਈਲ ਫੋਨ ਤੇ ਹੋਣਾ, ਦੂਸਰੇ ਵੀ ਮੋਬਾਈਲ ਫੋਨ ਤੇ ਹੋਣਾ, ਹਨਾ. ਬਿਕਾਜ਼ ਇਟਸ ਸੋ ਐਡਿਕਟਿਵ, ਇਟਸ ਡਿਜ਼ਾਈਨਡ ਟੂ ਬੀ ਐਡਿਕਟਿਵ ਲਾਈਕ ਦੈਟ. ਤਾਂ ਫਿਰ ਜੇ ਐਡਲਟ ਲਈ ਇੰਨਾ ਐਡਿਕਟਿਵ ਆ, ਤੁਸੀਂ ਕੀ ਸੋਚਦੇ ਬੱਚੇ ਲਈ ਕਿੱਦਾਂ ਹੋਣਾ? ਸੋ ਇਹ ਚੀਜ਼ ਦਾ ਥੋੜੀ ਖਿਆਲ ਰੱਖੋ. ਇਹ ਨਾ ਹੋਵੇ ਕਿ ਇੱਕਦਮ ਤੁਸੀਂ ਬੱਚਿਆਂ ਨੂੰ ਇਹ ਟੈਕਨੋਲੋਜੀ ਉਹਨਾਂ ਦੇ ਮੋਹਰੇ ਸਿੱਟ ਦਿਓ. ਉਹ ਐਕਸਪੈਰੀਮੈਂਟ ਹੋਇਆ ਸੀ ਕਲਾਸਰੂਮ ਦੇ ਵਿੱਚ. ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ਕਲਾਸਰੂਮ ਦੇ ਵਿੱਚ ਇੱਕ ਦੇ ਵਿੱਚ ਸਿਰਫ ਟੈਕਨੋਲੋਜੀ ਰੱਖਤੀ, ਟੈਬਲੇਟਸ ਰੱਖਦੀਆਂ. ਜਦੋਂ ਬੱਚੇ ਗਏ, ਸਾਰੇ ਇੱਕਦਮ ਉਹ ਟੈਕਨੋਲੋਜੀ ਕੋਲ ਚਲ ਗਏ, ਟੈਕਨੋਲੋਜੀ ਖੇਲਣ ਗਏ, ਦੂਈਆਂ ਖੇਲਾਂ ਨਾਲ ਖੇਲੇ ਨਹੀਂ, ਹੈਨਾ. ਸੋ ਫਰਸਟ ਚੋਇਸ ਬੱਚਿਆਂ ਦੀ ਇਹ ਸੀਗੀ ਕਿ ਉਹਨਾਂ ਨੇ ਟੈਬਲੇਟ ਚੱਕਣੇ. ਫਿਰ ਉਹਨਾਂ ਨੇ ਬੱਚਿਆਂ ਨੂੰ ਬ੍ਰੇਕ ਤੇ ਭੇਜਤਾ. ਫਿਰ ਜਦੋਂ ਬ੍ਰੇਕ ਤੇ ਭੇਜਤਾ, ਉਹਨਾਂ ਨੇ ਸਾਰੇ ਟੈਕਨੋਲੋਜੀ ਚੱਕ ਲਏ, ਪਰ ਉਹਨਾਂ ਨੇ ਇਹ ਦੇਖਿਆ ਕਿ ਜਦੋਂ ਟੈਕਨੋਲੋਜੀ ਨਾਲ ਬੱਚੇ ਖੇਲਦੇ ਆ, ਕਿਸੇ ਨੇ ਗੱਲ ਨਹੀਂ ਕੀਤੀ, ਚੁੱਪ ਕਰਕੇ ਸਾਰੇ ਟੈਬਲੇਟਾਂ ਤੇ ਬੈਠੇ ਸੀਗੇ. ਜਦੋਂ ਬ੍ਰੇਕ ਤੋਂ ਬਾਅਦ ਸੇਮ ਬੱਚਿਆਂ ਨੂੰ ਸੇਮ ਕਲਾਸਰੂਮ 'ਚ ਪਾਤਾ, ਪਰ ਸਾਰੇ ਟੈਬਲੇਟਾਂ ਚੱਕਤੀਆਂ, ਸਿਰਫ ਦੂਈਆਂ ਖੇਲਾਂ ਸੀਗੀਆਂ, ਉਹ ਸਾਰੇ ਦੂਸਰੀਆਂ ਖੇਲਾਂ ਨਾਲ ਖੇਲਣ ਲੱਗ ਪਏ, ਇੱਕ ਦੂਜੇ ਨਾਲ ਮਿਕਸ ਕਰਨ ਲੱਗ ਪਏ, ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ. ਇਹਨੂੰ ਕਹਿੰਦੇ ਸੋਸ਼ਲ ਇੰਟਰੈਕਸ਼ਨ, ਸੋਸ਼ਲ ਕੌਨਫੀਡੈਂਸ. ਹੁਣ ਸਾਨੂੰ ਪਤਾ ਆ, ਹੁਣ ਸ਼ਾਇਦ ਤੁਹਾਨੂੰ ਵੀ ਪਤਾ, ਜਿਹੜੇ ਪੇਰੈਂਟਸ ਆ, ਜਦੋਂ ਅਸੀਂ ਯੰਗ ਹੁੰਦੇ ਸੀ, ਸਾਨੂੰ ਪਤਾ ਸੀ ਐਵਰੀ ਸਿੰਗਲ ਬੱਚਾ ਜਿਹੜੀ ਸਾਡੀ ਰੋਡ ਤੇ ਰਹਿੰਦਾ ਹੁੰਦਾ ਸੀ, ਅਸੀਂ ਉਹਨਾਂ ਨਾਲ ਕਦੀ ਫੁੱਟਬਾਲ ਖੇਲਣਾ, ਕ੍ਰਿਕਟ ਖੇਲਣਾ, ਸਾਈਕਲਾਂ ਤੇ ਖੇਲਣਾ, ਬਾਹਰ ਅਸੀਂ ਹੁੰਦੇ ਸੀ ਆਲ ਦ ਟਾਈਮ, ਖੇਲੀ ਜਾਣਾ. ਅੱਜ ਕੱਲ੍ਹ ਬੱਚੇ ਘਰ ਚੋਂ ਨਿਕਲਦੇ ਨਹੀਂ ਹੈਗੇ, ਹਨਾ. ਸੋ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਰੋਡ ਤੇ ਕੌਣ ਰਹਿੰਦਾ ਆ, ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਸੋਸ਼ਲੀ ਇੰਟਰੈਕਟ ਕੀ ਕਰਨਾ ਹੈ. And this is the thing, when you spend a lot of time on computer games, ਜਿਹੜੀ ਕੰਪਿਊਟਰ ਗੇਮਸ ਆ, ਉਹਨਾਂ ਦਾ ਕੋਈ ਇੰਪਲੀਕੇਸ਼ਨ ਨਹੀਂ ਹੁੰਦਾ. ਜੇ ਤੁਸੀਂ ਮਰ ਗਏ, let's say you're playing Call of Duty, ਜਿਹੜੀ ਗੰਨਾਂ ਦੀ ਗੇਮ ਆ, ਜੇ ਤੁਸੀਂ ਮਰ ਗਏ ਤਾਂ ਮਰ ਗਏ, ਫਿਰ ਤੁਸੀਂ ਗੇਮ ਫੇਰ ਹੀ ਸਟਾਰਟ ਕਰ ਲੈਣੀ ਆ. ਪਰ ਰੀਅਲ ਲਾਈਫ ਵਿੱਚ ਇੰਪਲੀਕੇਸ਼ਨਸ ਹੁੰਦੇ ਆ. ਜੇ ਤੁਸੀਂ ਬੈਡ ਡਿਸੀਜਨ ਕਰੋ, ਤੁਹਾਡਾ ਬਿਜ਼ਨਸ ਫੇਲ ਹੋ ਸਕਦਾ, ਤੁਹਾਡਾ ਮੈਰਿਜ ਫੇਲ ਹੋ ਸਕਦੇ, ਤੁਹਾਡੇ ਚਿਲਡਰਨ ਡੈਮੇਜ ਹੋ ਸਕਦੇ ਆ. Real life ਦੇ ਵਿੱਚ decisions matter, ਹੈ ਨਾ. So you have to understand this social interaction
ਜਿਹੜਾ ਸਕਰੀਨਾਂ ਨਾਲ ਹੋ ਰਿਹਾ, that is the most damaging thing to people's minds. The highest level of mental health is in the countries ਜਿਹਨਾਂ ਕੋਲ ਸਭ ਤੋਂ fastest internet ਆ. So the highest levels of mental health are in South Korea, then Japan, then it's Europe and North America. The lowest levels of mental health is in Africa. So ਇਹ ਸੋਚੋ, ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਕਿੰਨਾ ਅੱਗੇ ਮੈਂਟਲ ਹੈਲਥ ਹੁੰਦਾ ਸੀ ਪਿੰਡਾਂ ਦੇ ਵਿੱਚ. ਲੋਕ ਗਰੀਬ ਸੀਗੇ ਪਰ ਖੁਸ਼ ਸੀਗੇ. Do you agree? ਆਪਣੇ ਕੋਲ ਫੈਸਿਲਿਟੀ ਘੱਟ ਸੀਗੀ, ਆਪਣੇ ਕੋਲ ਟੈਕਨੋਲੋਜੀ ਘੱਟ ਸੀਗੀ, ਪਰ ਫਿਰ ਵੀ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਗੱਲਾਂ ਕਰਦੇ ਸੀ. So the other thing is about films. ਅੱਗੇ ਜਦੋਂ ਆਪਾਂ ਫਿਲਮ ਦੇਖਦੇ ਹੁੰਦੇ ਸੀ, ਸ਼ਾਇਦ ਉਹ ਘੰਟਾ 1.5 ਘੰਟੇ ਦੀ ਫਿਲਮ ਹੁੰਦੀ ਸੀ, ਹੈਨਾ, ਜੇ ਇੰਗਲਿਸ਼ ਫਿਲਮ ਹੋਵੇ. ਜੇ ਇੰਡੀਅਨ ਫਿਲਮ ਹੋਵੇ ਸ਼ਾਇਦ 2 ਘੰਟਿਆਂ ਦੀ ਹੋਵੇ. ਅੱਜ ਕੱਲ ਨੈਟਫਲਿਕਸ ਆ, ਨੈਟਫਲਿਕਸ ਹੁੰਦਾ ਆ 80 ਘੰਟਿਆਂ ਲਈ ਕਈ ਵਾਰੀ, ਬਿਕਾਜ਼ ਉਹ ਏਦਾਂ ਦਾ ਹੁੰਦਾ ਆ ਕਿ ਉਹ ਐਪੀਸੋਡ ਹੁੰਦੇ, ਸੀਰੀਜ਼ ਹੁੰਦਾ ਆ. ਹੁਣ ਜਿਹੜੇ ਲੋਕ ਸਕਸੈਸਫੁਲ ਆ ਇਨ ਲਾਈਫ, ਬਿਕਾਜ਼ ਮੇਰੇ ਕੋਲ ਕਈ ਲੈਕਚਰਸ ਆ, ਕਿ ਤਕਰੀਬਨ ਮੇਰੇ ਕੋਲ 120 ਲੈਕਚਰਸ ਆ ਗੁਰਮਤ ਉੱਤੇ. ਮੇਰੇ ਕੋਲ ਕਈ ਲੈਕਚਰਸ ਆ, how to be successful in life, because I've got 3 degrees, I speak 5 languages, I currently run 3 businesses, and ਅਸੀਂ ਆਪਣਾ ਗੁਰਮਤ ਵਾਲੀ ਸੇਵਾ ਵੀ ਕਰਦੇ ਆ. So we've had to learn, if ਜੇ ਤੁਸੀਂ ਉਸ ਲੈਵਲ ਤੇ ਕੰਮ ਕਰਨਾ ਆ, you have to learn to become very time efficient, ਹੈਨਾ, ਕਿ ਤੁਹਾਡਾ ਜਿਹੜਾ ਟਾਈਮ ਮੈਨੇਜਮੈਂਟ has to be very strong, ਹੈਨਾ, ਤਾਂ ਹੀ ਤੁਸੀਂ ਇੰਨੀਆਂ ਚੀਜ਼ਾਂ ਕਰ ਸਕਦੇ ਹੋ. So ਇੱਕ ਚੀਜ਼ ਅਸੀਂ ਨੋਟਿਸ ਕੀਤੀ ਆ ਕਿ there's 80-hour rule, ਹੈਨਾ, in management, ਕਿ ਕੋਈ ਵੀ ਚੀਜ਼ ਤੁਸੀਂ ਕਰੋ 80 ਘੰਟਿਆਂ ਲਈ ਤੁਸੀਂ ਉਹਦਾ ਐਕਸਪਰਟ ਬਣ ਜਾਣਾ. ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ. ਤੁਸੀਂ ਕੀਰਤਨ ਕਰੋ 80 ਘੰਟਿਆਂ ਲਈ, ਤੁਸੀਂ ਵਧੀਆ ਕੀਰਤਨੀ ਬਣ ਜਾਣਾ. ਤਬਲਾ ਵਜਾਓ 80 ਘੰਟਿਆਂ ਲਈ, ਤੁਸੀਂ ਵਧੀਆ ਤਬਲਚੀ ਬਣ ਜਾਣਾ. You go running for a 10K, 10 ਕਿਲੋਮੀਟਰ every day, ਉਹ ਘੰਟੇ ਦਾ ਹੁੰਦਾ, 80 ਵਾਰੀ ਕਰੋ, you'll be world class at running 10Ks. ਤੁਹਾਡਾ ਸਾਰਾ ਭਾਰ ਲੈ ਜਾਣਾ, etc. You want to learn baking, ਕੇਕ ਬੇਕ ਕਰਨਾ 80 ਵਾਰੀ ਕਰੋ, you'll become a master of it. And you want to learn French or another language, you do it for 80 hours, ਤੁਸੀਂ ਉਹਦਾ ਐਕਸਪਰਟ ਫਲੂਐਂਟ ਹੋ ਜਾਣਾ. ਪੰਜਾਬੀ ਸਿੱਖਣੀ 80 ਘੰਟਿਆਂ 'ਚ ਤੁਸੀਂ ਫਲੂਐਂਟ ਹੋ ਜਾਣਾ. ਕੋਈ ਵੀ ਚੀਜ਼ ਲਾਈਫ ਦੇ ਵਿੱਚ ਤੁਸੀਂ ਕਰੋ, ਕੋਈ ਵੀ ਸਕਿੱਲ ਤੁਸੀਂ ਲਿਆਉਣਾ ਚਾਹੁੰਦੇ ਆਪਣੀ ਲਾਈਫ ਦੇ ਵਿੱਚ, 80 ਘੰਟਿਆਂ 'ਚ ਕਰੋ, ਤੁਸੀਂ ਉਹਦਾ ਐਕਸਪਰਟ ਬਣ ਜਾਣਾ. ਪਰ ਆਪਾਂ ਲੋਕ ਕੀ ਕਰਦੇ ਆ, ਅਸੀਂ ਨੈਟਫਲਿਕਸ ਦੇਖ ਲੈਣਾ 80 ਘੰਟਿਆਂ ਲਈ, ਕਿ ਗੇਮ ਆਫ ਥਰੋਨਸ ਸੀਗੀ, ਉਹਦਾ ਸੀਰੀਜ਼ ਦੇਖ ਲਿਆ. ਹੋਰ ਕੋਈ ਚੀਜ਼ ਹੈ, ਉਹਦਾ ਸੀਰੀਜ਼ ਦੇਖ ਲੈਣਾ. ਹੁਣ ਤਾਂ ਹਿੰਦੀ ਦੇ ਵਿੱਚ ਵੀ ਆ ਗਈਆਂ, ਪੰਜਾਬੀ ਦੇ ਵਿੱਚ ਵੀ ਆ ਗਈ, ਉਹਦੀ ਸੀਰੀਜ਼ ਦੇਖੀ ਜਾਣਾ ਹੈ. ਬਿਕਾਜ਼ ਨੈਟਫਲਿਕਸ ਨੇ ਦੇਖਿਆ ਕਿ ਅੱਗੇ ਘੰਟਾ 1.5 ਘੰਟੇ ਲਈ ਇਹਨਾਂ ਦਾ ਅਟੈਂਸ਼ਨ ਸਪੈਨ ਹੁੰਦਾ ਸੀ, ਹੁਣ ਅਸੀਂ 80 ਘੰਟਿਆਂ ਦੀ ਇਹਨਾਂ ਦਾ ਅਟੈਂਸ਼ਨ ਸਪੈਨ ਰੱਖ ਲੈਣਾ. ਉਹਦੇ ਵਿੱਚ ਅਸੀਂ ਪ੍ਰੋਡਕਟ ਪਲੇਸਮੈਂਟ ਕਰ ਦੇਣਾ, ਤਾਂ ਫਿਰ ਇਹਨਾਂ ਨੂੰ ਹੋਰ ਚੀਜ਼ਾਂ ਵੇਚ ਸਕਦੇ ਆ. ਪਰ ਉਹਨਾਂ ਦਾ ਦਿਮਾਗ ਤੁਹਾਡਾ ਵੈਕਿਊਮ ਆ, ਤੁਹਾਡਾ ਦਿਮਾਗ ਖਿੱਚੀ ਜਾਂਦੇ ਆ. ਤਾਂ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਐਜ਼ ਅ ਪੈਰੈਂਟ, ਹੁਣ ਤੁਸੀਂ ਦੇਖੋ ਕਿ ਜਿਹੜਾ ਪੈਰੈਂਟ ਕੀਰਤਨੀ ਆ, ਉਹਨਾਂ ਦਾ ਬੱਚਾ ਕੀਰਤਨੀ ਬਣ ਜਾਂਦਾ ਹੈ. ਜਿਹੜਾ ਪੈਰੈਂਟ ਪਾਠੀ ਆ, ਉਹਨਾਂ ਦਾ ਬੱਚਾ ਪਾਠੀ ਬਣ ਜਾਂਦਾ. ਜਿਹੜਾ ਪੈਰੈਂਟ ਡਾਕਟਰ ਆ, ਉਹਨਾਂ ਦਾ ਬੱਚਾ ਆਮ ਤੌਰ ਤੇ ਡਾਕਟਰ ਹੀ ਬਣ ਜਾਂਦਾ ਹੈ, ਹੈਨਾ. ਕਿ ਜਿਹੜੀ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਆ, ਜਿਹੜਾ ਪੈਰੈਂਟ ਪ੍ਰੋਪਰਟੀ ਡਿਵੈਲਪਰ ਆ, ਉਹਨਾਂ ਦਾ ਬੱਚਾ ਵੀ ਪ੍ਰੋਪਰਟੀ ਡਿਵੈਲਪਰ ਬਣ ਜਾਂਦਾ. ਜਿਹੜੇ ਪੈਰੈਂਟ ਗੁੱਡ ਆ ਕੁਕਿੰਗ ਦੇ ਵਿੱਚ, ਉਹਨਾਂ ਦਾ ਬੱਚਾ ਵੀ ਬਹੁਤ ਸੋਹਣੀ ਕੁਕਿੰਗ ਕਰ ਲੈਂਦੇ ਆ, ਹੈਨਾ. ਉਹ ਚੀਜ਼ ਤੁਹਾਡੀ ਗਿਫਟ ਆ, ਉਹ ਤੁਹਾਡੇ ਘਰ 'ਚ ਹੁੰਦੀ ਆ, ਉਹ ਟ੍ਰਾਂਸਫਰ ਹੋ ਜਾਂਦੀ. ਤਾਂ ਫਿਰ ਜਿੰਨ ਆਪਣੀ ਕਮਿਊਨਿਟੀ ਦੇ ਵਿੱਚ, ਆਮ ਹਿਊਮੈਨਿਟੀ ਦੇ ਵਿੱਚ, ਹੈਨਾ, ਜਿੰਨੀਆਂ ਇੰਨੀ ਕਮਾਲ ਦੀਆਂ ਚੀਜ਼ਾਂ ਕਰ ਸਕਦੇ ਸੀ, 80 ਆਵਰ ਉਹ ਚੀਜ਼ ਤੇ ਕਨਸੈਂਟਰੇਟ ਕਰਨਾ, ਉਹ ਹੁਣ ਕਰ ਨਹੀਂ ਰਹੇ. ਉਹ ਨੈਟਫਲਿਕਸ ਹੀ ਦੇਖੀ ਜਾਂਦੇ ਆ, ਹੈਨਾ. ਸੋ ਬੇਸਿਕਲੀ ਇਹਦੇ ਨਾਲ ਕੀ ਹੋ ਰਿਹਾ ਆ ਕਿ ਤੁਸੀਂ ਪੋਇਟ ਬਣ ਸਕਦੇ ਸੀ, ਤੁਸੀਂ ਪੇਂਟਿੰਗ ਕਰਨ ਵਾਲੇ ਕਲਾਕਾਰ ਬਣ ਸਕਦੇ ਸੀ, ਤੁਸੀਂ ਕੋਈ ਵੀ ਲਾਈਫ ਵਿੱਚ ਇਦਾਂ ਸਕਿੱਲ ਅਡਾਪਟ ਕਰ ਸਕਦੇ. ਪਰ ਤੁਸੀਂ ਇੱਕ ਹੋਰ ਨਾਟਕ ਦੇਖ ਲਿਆ ਟੈਲੀ ਦੇ ਉੱਤੇ, ਤਾਂ ਫਿਰ ਉਹ ਸਕਿੱਲ ਤੁਸੀਂ ਆਪਣੀ ਲਾਈਫ 'ਚ ਨਹੀਂ ਲਿਆਂਦਾ, ਉਹ ਫਿਰ ਤੁਹਾਡੇ ਬੱਚੇ ਦੀ ਲਾਈਫ 'ਚ ਨਹੀਂ ਆਇਆ. And this is what's happening in the world, ਕਿ ਅਸੀਂ becoming so much in front of screens, ਹਨਾ, ਕਿ ਅਸੀਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀ ਲਾਈਫ ਦੇ ਵਿੱਚ ਕਿੰਨਾ ਅਸੀਂ ਟੈਲੈਂਟ ਲਿਆ ਸਕਦੇ ਸੀ, ਉਹ ਉਦਾਂ ਹੀ ਵੇਸਟ ਹੋਈ ਜਾਂਦਾ. Has that been helpful so far? So ਹੈਗੇ 18 ਟਿਪਸ, ਮੈਂ ਸਿਰਫ ਤੁਹਾਨੂੰ 3 ਦਿੱਤੇ ਆ. Has that been helpful to you? And in a future session, ਜਿਹੜੇ ਤੁਹਾਡੇ ਬੱਚੇ ਆ, ਜਿਹੜੇ ਕੰਪਿਊਟਰ ਗੇਮਾਂ ਤੇ ਬਿੰਦੇ ਰਹਿੰਦੇ ਆ, in a future session ਉਹਨਾਂ ਨੂੰ ਇਸ ਚੀਜ਼ ਤੇ ਲਿਆਓ, ਹਨਾ. ਮੈਂ ਉਹ ਕੰਪਿਊਟਰ ਗੇਮਾਂ ਬਾਰੇ ਉਹਨਾਂ ਨੂੰ ਵੀ ਸਮਝਾ ਦੇਣਾ. ਬਿਕਾਜ਼ ਬੇਸਿਕਲੀ ਤੁਹਾਨੂੰ ਛੋਟੀਆਂ ਚੀਜ਼ਾਂ ਦੱਸ ਦਿੰਦਾ, ਹਨਾ. ਜਦੋਂ ਤੁਸੀਂ ਫੁੱਟਬਾਲ ਖੇਲਦੇ ਆ ਜਾਂ ਸਪੋਰਟਸ ਖੇਲਦੇ ਆ, ਤੁਹਾਡਾ ਸਿਰ ਘੁੰਮਦਾ ਆ,
ਤੁਹਾਡੀ ਅੱਖਾਂ ਨਾਲ ਘੁੰਮਦੀਆਂ, ਤੁਹਾਨੂੰ ਸਾਹ ਆਉਂਦਾ ਆ, ਤੁਹਾਨੂੰ ਸਾਰਾ ਕੁਝ ਐਥਲੈਟਿਕਲੀ ਤੁਸੀਂ ਇੰਪਰੂਵ ਹੁੰਦੇ ਆ। ਟੈਨਿਸ ਖੇਲੋ, ਫੁੱਟਬਾਲ ਖੇਲੋ, ਕਬੱਡੀ ਖੇਲੋ, ਜੋ ਮਰਜ਼ੀ ਖੇਲੋ। ਜਦੋਂ ਤੁਸੀਂ ਕੰਪਿਊਟਰ ਐਕਸਬਾਕਸ ਦੇ ਸਾਹਮਣੇ ਬੈਠੇ ਹੁੰਦੇ ਆ, ਹਨਾ, ਕਈ ਪੈਰੈਂਟ ਵੀ ਇੰਨਾ ਬੈਡ ਆ, ਉਹ ਪੈਰੈਂਟਾਂ ਨੇ ਵੀ ਐਕਸਬਾਕਸ ਖੇਲਣਾ, ਬੱਚਿਆਂ ਨੇ ਤਾਂ ਫਿਰ ਉਹ ਬੱਚਿਆਂ ਨੂੰ ਤਾਂ ਕਹਿ ਹੀ ਨਹੀਂ ਸਕਦੇ ਕਿ ਤੁਸੀਂ ਐਕਸਬਾਕਸ ਤੇ ਕਾਹਤੇ ਇੰਨਾ ਲੱਗਾ ਆ, ਹਨਾ। ਉਹ ਫਿਰ ਕੀ ਕਰਦੇ, ਲੈਟਸ ਸੇ ਯੂ ਪਲੇਇੰਗ ਫੀਫਾ ਔਰ ਕਾਲ ਆਫ ਡਿਊਟੀ, ਹਨਾ, ਤੇ ਸਾਨੂੰ ਤਾਂ ਪੁਰਾਣੀ ਗੇਮਾਂ ਦਾ ਪਤਾ ਹੈ, ਨਾ ਗਾਂ ਦੀ ਗੇਮਾਂ ਦਾ ਸਾਨੂੰ ਪਤਾ ਹੀ ਨਹੀਂ ਹੈਗਾ। ਉਹ ਤੁਹਾਡਾ ਇੱਥੇ ਸਹਿ ਰਿਹਾ, ਹਨਾ। ਅਤੇ YouTube ਵੀਡੀਓ ਆ ਜਿਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਿਹੜਾ ਟੈਲੀ ਦੇ ਉੱਤੇ ਉਹਨਾਂ ਨੇ ਕੈਮਰਾ ਲਾਤਾ, ਉਹ ਫੋਕਸ ਕਰਦੇ ਬੱਚੇ ਦੀ ਅੱਖਾਂ ਦੇ ਉੱਤੇ, ਹਨਾ। ਉਹ ਫੋਕਸ ਕਰਦੇ ਬੱਚਿਆਂ ਦੀ ਅੱਖਾਂ ਦੇ ਉੱਤੇ, ਬੱਚਿਆਂ ਦੀ ਅੱਖਾਂ ਕੀ ਕਰਦਾ, ਬਿਕਾਜ਼ ਉਹਦਾ ਸਿਰ ਤਾਂ ਹਿਲਦਾ ਨਹੀਂ, ਉਹਦੇ ਉਂਗਲੀਆਂ ਹਿਲਦੀਆਂ ਆ ਤੇ ਉਹਦੀ ਅੱਖਾਂ ਹਿਲਦੀਆਂ। ਉਹਦੀ ਅੱਖਾਂ ਕੀ ਕਰਦੇ, ਉਹਨੇ ਇੱਥੇ ਚੱਲ ਜਾਣਾ, ਬਿਕਾਜ਼ ਇੱਥੇ ਕੋਈ ਸ਼ੂਟਿੰਗ ਕਰਨਾ, ਜਾਂ ਬੋਲ ਇੱਥੇ ਚੱਲ ਗਿਆ, ਉਹਨੇ ਫਿਰ ਉੱਥੇ ਚੱਲ ਜਾਣੀ, ਉਹਨੇ ਅੱਖਾਂ ਫਿਰ ਉਹਦੇ ਇੱਥੇ ਚੱਲ ਜਾਣੀਆਂ। This is such an unnatural way of using your eyes. ਇਹ ਇੱਕ ਬਹੁਤ ਗਲਤ ਤਰੀਕਾ ਅੱਖਾਂ ਵਰਤਣ ਨੂੰ, ਬਿਕਾਜ਼ ਤੁਹਾਡੀ ਅੱਖਾਂ ਡਿਜ਼ਾਈਨ ਨਹੀਂ ਹੈਗੀ ਕਿੱਦਾਂ ਲਈ। ਤੁਹਾਡੀ ਅੱਖਾਂ ਡਿਜ਼ਾਈਨ ਆ ਕਿ ਜੇ ਇੱਥੇ ਸਿਰ ਕਰਨਾ ਤਾਂ ਨਾਲ ਗਰਦਨ ਵੀ ਚੇਂਜ ਕਰਨੀ ਹੈ, ਹਨਾ। ਸੋ ਇਹਦੇ ਨਾਲ ਕੀ ਹੁੰਦਾ, ਉਹਨਾਂ ਨੇ ਕਈ ਘੰਟੇ ਏਦਾਂ ਕੰਪਿਊਟਰ ਗੇਮਾਂ ਦੇ ਸਾਹਮਣੇ ਏਦਾਂ ਬੈਠੇ ਰਹਿਣਾ ਬੱਚਿਆਂ ਨੇ। ਫਿਰ ਬਾਅਦ 'ਚ ਕੀ ਹੁੰਦਾ ਆ, ਹੁਣ UK ਦੇ ਵਿੱਚ, ਇੱਥੇ ਹੁਣ ਹੈਲਥ ਸਰਵਿਸ ਵਿੱਚ ਅਸੀਂ, ਸਾਡੇ ਕੋਲ ਏਦਾਂ ਦੇ ਗਾਹਕ ਆ ਜਾਂਦੇ ਆ ਜਿਹੜੇ 40 ਸਾਲਾਂ ਦੇ ਆ, ਪਰ ਉਹਨਾਂ ਦੇ ਕੋਲ ਸਪੂਨ ਲੈ ਕੇ, ਹਨਾ, ਪਲੇਟ ਤੋਂ ਮੂੰਹ 'ਚ ਨਹੀਂ ਪਾ ਹੁੰਦਾ। ਕੋਈ ਤੁਸੀਂ ਉਹਨਾਂ ਨੂੰ ਬੋਲ ਸਿੱਟੋ, ਉਹਨਾਂ ਕੋਲ ਬੋਲ ਨਹੀਂ ਕੈਚ ਹੁੰਦੀ, ਕਾਹਤੇ, ਉਹਨਾਂ ਦਾ ਹੈਂਡ ਆਈ ਕੋਆਰਡੀਨੇਸ਼ਨ ਡੈਮੇਜ ਹੋ ਗਿਆ। ਕਾਹਤੇ ਡੈਮੇਜ ਹੋਇਆ, ਥਰੂ ਕੰਪਿਊਟਰ ਗੇਮਸ। ਉਹ ਇੰਨੇ ਘੰਟੇ ਕੰਪਿਊਟਰ ਗੇਮਾਂ ਦੇ ਵਿੱਚ ਖੇਲੀ ਜਾਂਦੇ, ਉਹਨਾਂ ਨੇ ਅੱਖਾਂ ਸਟ੍ਰੇਨ ਕਰ ਲਈਆਂ। ਉਹ ਹੁਣ ਜਦੋਂ ਤੁਸੀਂ ਕੋਈ ਚੀਜ਼ ਕੈਚ ਕਰਨੀ ਆ, ਹੁਣ ਤੁਸੀਂ 30-40 ਸਾਲ ਦੇ ਹੋ ਗਏ, ਕੰਪਿਊਟਰ ਗੇਮਾਂ ਖੇਲਦੇ ਰਹੇ ਆ, ਤੁਹਾਡੇ ਹੁਣ ਬੱਚੇ ਵੱਡੇ ਹੋ ਗਏ, ਤੁਸੀਂ ਬੱਚਿਆਂ ਨਾਲ ਕੋਈ ਗੇਮ ਖੇਲਣੀ, ਬਾਹਰ ਕੁਛ ਕਰਨੀ, ਤੁਸੀਂ ਕਰ ਹੀ ਨਹੀਂ ਸਕਦੇ, because you're losing your hand-eye coordination. ਇਹ ਹੁਣ ਆ ਰਿਹਾ ਆ, ਲੋਕਾਂ ਦੇ ਹੁਣ ਦੇਖ ਰਹੇ ਆ। lot of people wear headphones, ਸ਼ਾਇਦ ਤੁਹਾਡੇ ਬੱਚੇ ਜਾਂ ਤੁਸੀਂ ਵੀ ਹੈਡਫੋਨਸ ਬਹੁਤ ਵਰਤਦੇ ਆ, ਹਨਾ। ਸਾਡੇ ਕੋਲੋਂ 30-40 ਸਾਲਾਂ ਦੇ ਗਾਹਕ ਆ ਰਹੇ ਆ ਜਿਨ੍ਹਾਂ ਦੇ ਹੈਡਫੋਨ ਦੇ ਵਿੱਚ ਉਹਨਾਂ ਨੂੰ ਸੁਣਦਾ ਘੱਟ ਆ, because it's from headphone use, ਹਨਾ। all of these things, they have a resultant impact. ਜਿਹੜੇ ਹੁਣ 20 ਸਾਲ ਪਹਿਲਾਂ ਲੋਕ ਟਾਈਪ ਬਹੁਤ ਕਰਦੇ ਸੀ, ਜਦੋਂ ਨਵੇਂ ਕੰਪਿਊਟਰ ਆਏ ਸੀ, ਉਹਨਾਂ ਦੇ ਰਿਸਟ ਡੈਮੇਜ ਹੋ ਗਏ ਸੀ, ਉਹਨਾਂ ਦੇ ਫਿੰਗਰਸ ਡੈਮੇਜ ਹੋ ਗਏ ਸੀ। ਇਹ ਹੁਣ ਚੀਜ਼ਾਂ ਹੁਣ ਅੱਖਾਂ ਤੇ ਆ ਗਈਆਂ, ਇਹ ਹੁਣ ਚੀਜ਼ਾਂ ਤੇ ਹੋਰ ਚੀਜ਼ਾਂ ਤੇ ਆ ਗਈਆਂ। ਸੋ really start thinking about this. and ਜੇ ਤੁਸੀਂ ਆਪਣੇ ਬੱਚਿਆਂ ਨੂੰ ਆਹ ਗੱਲਾਂ ਕਹੋਗੇ, ਤੁਹਾਡੇ ਬੱਚਿਆਂ ਨੇ ਆਖੇ ਨਹੀਂ ਲੱਗਣਾ। ਜੇ ਅਸੀਂ ਆਹ ਗੱਲਾਂ ਕਹੋਗੇ, ਤੁਹਾਡੇ ਬੱਚਿਆਂ ਨੇ ਆਖੇ ਨਹੀਂ ਲੱਗਣਾ, ਪਰ ਉਹਨਾਂ ਨੇ ਸੋਚਣਾ ਆ। Because your children will always listen to their peers or someone outside the house more than they will listen to someone inside the house. You have to understand that. You have to understand children's psychology. ਖਾਸ ਕਰਕੇ teenagers. ਜੇ ਤੁਸੀਂ teenagers ਨੂੰ ਕੁਛ ਗੱਲ ਕਰੋ and ਤੁਸੀਂ push ਕਰੋ ਗੱਲ ਕਰਨ ਨੂੰ, they will rebel more than they will listen. So you have to understand children's psychology as a parent. So when you're doing parenting from 0 to 12 ਜਾਂ 13, ਤੁਹਾਡੀ ਜਿਹੜੀ parenting ਆ mostly physical ਹੁੰਦੀ ਆ। ਤੁਸੀਂ ਉਹਨਾਂ ਨੂੰ ਖਾਣਾ ਖਿਲਾਉਣਾ ਹੈ, ਕੱਪੜੇ ਬਦਲਨੇ ਆ, etc. ਉਹਨਾਂ ਨੂੰ education ਦੇਣੀ ਆ, ਜੋ ਵੀ ਹੈਗਾ। When you get to the age of 12 onwards, your parenting should be more psychological. ਜ਼ਿਆਦਾ psychological parenting ਹੋਣੀ ਚਾਹੀਦੀ ਆ, physical parenting ਨਹੀਂ ਹੋਣੀ ਚਾਹੀਦੀ। ਜੇ ਤੁਹਾਡੇ ਬੱਚਾ 12 ਸਾਲ ਤੋਂ ਬਾਅਦ ਤੁਸੀਂ ਹਜੇ ਵੀ ਉਹਦੀ ਬੈੱਡ ਬਣਾਉਣੇ ਆ, ਤੁਸੀਂ ਆਪਣੇ ਬੱਚਿਆਂ ਨੂੰ ਲੇਜ਼ੀ ਬਣਾਉਣੇ ਆ। The first thing they say in the military, ਜਦੋਂ ਤੁਸੀਂ ਜੁਆਇਨ ਕਰਦੇ ਆ, ਮੈਂ ਇੱਕ ਲੈਕਚਰ ਆ YouTube ਦਾ ਜਨਰਲ ਕਰ ਰਿਹਾ, it says the first thing I want to see is that a person in the morning can make their bed. ਉਹ ਇੱਕ ਫਿਜ਼ੀਕਲ ਟਾਸਕ ਆ। ਜੇ ਆ ਬੰਦਾ ਆਪਣੇ ਜਾਂ ਬੱਚਾ ਆਪਣਾ ਬੈੱਡ ਨਹੀਂ ਬਣਾ ਸਕਦਾ, ਉਹਨੇ ਦੁਨੀਆ ਲਈ ਕੀ ਕਰਨਾ ਹੈ ਨਾ। ਜੇ ਉਹਦੇ ਕੋਲ ਡਿਸਪਲਿਨ ਨਹੀਂ ਹੈਗੀ। ਕਈ ਪੈਰੈਂਟਸ ਕੀ ਕਰਦੇ ਆ, ਪੁੱਤ ਨੂੰ ਇੰਨਾ ਉਹਨਾਂ ਨੇ ਚਮਲਾ ਦੇਣਾ, ਪੁੱਤ ਕੋਈ ਨਹੀਂ ਮੈਂ ਕਰ ਦੇਣਾ, ਕੁੜੀ ਨੂੰ ਕਹੀ ਜਾਣਾ ਕਿ ਤੈਨੂੰ ਸਾਰੇ ਕੰਮ ਕਰਨੇ ਪੈਣੇ ਆ। Do not treat your children differently. Same rules for girls, same rules for boys. So that's been quite a session so far. Shall we stop it there and just do some question and answer? And then if you found this helpful, ਤੁਸੀਂ ਜਿਹੜੇ ਆਪਣੇ ਸੇਵਾਦਾਰ ਆ ਉਹਨਾਂ ਨੂੰ feedback ਦਿਓ, and if they want to do it again, we can do this again another time where we go through maybe 3 or 4 more tips. But do you understand, ਜਿਹੜੇ parenting is very wide.
ਤਾਂ ਹੀ ਜਿਹੜਾ ਮੈਂ ਕੋਰਸ ਕਰਦਾ ਹਾਂ ਉਹ 7-8 ਘੰਟਿਆਂ ਦਾ ਕੋਰਸ ਆ, ਵੀ ਡੂ ਇਟ ਇਨ ਵਨ ਡੇ। ਉਹਦੇ ਵਿੱਚ 40 ਮਿੰਟਾਂ ਬਾਅਦ ਆਪਾਂ ਬ੍ਰੇਕ ਲੈ ਲਈਦੀ ਆ। ਪਰ ਉਹ ਜਦੋਂ ਐਂਡ ਆਫ ਤੁਸੀਂ ਕੋਰਸ ਦੇ ਵਰਤ ਲਿਆ, ਮੇਰੇ ਕੋਲ ਬਹੁਤ ਸਾਰੇ ਪੇਰੈਂਟਸ ਆਉਂਦੇ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਕਦੀ ਸੋਚੀਆਂ ਨਹੀਂ, ਹੁਣ ਸਾਨੂੰ ਸੋਚਣ ਲਾਤਾ। ਬਿਕਾਜ਼ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਮਿਸਟੇਕਸ ਅਸੀਂ ਕੀਤੀਆਂ ਆ ਉਹ ਤੁਸੀਂ ਨਾ ਕਰੋ। ਦੂਜੀ ਗੱਲ ਆ, ਜਿਹੜੀਆਂ ਚੀਜ਼ਾਂ ਅਸੀਂ ਗੁੱਡ ਪ੍ਰੈਕਟਿਸ ਅਸੀਂ ਸਿੱਖੀ ਆ ਉਹ ਤੁਸੀਂ ਯੰਗ ਏਜ ਦੇ ਵਿੱਚ ਆਪਣੇ ਬੱਚਿਆਂ ਨਾਲ ਡਿਵੈਲਪ ਕਰੋ। ਸਾਡੇ ਕੋਲ ਇੱਥੇ ਇੰਗਲੈਂਡ ਦੇ ਵਿੱਚ ਕਈ ਬੱਚੇ ਆ ਜਿਹੜੇ ਤਕਰੀਬਨ 7-8 ਸਾਲਾਂ ਦੇ ਆ, ਉਹ ਪੂਰਾ ਰੈਂਸ ਵਿੱਚ ਬੈਠੇ ਰਹਿੰਦੇ ਆ ਬਿਕਾਜ਼ ਉਹ ਇੰਨੀ ਉਹਨਾਂ ਨੇ ਭਗਤੀ ਹੁਣ ਕਰ ਲਈ। ਸਾਡੇ ਕੋਲ ਇੱਦਾਂ ਦੇ ਬੱਚੇ ਆ ਜਿਹੜੇ ਲੈਕਚਰ ਕਰ ਲੈਂਦੇ ਪੂਰੇ ਬਿਕਾਜ਼, ਪਰ ਸਾਡੇ ਪਹਿਲਾਂ ਇੱਦਾਂ ਦੇ ਬੱਚੇ ਸੀਗੇ ਜਿਨ੍ਹਾਂ ਨੇ ਪਹਿਲਾਂ ਉਦਾਂ ਦਸਤਾਰਾ ਮੰਨ ਕੇ ਕੀਰਤਨ ਕਰੀ ਜਾਣਾ, ਬਾਅਦ ਚ ਕਲੱਬਾਂ ਨੂੰ ਜਾ ਜਾਣਾ। ਸੋ ਪੈਰੈਂਟਿੰਗ ਉਹ ਇੱਦਾਂ ਦੀ ਸੀਗੀ। ਫਿਰ ਸ਼ੌਕ ਆ ਗਿਆ ਥੋੜੀ ਜਿਹੀ ਕਮਿਊਨਿਟੀ ਨੇ ਕਿ ਥੋੜਾ ਜਿਹਾ ਸੀ ਇਹ। ਸੋ ਮੈਂ ਇੱਕ ਚੀਜ਼ ਤੁਹਾਨੂੰ, ਇਹ ਲਾਸਟ ਟਿਪ ਮੈਂ ਤੁਹਾਨੂੰ ਦੇ ਦੇਣਾ, overtime is not more important than your children। ਇੰਗਲੈਂਡ ਦੇ ਵਿੱਚ ਇੱਕ ਬਹੁਤ ਚੀਜ਼ ਸੀਗੀ ਕਿ ਪੈਰੈਂਟਾਂ ਨੇ ਕੀ ਕੀਤਾ, ਘੰਟੇ ਥੋੜੇ ਜਿਹੇ ਹੋਰ ਕੰਮ ਤੇ ਮਿਲ ਜਾਂਦੇ, ਕੋਈ ਨਹੀਂ ਮੈਂ ਓਵਰਟਾਈਮ ਕਰ ਲੈਣਾ ਬਿਕਾਜ਼ ਮੈਨੂੰ ਕੀ ਚਾਹੀਦਾ, ਜਦੋਂ ਮੈਂ ਇੰਡੀਆ ਜਾਣਾ ਮੈਨੂੰ 3-4 ਸੂਟ ਹੋਰ ਚਾਹੀਦੇ ਆ, ਹੈਨਾ। ਸੋ ਉਹਨਾਂ ਨੇ ਓਵਰਟਾਈਮ ਕਰੀ ਜਾਣਾ ਕਿ ਮੇਰੇ ਥੋੜੇ ਜਿਹੇ ਪੈਸੇ ਹੋ ਜਾਣ, ਤੇਰੇ ਹੋਰ ਪੈਸੇ ਹੋ ਜਾਣ, ਮੈਂ ਉੱਥੇ ਜਾ ਕੇ ਹੋਰ ਦਿਖਾਵਾ ਕਰ ਲਵਾਂ ਪੰਜਾਬ ਦੇ ਵਿੱਚ, ਜਾਂ ਮੈਂ ਇੱਥੇ ਦਿਖਾਵਾ ਹੋਰ ਕਰ ਲਵਾਂ। ਕੀ ਕੀਤਾ, ਜਿਹੜੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਸੀ ਉਹ ਕੀਤਾ ਨਹੀਂ ਹੈਗਾ, ਬਾਅਦ ਚ ਬੱਚੇ ਵਿਗੜ ਗਏ। ਸੋ ਦ ਬਿਗੇਸਟ ਇਨਵੈਸਟਮੈਂਟ, ਮੇਰਾ ਫਾਦਰ ਆਲਵੇਜ਼ ਮੈਨੂੰ ਕਹਿੰਦਾ ਹੁੰਦਾ ਸੀ, ਠੀਕ ਹੈ ਮੇਰੇ ਕੋਲ ਬਿਜ਼ਨੈਸ ਹੈਗੇ ਆ, ਮੇਰੇ ਕੋਲ ਆਹ ਚੀਜ਼ ਹੈਗੇ ਆ, ਪਰ ਮੀ ਐਂਡ ਮਾਈ ਬ੍ਰਦਰ ਜਿਹੜੇ ਅਸੀਂ ਦੋ ਸੀਗੇ ਉਹਨਾਂ ਦੇ ਸਨਸ, ਅਸੀਂ ਉਹਦੇ ਸਭ ਤੋਂ ਵੱਡੀ ਇਮਾਨਤ ਆ ਸਾਡਾ ਕੈਰੈਕਟਰ। ਤੁਹਾਡੇ ਬੱਚਿਆਂ ਦਾ ਕੈਰੈਕਟਰ ਇਜ਼ ਯੋਰ ਮੋਸਟ ਵੈਲਿਊਬਲ ਥਿੰਗ ਦੈਟ ਯੂ ਹੈਵ। ਉਹਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕਰੋ। ਥੋੜੀ ਜਿਹੀ ਐਕਸਟਰਾ ਓਵਰਟਾਈਮ ਕਰ ਲੈਣੀ ਥੋੜੇ ਜਿਹੇ ਸੂਟਾਂ ਖਰੀਦਣ ਲਈ, ਬਾਅਦ 'ਚ ਤੁਹਾਨੂੰ ਬਾਅਦ ਸੂਟ ਨਹੀਂ ਯਾਦ ਰਹਿਣੇ, ਹੈ ਨਾ। ਪਰ ਜਿਹੜੇ ਉਹ ਟਾਈਮਸ ਜਾਂ ਤੁਸੀਂ ਬੱਚਿਆਂ ਨਾਲ ਗੱਲਾਂ ਕੀਤੀਆਂ, ਤੁਹਾਨੂੰ ਬੱਚਿਆਂ ਨੂੰ ਹਰੇਕ ਗੱਲ ਦੀ ਯਾਦ ਰਹਿਣੀ ਆ। ਅਤੇ ਜਦੋਂ ਤੁਸੀਂ ਬੱਚਿਆਂ ਨਾਲ ਗੱਲ ਕਰੋ, ਬਹੁਤ ਰਿਸਪੈਕਟ ਨਾਲ ਗੱਲ ਕਰੋ, ਔਰ ਇੱਦਾਂ ਟਰੀਟ ਕਰੋ ਕਿ ਉਹ ਐਡਲਟ ਆ। ਫਿਰ ਤੁਹਾਡੇ ਬੱਚੇ ਕੀ ਕਰਦੇ ਆ, ਤੁਹਾਨੂੰ ਵਾਪਸ ਰਿਸਪੈਕਟ ਨਾਲ ਗੱਲ ਕਰਦੇ ਆ। ਜੇ ਤੁਸੀਂ ਬੱਚਿਆਂ ਨੂੰ ਝਰਕੇ ਮਾਰਦੇ ਆ, ਬੱਚਿਆਂ ਨੇ ਵਾਪਸ ਤੁਹਾਨੂੰ ਝਰਕੇ ਮਾਰਨੇ ਆ। ਸੋ ਇਹ ਇੱਕ ਪੈਟਰਨ ਆਫ ਬਿਹੇਵੀਅਰ ਹੁੰਦਾ ਆ। ਸੋ that's about it for myself. Hopefully ਤੁਹਾਨੂੰ ਇਹ ਚੀਜ਼ਾਂ valuable ਲੱਗੀਆਂ। Has anybody got any specific questions? ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਇਹ ਪਤਾ ਨਹੀਂ ਲੱਗਿਆ ਜੀ ਸੈਸ਼ਨ ਦਾ ਕਿ ਆਪਣਾ ਮਤਲਬ 1 ਘੰਟਾ 15 ਮਿੰਟ ਕਿਵੇਂ ਨਿਕਲ ਗਏ ਜੀ। ਬਿਲਕੁਲ ਪਤਾ ਨਹੀਂ ਲੱਗਿਆ ਜੀ, ਇੰਨਾ ਇਨਫੋਰਮੇਟਿਵ ਸੈਸ਼ਨ ਸੀਗਾ। ਆਪਣੇ ਕੋਲ ਬਹੁਤ ਪੋਜ਼ਿਟਿਵ ਫੀਡਬੈਕ ਜਿਹੜੀ ਸੰਗਤ ਦੀ ਆਈ ਹੈ ਜੀ, ਔਰ ਸੰਗਤ ਵੱਲੋਂ ਬੇਨਤੀ ਹੈ ਭਾਈ ਸਾਹਿਬ ਕਿ ਇਸ ਤਰ੍ਹਾਂ ਦੇ ਸੈਸ਼ਨ ਜਿਹੜੇ ਆ ਉਹ ਸੰਗਤ ਵੱਲੋਂ ਹੈਗੀ ਸਪੈਸ਼ਲੀ ਫॉर ਪੇਰੈਂਟਸ ਜਿਹੜੇ ਹਰ ਹਫਤੇ ਆਰਗੇਨਾਈਜ਼ ਕਰ ਦਿਓ। ਸਾਡਾ ਪਲਾਨ ਸੀਗਾ ਸਿੱਖ ਯੂਥ ਵਾਸਤੇ ਆਰਗੇਨਾਈਜ਼ ਕਰਨ ਦਾ ਤੇ ਨਾਲ ਪੇਰੈਂਟਸ ਦਾ ਪਹਿਲਾ ਸੈਸ਼ਨ, ਬਟ ਸੰਗਤ ਵੱਲੋਂ ਬੇਨਤੀ ਹੈ ਜੀ ਕਿ ਸੰਗਤ ਮਤਲਬ ਪੇਰੈਂਟਸ ਵਾਸਤੇ ਇਸ ਤਰ੍ਹਾਂ ਦੇ ਸੈਸ਼ਨ ਹੋਰ ਆਰਗੇਨਾਈਜ਼ ਕੀਤੇ ਜਾਣ ਜੀ। ਇਹ ਇੱਕ ਫੀਡਬੈਕ ਆਈ ਹੈ ਜੀ। ਉਸ ਤੋਂ ਇਲਾਵਾ ਆਪਣੇ ਕੋਲ ਇੱਕ ਕੁਐਸਚਨ ਆਇਆ ਭਾਈ ਸਾਹਿਬ ਕਿ ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਆਪ ਜੀ ਨੇ ਸ਼ੇਅਰ ਕੀਤਾ ਸੀਗਾ ਕਿ ਬੱਚਿਆਂ ਦਾ ਸਕਰੀਨ ਟਾਈਮ ਜਿਹੜਾ ਘਟਾਇਆ ਜਾਵੇ, ਉਹਦੇ 'ਚ ਇੱਕ ਵੀਰ ਜੀ ਦਾ ਕੁਐਸਚਨ ਹੈ ਜੀ ਕਿ ਨਾਊਡੇਜ਼ ਚਿਲਡਰਨ ਨੀਡ ਕੰਪਿਊਟਰਸ ਐਂਡ ਟੈਬਲੇਟਸ ਟੂ ਸਟੱਡੀ ਫਰਮ ਹੋਮ, ਹਾਊ ਕੈਨ ਵੀ ਐਡਰੈਸ ਦੈਟ ਇਨ ਕਰੰਟ ਟਾਈਮ। ਕਿ ਕਈ ਸਕੂਲ ਵੀ ਜਿਹੜੇ ਆ ਮੈਂਡੇਟਰੀ ਕਰਦੇ, ਦੇ ਪ੍ਰੋਵਾਈਡ ਆਈਪੈਡਸ ਜਿਹਦੇ ਤੇ ਕਿ ਪੜ੍ਹਾਈ ਕਰਨੀ ਆ, ਫਿਰ ਬੱਚਿਆਂ ਨੂੰ ਉਹਦੀ ਆਦਤ ਬਣ ਜਾਂਦੀ ਹੈ ਜੀ। ਤੇ ਉਹਦੇ ਤੇ ਇਹਦੇ ਉੱਤੇ ਮੇਰਾ ਪੂਰਾ ਲੈਕਚਰ ਆ। ਉਹ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਹੁੰਦਾ ਆ ਕਿ ਬੇਸਿਕਲੀ, ਅਤੇ ਜੇ ਤੁਸੀਂ ਚਾਹੁੰਦੇ ਆ, ਬਿਕਾਜ਼ ਬੈਟਰ ਇਹ ਆ ਕਿ ਤੁਸੀਂ ਆਪਣਾ ਇਨੀਸ਼ੀਅਲ ਆ, ਹਨਾ, ਇਹ ਆਪਣੇ ਪਹਿਲਾ ਸੈਸ਼ਨ ਆ, ਤੁਸੀਂ ਬਾਅਦ ਚ ਆਪਣੇ ਹੋਰ ਜਿਹੜੇ ਰਿਸ਼ਤੇਦਾਰ ਆ ਜਾਂ ਗੁਰਦੁਆਰੇ ਦੇ ਵਿੱਚ ਹੋਰ ਸੰਗਤਾਂ ਆ ਉਹਨਾਂ ਨੂੰ ਦੱਸੋ ਕਿ ਇੱਦਾਂ ਦੇ ਸੈਸ਼ਨ ਹੋ ਰਹੇ ਆ। ਫਿਰ ਜਦੋਂ ਆਪਣੇ ਕੋਲ ਕਾਫੀ ਸੈਸ਼ਨ ਹੋ ਗਏ, ਸੰਗਤ ਹੋ ਗਈ, ਫਿਰ ਆਪਾਂ ਕੀ ਕਰ ਸਕਦੇ ਆ ਕਿ ਇੱਕ ਵਾਰੀ ਆਪਾਂ ਪੈਰੈਂਟਿੰਗ ਕੋਰਸ ਕਰ ਸਕਦੇ ਆ ਆਨਲਾਈਨ, ਪਰ ਬਿਕਾਜ਼ ਉਹ 7 ਘੰਟੇ ਦਾ ਆ, ਆਪਾਂ ਇੱਦਾਂ ਕਰ ਸਕਦੇ ਆ ਕਿ ਅੱਧੇ ਘੰਟੇ ਦਾ ਕਰ ਸਕਦੇ ਆ। ਸੋ ਵੀ ਕੈਨ ਡੂ ਇਟ ਓਵਰ ਮੇਬੀ 10 ਸੈਸ਼ਨਸ, ਹਨਾ। ਪਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੈਲਿਊ ਤੁਹਾਨੂੰ ਉਹਦੇ ਵਿੱਚ ਮਿਲਣਾ ਕਿ ਜਿਹੜਾ ਪੂਰਾ ਪੈਰੈਂਟਿੰਗ ਕੋਰਸ ਹੈ, ਉਹਦੇ ਵਿੱਚ ਸਾਰਾ ਕੁਝ ਐਕਸਪਲੇਨ ਕੀਤਾ ਹੁੰਦਾ। ਸੋ ਵੀ ਜਿਹੜੀ ਜੌਬਸ ਆਫ ਦਾ ਫਿਊਚਰ ਆ, ਹਨਾ, ਕਿਹੜੀ ਜੌਬਸ ਆਫ ਦਾ ਫਿਊਚਰ, ਉਹ ਜੌਬਾਂ ਹੋਣੀਆਂ ਆ ਜਿਹੜੀ ਕੰਪਿਊਟਰ ਬੇਸਡ ਹੋਣੀਆਂ, ਬਿਕਾਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਆ। ਹੁਣ ਸਾਡਾ ਜਨਰੇਸ਼ਨ ਤਾਂ ਰਿਟਾਇਰ ਹੋ ਜਾਣਾ, ਸਾਨੂੰ ਤਾਂ ਕੋਈ ਫਰਕ ਨਹੀਂ ਹੈਗਾ, ਹਨਾ। ਪਰ ਜਿਹੜਾ ਗਾਂ ਦਾ ਜਨਰੇਸ਼ਨ ਆ, ਉਹਨਾਂ ਨੂੰ ਉਹ ਜੌਬਾਂ ਜਿਹੜੀ ਐਲਗੋਰਿਥਮ ਕਰ ਸਕਦੀ ਆ, ਮੈਜੋਰਟੀ ਜਿਹੜੀਆਂ ਤਕਰੀਬਨ 40% ਆਫ ਦ ਵਰਲਡ ਜੌਬਸ ਆਰ ਗੋਇੰ ਟੂ ਡਿਸਅਪੀਅਰ।
ਫੋਰ ਐਗਜ਼ਾਮਪਲ ਕੋਈ ਗੱਡੀਆਂ ਚਲਾਉਣ ਦੀ ਜੌਬਾਂ ਨਹੀਂ ਹੋਣੀਆਂ ਬਿਕਾਜ਼ ਦੇ ਕੈਨ ਬੀ ਆਟੋਮੇਟਿਡ, ਕੋਈ ਡਿਲੀਵਰੀ ਦੀ ਜੌਬਾਂ ਨਹੀਂ ਹੋਣੀਆਂ, ਈਵਨ ਡਾਕਟਰਸ। ਕਈ ਲੋਕ ਸੋਚਦੇ ਕਿ ਸਿਰਫ ਜਿਹੜੇ ਮੈਨੂਅਲ ਲੇਬਰ ਜੌਬਾਂ ਹੋਣੀਆਂ ਨਾ, ਪਰ ਆਈ ਵਰਕ ਇਨ ਹੈਲਥ ਕੇਅਰ ਹੈ ਨਾ, ਸਾਡੇ ਕੋਲ ਹੁਣ ਇੱਦਾਂ ਦੇ ਐਪਸ ਤੇ ਕੰਪਿਊਟਰ ਪ੍ਰੋਗਰਾਮਸ ਦੇ ਦਿੱਤੇ ਹੈ ਨਾ। ਹੁਣ ਜੇ ਕੋਈ ਅਸੀਂ ਉਹਨਾਂ ਦੇ ਵਿੱਚ ਆਪਣੇ ਕੋਈ ਗਾਹਕ ਦਾ ਅਸੀਂ ਉਹਨਾਂ ਦੇ ਸਿੰਪਟਮਸ ਪਾਈ ਗਏ ਇਨ ਦੈਮ ਐਪਸ ਹੈ ਨਾ, ਸਾਡਾ ਜਿਹੜਾ ਉਹ ਕਰੈਕਟ ਡਾਇਗਨੋਸਿਸ ਰੇਟ 90% ਆ ਉਸ ਐਪਾਂ ਦਾ। ਤੁਸੀਂ NHS ਦਾ ਡਾਕਟਰ ਆ, ਉਹਦਾ ਕਰੈਕਟ ਡਾਇਗਨੋਸਿਸ ਰੇਟ 70% ਆ। ਤਾਂ ਫਿਰ ਉਹਨਾਂ ਨੇ ਇੱਦਾਂ ਦੇ ਐਪ ਹੁਣੀ ਬਣਾ ਲਏ ਜਿਹੜੇ ਡਾਕਟਰਾਂ ਨਾਲ ਜ਼ਿਆਦਾ ਐਫੀਸ਼ੀਐਂਟ ਆ। ਸੋ ਬਹੁਤ ਸਾਰੀਆਂ ਜੌਬਾਂ ਡਿਸਅਪੀਅਰ ਹੋਣੀਆਂ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਬੱਚਿਆਂ ਤੋਂ ਟੈਕਨੋਲੋਜੀ, ਇਹ ਨਾ ਹੋਵੇ ਕਿ ਤੁਸੀਂ ਘਰ 'ਚ ਕਹਿ ਦਿਓ ਕਿ ਸਾਰਾ ਕੁਝ ਬੰਦ ਆ, ਸਾਰਾ ਕੁਝ ਕੱਢ ਦਿਓ। ਇਹ ਚੀਜ਼ਾਂ ਨਹੀਂ ਚਾਹੁੰਦੇ। ਚੀਜ਼ ਇਹ ਆ ਕਿ ਤੁਸੀਂ ਬੱਚਿਆਂ ਨੂੰ ਇਹ ਸਿਖਾਉਣਾ ਕਿ ਤੁਸੀਂ ਟੈਕਨੋਲੋਜੀ ਕੰਟਰੋਲ, ਕਿ ਤੁਸੀਂ ਟੈਕਨੋਲੋਜੀ ਨੂੰ ਕੰਟਰੋਲ ਕਰਨਾ, ਤੁਹਾਡਾ ਟੈਕਨੋਲੋਜੀ ਤੁਹਾਨੂੰ ਨਾ ਕੰਟਰੋਲ ਕਰੇ। ਸੋ ਪਹਿਲਾਂ ਇਹ ਚੀਜ਼ ਆ ਕਿ ਤੁਸੀਂ ਇਹ ਚੀਜ਼ ਕ੍ਰੀਏਟ ਕਰਨੀ ਕਿ ਤੁਸੀਂ ਆਪਣੀ ਕਿਹੜੀ ਟੈਕਨੋਲੋਜੀ ਆ ਉਹਨੂੰ ਕੰਟਰੋਲ ਕਰਨਾ ਪਓ। ਜਦੋਂ ਤੁਸੀਂ ਆਪ ਕਰੋਗੇ ਤੁਸੀਂ ਦੇਖਣਾ ਕਿ ਕਿੰਨਾ ਡਿਫਿਕਲਟ ਚੀਜ਼ ਹੈ ਇਹ, ਹੈ ਨਾ। ਜਦੋਂ ਤੁਸੀਂ ਆਪ ਕਰੋਗੇ ਕਿ ਮੈਂ ਆਪਣਾ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਯੂਜ਼ ਜਾਂ ਹੋਰ ਯੂਜ਼ ਥੋੜ੍ਹਾ ਜਿਹਾ ਘਟਾਉਣਾ ਪਵਾਂ ਕਿ ਇਹਦਾ ਕੀ ਅਸਰ ਹੁੰਦਾ ਆ। ਐਂਡ ਕਈ ਲੋਕ ਐਕਸਟ੍ਰੀਮ ਲੈ ਜਾਂਦੇ, ਉਹ ਬਿਲਕੁਲ ਸਾਰਾ ਕੁਝ ਬੰਦ ਕਰ ਦਿੰਦੇ ਫॉर 30 days, ਪਰ ਬਾਅਦ 'ਚ ਦੱਸਦੇ ਕਿ ਅਸੀਂ ਤਾਂ ਖੁਸ਼ ਬਹੁਤ ਹੋ ਗਏ ਹੁਣ, ਅਸੀਂ ਤਾਂ ਬਾਹਰ ਤੁਰਨ ਫਿਰਨਾ ਪਏ, ਅਸੀਂ ਤਾਂ ਆਹ ਕਰਨਾ ਪਏ। ਸੋ ਰਿਐਲਿਟੀ ਇਜ਼ ਜਿਹੜੇ ਜੌਬਸ ਆਫ ਦਾ ਫਿਊਚਰ ਕ੍ਰੀਏਟਿਵ ਜੌਬਸ ਹੋਣੀਆਂ, ਜਿਹੜਾ ਮੈਂ ਤੁਹਾਨੂੰ ਕਿਹਾ ਸੀ ਬੱਚੇ ਅਬਾਊਟ ਡੀਪ ਪਲੇ ਹੈ ਨਾ, ਜਿਹੜਾ ਡੀਪ ਪਲੇ ਉਹ ਹੁੰਦਾ ਕਿ ਤੁਸੀਂ ਆਪਣੇ ਬੱਚੇ ਨੂੰ ਇਮੈਜੀਨੇਸ਼ਨ ਵਰਤਣੀ ਸਿਖਾਉਣੀ ਆ, ਜਿਹੜੀ ਸਕਰੀਨਾਂ ਦੇ ਉੱਤੇ ਤੁਹਾਡੇ ਬੱਚਿਆਂ ਦੀ ਇਮੈਜੀਨੇਸ਼ਨ ਨਹੀਂ ਵਰਤਣੀ। I'll give you another tip ਹੈ। ਜਦੋਂ ਮੈਂ ਆਪਣਾ ਚਿਲਡਰਨ ਨੂੰ, ਉਹ 3 ਸਾਲਾਂ ਦਾ ਹੀ ਸੀਗੀ ਮੇਰੀ ਡਾਟਰ ਉਸ ਟਾਈਮ ਤੇ, ਮੈਂ ਉਹਨੂੰ ਪ੍ਰਾਈਵੇਟ ਸਕੂਲ 'ਚ ਪਾਇਆ, ਉਹਨੂੰ ਫਰੈਂਚ ਸਿਖਾਉਣ ਲੱਗ ਪਏ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਤੁਸੀਂ ਮੇਰੇ 3 ਸਾਲ ਦੀ ਲੜਕੀ ਆ, ਤੁਸੀਂ ਹੁਣੀ ਉਹਨੂੰ ਫਰੈਂਚ ਸਿਖਾਉਣ ਲੱਗ ਪਏ ਹੈ ਨਾ। ਉਹਨਾਂ ਨੇ ਮੈਨੂੰ ਇਹ ਕਿਹਾ ਸੀ ਬਿਟਵੀਨ ਦੀ ਏਜ ਆਫ 18 months ਐਂਡ 4 years, ਜਿੰਨਾ ਉਸ ਏਜ ਦੇ ਵਿੱਚ ਬੱਚਾ ਵੋਕੈਬੂਲਰੀ ਸਿੱਖਦਾ ਆ, ਬਾਕੀ ਲਾਈਫ ਦੇ ਵਿੱਚ ਉਹਨੇ ਸਿੱਖਣੀ ਨਹੀਂ ਹੈਗੀ। ਤਾਂ ਫਿਰ ਜਿੰਨੀ ਤੁਸੀਂ ਡਿਫਰੈਂਟ ਲੈਂਗੁਏਜ ਆ ਉਹਨੂੰ ਸਿਖਾ ਲਓ, ਉਹਨਾਂ ਨੇ ਬਾਈਲਿੰਗੁਅਲ ਹੋ ਜਾਣਾ, ਉਹਨੇ ਕੰਫਰਟੇਬਲ ਹੋਣਾ ਡਿਫਰੈਂਟ ਲੈਂਗੁਏਜਸ ਨਾਲ। ਅਸੀਂ ਕੀ ਕਰਨਾ ਪਏ ਸਾਡੇ ਕੈਂਪਾਂ ਦੇ ਵਿੱਚ, ਅਸੀਂ ਸਾਰੇ ਪੈਰੈਂਟਾਂ ਨੂੰ ਕਹਿ ਦਿੰਦੇ ਬਿਟਵੀਨ ਦੀ ਏਜ ਆਫ 18 months ਐਂਡ 3 ਸਾਲਾਂ ਦੇ ਵਿੱਚ ਜਾਂ 4 ਸਾਲਾਂ ਦੇ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਜਿਹੜੇ ਲਫ਼ਜ਼ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਿਖਾ ਲਓ। ਫਿਰ ਜਦੋਂ ਉਹ ਬੱਚਾ ਕੀਰਤਨ ਸੁਣਦਾ ਆ, ਉਹਨੂੰ ਬਹੁਤ ਸਾਰੀ ਚੀਜ਼ਾਂ ਦਾ ਆਟੋਮੈਟਿਕ ਉਹਨੂੰ ਮੀਨਿੰਗ ਪਤਾ ਲੱਗ ਜਾਂਦਾ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਆ ਜਿਹੜੀ ਅਸੀਂ ਕਦੀ ਸੋਚਿਆ ਨਹੀਂ ਹੈਗਾ। So the jobs of the future are going to be the ones that are not manual, ਜਾਂ ਉਹ ਜੌਬਸ ਜਿਹੜੀਆਂ ਇੱਕ ਕੋਈ ਵੀ ਐਲਗੋਰਿਦਮ ਜਾਂ ਐਪ ਕਰ ਸਕਦਾ ਆ। ਜੌਬਸ of the future ਉਹ ਹੋਣੀਆਂ ਆ ਜਿਹੜੀ ਆ ਕ੍ਰੀਏਟਿਵ। ਤਾਂ ਫਿਰ ਬੱਚਿਆਂ ਨੂੰ ਇਹ ਸਿਖਾ ਲਓ ਕਿ ਤੁਹਾਡੇ ਕੋਲ ਕੰਪਿਊਟਰਸ ਹੋਣ, ਆਪਣਾ ਹੋਮਵਰਕ ਕਰੋ, ਸਾਰਾ ਕੁਛ ਕਰੋ, get to the highest levels of education and society, ਪਰ ਇਹ ਨਾ ਹੋਵੇ ਕਿ ਤੁਹਾਡਾ ਕਿਹੜਾ ਟੈਕਨੋਲੋਜੀ ਤੁਹਾਨੂੰ ਕੰਟਰੋਲ ਕਰੇ, ਤੁਸੀਂ ਉਹਨੂੰ ਨਾ ਕੰਟਰੋਲ ਕਰ ਸਕਦੇ। The control ਕਿਹਦੇ ਕੋਲ ਆ? You should be able to walk away at any time. This is the key thing with addiction. If you go to Malaysia, Indonesia, South Korea, ਉੱਥੇ ਕਈ ਤਰ੍ਹਾਂ ਦੇ ਨੌਜਵਾਨ ਆ ਜਾਂ ਐਡਲਟਸ ਵੀ ਆ ਜਿਹੜੇ ਮਰ ਗਏ ਕੰਪਿਊਟਰ ਗੇਮਾਂ ਖੇਲ ਕੇ, ਸਪੈਸ਼ਲੀ Fortnite। ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਹੋਣਾ Fortnite ਕੀ ਆ, ਹੈ ਨਾ। ਉੱਥੇ ਕਈਆਂ ਨੇ 24 hour 26 hour Fortnite ਖੇਲਦੇ ਰਹੇ, ਖਾਣਾ ਕੁਛ ਖਾਧਾ ਨਹੀਂ, ਉਹ ਐਗਜ਼ੌਸਸ਼ਨ ਤੋਂ ਉਹ ਹਸਪੀਟਲਾਈਜ਼ ਹੋ ਗਏ। That's how addicted these games are. They're designed to be addictive, ਹੈ ਨਾ। So ਜਦੋਂ ਮੈਂ ਤੁਹਾਡੇ ਨਾਲ ਉਹ ਲੈਕਚਰ ਕਰੂੰਗਾ, it will totally open your eyes to a lot of things. So you have to understand the effects of artificial intelligence on the jobs market of the future, ਹੈ ਨਾ। So your children, ਉਹਨਾਂ ਨੂੰ they need to be comfortable with technology, ਪਰ ਇਹ ਨਹੀਂ ਹੈਗਾ ਕਿ ਤੁਹਾਡਾ ਉਹ ਟੈਕਨੋਲੋਜੀ ਉਹਨਾਂ ਦਾ ਲਾਈਫ ਨੂੰ ਡੋਮੀਨੇਟ ਕਰੇ। ਜੇ ਤੁਸੀਂ ਹੈ ਨਾ, ਆਪਾਂ ਹੁਣ ਸਾਰੇ ਸ਼ਹਿਰੀ ਹਾਂ, ਹੁਣ ਮੈਂ ਵੀ ਪਹਿਲਾਂ ਤੋਂ ਸ਼ਹਿਰੀ ਹਾਂ, ਅਸੀਂ ਪਹਿਲਾਂ ਲੰਡਨ 'ਚ ਰਹੇ ਸੀ, ਪਰ ਮੈਂ ਹੁਣ ਜਦੋਂ ਮੈਂ ਆਪਣੀ ਬਿਜ਼ਨਸ ਸੈਟਅਪ ਕਰ ਲਈ, ਮੈਂ ਕੰਟਰੀ ਸਾਈਡ 'ਚ ਆ ਗਿਆ। ਬਿਕਾਜ਼ I've realized as a human being we cannot live in concrete environments. ਅਸੀਂ ਕੰਕਰੀਟ ਦੇ ਵਿੱਚ ਨਹੀਂ ਰਹਿ ਸਕਦੇ, ਸਾਨੂੰ ਹਰਿਆਵਲੀ ਚਾਹੀਦੀ ਆ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਜਿਹੜਾ ਬੰਦਾ ਸ਼ਹਿਰ 'ਚ ਰਹਿੰਦਾ ਆ, ਤੁਸੀਂ ਆਪਣੇ ਬੱਚਿਆਂ ਨਾਲ ਤਾਂ ਤੁਸੀਂ ਆਪ ਵੀਕਐਂਡ ਲਈ ਬਾਹਰ ਚਲ ਜਾਓ,
ਜਿੱਥੇ ਕੰਟਰੀ ਸਾਈਡ ਆ ਜਾਂ ਹਰਿਆਵਲੀ ਆ, ਜਦੋਂ ਤੁਸੀਂ ਮੰਡੇ ਵਾਪਸ ਕੰਮ ਤੇ ਜਾਓਗੇ, ਸਟੈਟਿਸਟਿਕਸ ਸ਼ੋ ਕਿ ਤੁਹਾਡਾ ਬ੍ਰੇਨ 15% ਮੋਰ ਐਫੀਸ਼ੀਐਂਟਲੀ ਕੰਮ ਕਰੂਗਾ, 15%। ਇਸ ਬਿਕਾਜ਼ ਅਸੀਂ ਹੁਣ ਜੰਗਲਾਂ 'ਚ ਆ ਗਏ, ਕੰਕਰੀਟ ਦੇ ਜੰਗਲਾਂ 'ਚ, ਸ਼ਹਿਰਾਂ 'ਚ ਇੱਦਾਂ ਆ ਗਏ। ਸੋ ਵੀ ਨੀਡ ਟੂ ਥਿੰਕ ਅਬਾਊਟ ਆਲ ਆਫ ਥੀਸ ਥਿੰਗਸ, ਐਂਡ ਬਾਅਦ 'ਚ ਜਿਹੜੇ ਟਿਪਸ ਆ ਦੇ ਬੀ ਮੋਰ ਗੁਰਮਤ ਬੇਸਡ, ਬਟ ਦ ਕੀ ਥਿੰਗ ਜਿਹੜੇ ਜਿੰਨੇ ਵੀ ਮੇਰੇ ਲੈਕਚਰਸ ਆ, ਦੇ ਆਲ ਅਬਾਊਟ ਆਪਾਂ ਪ੍ਰੈਕਟੀਕਲੀ ਕਿੱਦਾਂ ਸਿੱਖੀ ਆਪਣੀ ਲਾਈਫ ਚਲਾਉਣੀ ਆ। ਸੋ ਜਿਹੜਾ ਮੈਂ ਕੁਇਕ ਰੀਕੈਪ ਕਿ ਤੁਸੀਂ ਰਿਅਲਾਈਜ਼ ਕਰੋ ਤੁਹਾਡਾ ਪੈਰੈਂਟਿੰਗ ਸਟਾਈਲ ਡਿਫਰੈਂਟ ਹੋਣਾ ਚਾਹੀਦਾ ਆ from the one you had from India. Your parenting style here should be inspirational, and ਤੁਹਾਡਾ ਕਿਹੜਾ parenting style ਇਹ ਹੋਣਾ ਚਾਹੀਦਾ ਕਿ ਤੁਸੀਂ ਬੱਚਿਆਂ ਨੂੰ ਚੀਜ਼ਾਂ ਸਮਝਾਓ। ਤੁਹਾਡਾ ਜਿਹੜਾ ਬੱਚਿਆਂ ਨੂੰ ਇਹ ਸਿਖਾ ਲਓ ਕਿ ਤੁਸੀਂ ਗੁਰਬਾਣੀ ਨਾਲ ਸੈਲਫ ਸਫੀਸ਼ੀਐਂਟ ਕਿੱਦਾਂ ਬਣਨਾ ਆ। ਸਿਮਰਨ ਟਾਈਮ ਬੱਚਿਆਂ ਨਾਲ ਕਰੋ, ਬੱਚਿਆਂ ਨੂੰ ਦੱਸੋ ਸਿਮਰਨ ਦੀ ਵੈਲਿਊ, ਆਪ ਸਿਮਰਨ ਨਾਲ ਬੱਚਿਆਂ ਦੇ ਨਾਲ ਕਰੋ। ਬੱਚਿਆਂ ਨੂੰ ਸਿਖਾ ਲਓ ਕਿ ਜੇ ਉਹ ਕਦੀ ਡਰਦੇ ਹੋਣ ਜਾਂ ਕਦੀ ਐਂਕਸ਼ੀਅਸ ਹੋਣ, ਜੋ ਵੀ ਮਰਜ਼ੀ ਕਰਨ, ਉਹ ਹਮੇਸ਼ਾ ਅਰਦਾਸ ਕਰ ਸਕਦੇ ਆ ਤੇ ਸਿਮਰਨ ਕਰ ਸਕਦੇ ਆ। ਉਹ ਉਹਨਾਂ ਦੀ ਲਾਈਫ ਲਈ ਇੱਕ ਵਾਈਟਲ ਸਕਿੱਲ ਆ, ਹੈਨਾ। ਐਂਡ ਦਿਸ ਥਿੰਗ ਅਬਾਊਟ ਸਕਰੀਨ ਟਾਈਮ ਐਜ਼ ਵੈਲ, ਆਪਾਂ ਇਹ ਵੀ ਅੱਜ ਗੱਲ ਕਰ ਲਈ। ਥੈਂਕ ਯੂ ਜੀ। ਹਾਂਜੀ, ਇੱਥੇ 2 ਕੁਐਸਚਨ ਹੋਰ ਆਏ ਨੇ ਜੀ। ਐਕਚੁਅਲੀ ਇੱਕ ਕੁਐਸਚਨ ਤਾਂ ਹੈਗਾ ਜੀ, ਆਰ ਦੇयर ਐਨੀ ਸਿਮਿਲਰ ਸੈਸ਼ਨਸ ਬੀਇੰਗ ਕੰਡਕਟਡ ਐਜ਼ ਪਰ ਕੈਨੇਡੀਅਨ ਟਾਈਮ? ਕੋਈ ਉੱਥੇ ਕੋਈ ਇਸ ਤਰ੍ਹਾਂ ਦੇ? No, what we're doing is we're doing a lot of sessions. So last night I was doing one, and then in a few hours I'm going to be doing one with New York Sangat. So ਲੋਕਾਂ ਨੂੰ ਹੁਣ ਥੋੜਾ ਜਿਹਾ they're waking up to ਆਪਾਂ good practice ਆਪਣੇ ਪੰਥ ਦੇ ਵਿੱਚ ਆਪਾਂ ਸ਼ੇਅਰ ਕਰ ਸਕਦੇ ਹਾਂ। ਹਾਂਜੀ। So like we're doing the camp at the moment, ਉਹਦੇ ਵਿੱਚ 1000 ਸੰਗਤ ਹੈਗੀ ਆ। So what I would say to ਜਿੰਨੀਆਂ ਵੀ ਸੰਗਤਾਂ ਆ, ਜਿਹੜੇ ਸਾਡੇ ਮੇਨ ਗਰੁੱਪਸ ਇੱਥੇ UK ਦੇ ਵਿੱਚ ਇਹ ਆ ਕਿ ਖਾਲਸਾ ਫਾਊਂਡੇਸ਼ਨ, ਜਿਹਦੇ ਸਾਰੇ ਸਾਡੇ ਕੋਲ ਸਪੀਕਰਸ ਆ। ਸੋ ਦਾਸ ਸਿਰਫ ਇੱਕ ਸਪੀਕਰ ਆ, ਸਾਡੇ ਕੋਲ 21 ਸਪੀਕਰਸ ਆ, ਜਿਹਦੇ ਵਿੱਚ ਮਨਵੀਰ ਸਿੰਘ ਆ, ਮਨਦੀਪ ਕੌਰ ਆ, ਵਿਜੇ ਸਿੰਘ ਆ, ਜਸਪ੍ਰੀਤ ਸਿੰਘ ਆ। ਸੋ ਵੀ ਆਲ ਇੱਥੇ ਜਿਹੜਾ ਸਾਡਾ ਟੈਲੈਂਟ ਆ ਇੰਗਲੈਂਡ 'ਚ ਬੈਠਾ, ਉਹ ਸਾਰੇ ਉੱਥੇ ਹੈਗੇ। ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਕਾਫੀ ਸਪੀਕਰਸ ਆ। ਹੁਣ ਖਾਲਸਾ ਫਾਊਂਡੇਸ਼ਨ ਇੰਡੀਆ ਦੇ ਵਿੱਚ ਵੀ ਕਾਫੀ ਸਪੀਕਰਸ ਹੁਣ ਜੁਆਇਨ ਕਰਨਾ ਪਏ ਸਾਡੇ ਨਾਲ। ਐਂਡ ਅਸੀਂ ਚਾਹੁੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ, ਬਿਕਾਜ਼ ਅਲਟੀਮੇਟਲੀ ਤੁਹਾਡੀ ਕਿਹੜੀ ਕਮਿਊਨਿਟੀ ਆ, ਤੁਸੀਂ ਜਿੰਨੇ ਮਰਜ਼ੀ ਗ੍ਰਾਂਥੀ ਸਿੰਘ ਲੈ ਆਓ, ਮੈਂ ਉਹਨਾਂ ਨੂੰ ਮਾਰਾ ਨਹੀਂ ਕਹਿੰਦਾ ਇੰਡੀਆ ਤੋਂ, ਹੈਨਾ, ਪਰ ਉਹਨਾਂ ਨੇ ਤੁਹਾਡੇ ਬੱਚਿਆਂ ਨੂੰ ਸਮਝਣਾ ਨਹੀਂ ਹੈਗਾ। ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਰਹੇ ਆ, ਅਤੇ ਖਾਸ ਕਰਕੇ ਜੇ ਇਹਨਾਂ ਨੇ ਕਈ ਸਾਲ ਇੱਥੇ ਰਹੇ ਆ, ਤੁਸੀਂ ਆਪਣੇ ਬੱਚਿਆਂ ਨੂੰ ਸਮਝਣਾ ਆ। ਤਾਂ ਫਿਰ ਜਿੰਨੇ ਤੱਕ ਤੁਸੀਂ ਸਟੇਜਾਂ 'ਤੇ ਜਾ ਕੇ ਲੈਕਚਰ ਨਹੀਂ ਕਰਦੇ, ਤੁਸੀਂ ਸਟੇਜਾਂ 'ਤੇ ਜਾ ਕੇ ਕੈਂਪ ਨਹੀਂ ਚਲਾਉਂਦੇ, ਉਹਨੇ ਚਿਰ ਤੁਹਾਡੀ ਕਮਿਊਨਿਟੀ 'ਤੇ ਮੈਸ ਲੈਵਲ 'ਤੇ ਚੇਂਜ ਨਹੀਂ ਹੋਣਾ। ਹੁਣ ਸਾਡੇ UK ਦੇ ਵਿੱਚ ਸਿਰਫ ਸਾਡੇ ਰਹਿਣ ਸਵਾਈਆਂ ਦੇ ਵਿੱਚ ਸਾਡੇ ਕੋਲ 3000 ਗੁਰਸਿੱਖ ਆ, ਐਂਡ ਉਹਨਾਂ ਦੇ ਵਿੱਚ 80% ਦੇ ਜਿਹੜੇ ਗੁਰਸਿੱਖ ਆ ਉਹ ਸਰਦਾਰ ਸੰਗਰ, ਉਹਨਾਂ ਕੋਲ ਯੰਗ ਏਜ ਤੇ ਕੁਝ ਕੇਸ ਨਹੀਂ ਸੀਗੇ, ਉਹਨਾਂ ਨੇ ਬਾਅਦ 'ਚ ਕੇਸ ਰੱਖੇ ਆ। ਦਿਸ ਇਜ਼ ਮੈਸ ਸੋਸ਼ਲ ਚੇਂਜ। ਇੰਗਲੈਂਡ ਦੇ ਵਿੱਚ ਵੱਡੇ ਲੈਵਲ ਤੇ ਇੱਕ ਲਹਿਰ ਚੱਲੀ ਓਵਰ ਦ ਲਾਸਟ 20 years, ਜਿਹੜੇ ਬਹੁਤ ਸਾਰੇ ਨੌਜਵਾਨ ਸਿੰਘ ਤੇ ਸਿੰਘਣੀਆਂ ਸਿੱਖੀ ਦੇ ਵਿੱਚ ਆਏ ਆ। ਕਾਤੇ ਹੋਇਆ? I was the first one that spoke dual language in ਗੁਰਦੁਆਰੇ, ਫਿਰ ਮਨਵੀਰ ਆ ਗਿਆ, ਫਿਰ ਜਗਰਾਜ ਆ ਗਿਆ from basics, ਫਿਰ ਹੋਰ। ਤੁਸੀਂ ਦੇਖੋ ਮੈਜੋਰਿਟੀ ਜਿਹੜੇ ਸਪੀਕਰਸ ਆ ਇੰਗਲੈਂਡ ਦੇ ਆ, ਬਿਕਾਜ਼ ਇੱਕ ਦੂਜੇ ਨੂੰ ਉਹਨਾਂ ਨੇ ਹੁਣ what we want is ਆਸਟ੍ਰੇਲੀਆ ਦੇ ਵਿੱਚ ਹੁਣ ਸਪੀਕਰ ਤੁਸੀਂ ਤਿਆਰ ਕਰੋ, ਹਨਾ। ਬਿਕਾਜ਼ ਇਹ ਨਹੀਂ ਹੋਵੇ ਕਿ ਤੁਸੀਂ ਜਦੋਂ ਤੁਸੀਂ ਗੁਰਦੁਆਰੇ ਸਟੇਜਾਂ ਤੇ ਬੋਲਦੇ ਆ, ਤੇ ਖਾਸ ਕਰਕੇ ਜਦੋਂ ਬੀਬੀਆਂ ਬੋਲਦੇ ਆ, when ਬੀਬੀਆਂ ਜਿੱਦਾਂ ਮਨਦੀਪ ਕੌਰ ਆ, ਜਿਹਨਾਂ ਤਿਆਰ ਪਰ ਤਿਆਰ ਸਿੰਘਣੀਆਂ ਆ, ਫਿਰ ਕੀ ਹੁੰਦਾ ਸਾਡੇ ਐਵਰੀ ਜਿਹੜੀ ਯੰਗ ਗਰਲ ਆ, ਲੜਕੀ ਆ, ਉਹ ਸੰਗਤ ਵਿੱਚ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਵੀ ਇੱਥੇ ਬੋਲ ਸਕਦੀ ਹਾਂ। ਰੋਲ ਮਾਡਲਸ ਆਰ ਵੈਰੀ ਇੰਪੋਰਟੈਂਟ। ਜਦੋਂ ਅਸੀਂ ਯੰਗ ਹੁੰਦੇ ਸੀ, ਸਾਡੇ ਰੋਲ ਮਾਡਲਸ ਉਹ ਹੁੰਦੇ ਸੀ ਜਿਹੜੇ ਗੈਂਗਸਟਰ ਸੀਗੇ ਸਾਡੇ ਸ਼ਹਿਰਾਂ ਦੇ ਵਿੱਚ। ਅਸੀਂ ਵੀ ਉਹ ਸ਼ੇਰਾ ਪੰਜਾਬ ਜਾਂ ਉਹ ਗਰੁੱਪਾਂ 'ਚ ਆ ਗਏ ਸੀਗੇ। ਫਿਰ ਬਾਅਦ 'ਚ ਜਦੋਂ ਅਸੀਂ ਸਾਰਿਆਂ ਨੇ ਕੇਸ ਰੱਖ ਕੇ ਅੰਮ੍ਰਿਤ ਛਕ ਲਿਆ, ਸਿੱਖੀ ਦੇ ਵਿੱਚ ਆ ਗਏ, ਮੈਜੋਰਿਟੀ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਨੌਜਵਾਨਾਂ ਨੇ ਮੈਂ ਅੰਮ੍ਰਿਤ ਛਕ ਲਿਆ। It's all about who are the first children in your cities. ਉਹ ਕਿਹੜੇ ਡਾਇਰੈਕਸ਼ਨ 'ਚ ਜਾਂਦੇ ਆ। So you can go the Vancouver model, ਜਿੱਥੇ ਉੱਥੇ 100 ਬੱਚਾ ਇੱਕ ਦੂਜੇ ਨੂੰ ਗੋਲੀ ਨਾਲ ਡਰੱਗਾਂ ਉੱਤੇ ਮਾਰ ਲਿਆ। Or you can go to the UK model where we dominate society. ਹਨਾ, ਕਿ ਸਾਰੇ ਸਾਡਾ ਹੁੰਦਾ ਹੈ ਇੰਗਲੈਂਡ ਦੇ ਵਿੱਚ every single child goes to university. ਇਹ ਅਸੀਂ ਬਾਰ ਸੈੱਟ ਕੀਤੇ ਆ। And ਬਹੁਤ ਸਾਰੇ ਹੁਣ ਸਾਡੇ ਜਿਹੜੇ ਬੱਚੇ ਆ, they're going to the top universities because they're all going to the top private schools. ਜਿਹੜੇ ਸਾਡੇ ਹੁਣ ਖਾਲਸਾ ਸਕੂਲਸ ਆ, ਲਾਈਕ ਸਲਾਓ ਮੰਨਿਆ ਪ੍ਰਾਇਮਰੀ ਸਕੂਲ ਆ, the best school in the area. ਹੁਣ ਆਪਣੇ ਕੋਵੈਂਟਰੀ ਵਾਲਾ, ਹੋਰ ਸਾਰੇ we creating the best schools. So ਜਿਹੜਾ ਤੁਹਾਡਾ ਕਮਿਊਨਿਟੀ ਇਨਫਰਾਸਟ੍ਰਕਚਰ ਤੁਹਾਨੂੰ ਬਣਾਉਣਾ ਪੈਣਾ ਹੈ, ਉਦਮ ਕਰਨਾ ਪੈਣਾ ਹੈ।
ਜਿਹੜਾ ਇੱਕ ਬੱਚੇ ਨੂੰ ਵਧੀਆ ਗੁਰਸਿੱਖ ਬਣਾਉਣ ਲਈ ਸਿਰਫ ਮਾਪੇ ਨਹੀਂ ਕਰ ਸਕਦੇ, ਤੁਹਾਡੀ ਸਾਰੀ ਕਮਿਊਨਿਟੀ ਦੀ ਲੋੜ ਆ। ਕਿਸੇ ਨੇ ਉਹਨੂੰ ਗੱਤਕਾ ਸਿਖਾਉਣਾ, ਕਿਸੇ ਨੂੰ ਕੀਰਤਨ ਸਿਖਾਉਣਾ, ਕਿਸੇ ਨੂੰ ਉਹਨਾਂ ਨੂੰ ਮਾਰਸ਼ਲ ਆਰਟ ਸਿਖਾਉਣੀ ਆ ਜਾਂ ਹੋਰ ਕੋਈ ਵੀ ਚੀਜ਼। ਸੋ ਰੀਅਲਾਈਜ਼ ਕਰੋ, ਜਿੰਨਾ ਤੁਸੀਂ ਜ਼ਿਆਦਾ ਟਾਈਮ ਇਨਵੈਸਟ ਕਰ ਸਕਦੇ ਆ ਆਪਣੀ ਕਮਿਊਨਿਟੀ ਦੇ ਵਿੱਚ, ਉਨੀ ਤੁਹਾਡੀ ਕਮਿਊਨਿਟੀ ਨੇ ਤੁਹਾਡੇ ਬੱਚਿਆਂ ਦੇ ਵਿੱਚ ਇਨਵੈਸਟ ਕਰਨੀ ਆ। ਹੁਣ ਮੇਰੇ ਬੱਚੇ ਆ, ਬਹੁਤ ਸਾਰੀ ਸੰਗਤਾਂ 'ਚ ਜਾਂਦੇ ਆ, ਜਿਹੜੇ ਮਰਜ਼ੀ ਸ਼ਹਿਰ 'ਚ ਜਾਂਦੇ, ਸਾਰੇ ਸਾਨੂੰ ਇੱਥੇ ਜਾਣਦੇ ਆ। ਮੈਂ ਬਾਹਰ ਵੀ ਜਾਣਾ, ਸਾਨੂੰ ਸਾਰੇ ਜਾਣਦੇ ਆ। ਉਹ ਸਾਰੇ ਸਾਡੇ ਬੱਚਿਆਂ ਨੂੰ ਇੰਸਪਾਇਰ ਕਰਦੇ ਆ, ਸਾਡੇ ਬੱਚਿਆਂ ਨੂੰ ਲੁੱਕ ਆਫਟਰ ਕਰਦੇ ਆ। ਇੱਕ ਪਿਆਰ ਦਾ ਮਾਹੌਲ ਬਣ ਜਾਂਦਾ। ਸੋ ਜਿੰਨਾ ਤੁਸੀਂ ਮੈਲਬਰਨ ਜਾਂ ਹੋਰ ਵੀ ਤੁਹਾਡੇ ਸ਼ਹਿਰ ਆ, ਤੁਸੀਂ ਉੱਥੇ ਤੁਸੀਂ ਇਨਵੈਸਟ ਕਰੋ ਆਪਣਾ ਟਾਈਮ, ਹਨਾ। ਉਹਦੇ ਵਿੱਚ ਤੁਹਾਡੇ ਬੱਚਿਆਂ ਨੂੰ ਜ਼ਿਆਦਾ ਅਸਰ ਹੋਣਾ। ਪਰ ਜਿਹੜੇ ਉਹ ਬੱਚੇ ਜਦੋਂ ਉਹ ਟੀਨਏਜਰ ਬਣ ਗਏ, ਉਹਨਾਂ ਗਾਂ ਦੇ ਬੱਚਿਆਂ ਤੇ ਜ਼ਿਆਦਾ ਉਹਨਾਂ ਨੇ ਇਫੈਕਟ ਕਰਨਾ ਹੈ। ਠੀਕ ਹੈ। ਖਾਲਸਾ ਕੈਂਪ ਸ਼ੁਰੂ ਕੀਤੇ ਸੀਗੇ, ਹੁਣ ਦਾਸ ਦਾ ਹੁਣ ਬਜ਼ੁਰਗਾਂ ਦੇ ਵਿੱਚ ਆ। ਹੁਣ ਜਿਹੜੇ ਬੱਚੇ ਅਸੀਂ ਤਿਆਰ ਕੀਤੇ ਉਹ ਤਾਂ ਨੈਕਸਟ ਲੈਵਲ ਤੇ ਲੈ ਗਏ ਸਾਰੇ ਕੈਂਪ, ਉਹ ਵਰਲਡ ਵਾਈਡ ਲੈ ਗਏ ਸੀ। ਹਾਂਜੀ, ਸੋ ਇਹ ਚੇਂਜ ਆਉਣਾ ਆ। ਹਾਂਜੀ ਵੀਰ ਜੀ। ਇਹੀ ਅਸੀਂ ਸਾਰੀ ਸੰਗਤ ਜਿਹੜੀ ਇਸ ਵੇਲੇ ਸੁਣ ਰਹੀ ਆ, ਸਾਡੀ ਬੇਨਤੀ ਸਾਰਿਆਂ ਦੇ ਚਰਨਾਂ ਵਿੱਚ ਇਹੀ ਹੈ ਕਿ ਮਨੋਰਥ ਜੋ ਤੁਸੀਂ ਕਿਹਾ ਉਹ ਇਹ ਆ ਕਿ ਜਿੱਦਾਂ ਤੁਸੀਂ ਕਿਹਾ ਵੀ ਖਾਲਸਾ ਫਾਊਂਡੇਸ਼ਨ ਤੁਹਾਡੇ ਕੋਲ ਇੰਨੇ ਸਪੀਕਰਸ ਨੇ, ਕਿ ਜਿਹੜਾ ਇੱਕ ਹੁਣ ਉਹ ਇੱਕ ਸੋਲਿਡ ਦਰਖਤ ਜਿਹਨੂੰ ਕਹਿ ਲਓ, ਇੱਕ ਸੋਲਿਡ ਫਾਊਂਡੇਸ਼ਨ ਤਿਆਰ ਹੋ ਗਈ ਵੀ ਉਹਦਾ ਲੜ ਫੜ ਕੇ ਵੀ ਅਸੀਂ ਕਿਸ ਤਰੀਕੇ ਆਪਣੀ ਜਿਹੜੇ ਸਾਡੇ ਇੱਥੇ ਲੋਕਲ ਯੂਥ ਹੈ ਜਾਂ ਆਉਣ ਵਾਲੀ ਪਨੀਰੀ ਆ, ਜਾਂ ਜਿਹੜੀ ਪਨੀਰੀ ਆਲਰੇਡੀ ਥੋੜਾ ਬਹੁਤਾ ਕੰਮ ਕਰ ਰਹੀ ਆ, ਉਹਨਾਂ ਨੂੰ ਆਪਾਂ ਨਾਲ ਰਲ ਕੇ ਤੇ ਬੱਚਿਆਂ ਨੂੰ ਇਹ ਆਪਾਂ ਸੋਲਿਡ ਗਰਾਊਂਡ ਕਿੱਦਾਂ ਤਿਆਰ ਕਰਨੀ। ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਇਟਸ ਵੈਰੀ ਇੰਪੋਰਟੈਂਟ ਫॉर ਆਲ ਆਫ ਅਸ ਟੂ ਕ੍ਰੀਏਟ ਅ ਰੋਲ ਮਾਡਲਸ ਵਿਦਿਨ ਆਰ ਓਨ ਕਮਿਊਨਿਟੀ। ਚਾਹੇ ਤੁਸੀਂ ਆਪ ਬਣੋ, ਚਾਹੇ ਬੱਚਿਆਂ ਨੂੰ ਪ੍ਰੇਰਨਾ ਕਰਕੇ ਉਹਨਾਂ ਨੂੰ ਲੈ ਕੇ ਆਓ ਅੱਗੇ, ਤੇ ਚਾਹੇ ਉਹ ਜਿਸ ਤਰੀਕੇ ਨਾਲ ਆਪਾਂ ਸਾਰੇ ਇੱਕ ਦੂਜੇ ਸਪੋਰਟ ਕਰਕੇ ਕਰ ਸਕਦੇ ਹਾਂ। ਵੀ ਨੀਡ ਟੂ ਬ੍ਰਿੰਗ ਰੋਲ ਮਾਡਲਸ। ਤੇ ਮੈਂ ਬੇਨਤੀ ਇਹ ਵੀ ਕਰਨਾ ਚਾਹੂੰਗਾ ਸਾਰਿਆਂ ਨੂੰ ਕਿ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਜਿੰਨੇ ਸਪੀਕਰਸ ਨੇ ਦੇ ਆਰ ਆਲ ਰੈਡੀ ਟੂ ਹੈਲਪ ਅਸ। ਸੋ ਇਹ ਤੁਸੀਂ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਦੇਖ ਰਹੇ ਹੋ, ਆਪਦੀ ਈਮੇਲ ਐਡਰੈਸਿਸ ਪਲੀਜ਼ ਇਹਨਾਂ ਉੱਤੇ ਰਿਪਲਾਈ ਕਰਕੇ ਸਾਨੂੰ ਆਪਦੇ ਕੰਟੈਕਟ ਨੰਬਰ ਦੇ ਦਿਓ, ਤਾਂ ਜੋ ਅਸੀਂ ਮੈਲਬਰਨ ਦੇ ਵਿੱਚ ਤੇ ਆਲਰੇਡੀ ਸਾਡੇ ਕੋਲ ਇਹ ਵੀਕਲੀ ਸੈਸ਼ਨ ਬੱਚਿਆਂ ਦੇ ਚੱਲ ਰਹੇ ਨੇ, ਜਿਨ੍ਹਾਂ ਤੋਂ ਹੀ ਸਾਨੂੰ ਇਹ ਪ੍ਰੇਰਨਾ ਮਿਲੀ ਹੈ ਕਿ ਅਸੀਂ ਇਸ ਸੈਸ਼ਨਸ ਨੂੰ ਹੁਣ ਇੱਕ ਨੈਕਸਟ ਲੈਵਲ ਤੇ ਲੈ ਕੇ ਚੱਲੀਏ, ਜਿਹਦੇ ਵਿੱਚ ਬੱਚਿਆਂ ਦੀ ਜਿਹੜੀ ਇੰਟੈਲੈਕਚੁਅਲ ਤੇ ਬੱਚਿਆਂ ਦੀ ਗੁਰਬਾਣੀ ਅੰਡਰਸਟੈਂਡਿੰਗ ਪਲੱਸ ਪ੍ਰੈਕਟੀਕਲ ਅਪਰੋਚ ਜਿਹੜੀ ਆ ਉਹ ਇੱਕ ਕੌਨਸਟੈਂਟ ਲੈਵਲ ਤੇ ਉਹਨੂੰ ਫੀਡਬੈਕ ਮਿਲਦੀ ਰਹੇ, ਉਹਨੂੰ ਐਨਰਜੀ ਮਿਲਦੀ ਰਹੇ, ਉਹਨੂੰ ਚੈਨਲ ਮਿਲਦਾ ਰਹੇ ਥਰੂ ਦੀਜ਼ ਇੰਟਰੈਕਟਿਵ ਸੈਸ਼ਨਸ, ਤੇ ਬੱਚੇ ਆਪਣਾ ਅੱਗੇ ਵੱਧ ਸਕਣ ਤੇ ਆਉਣ ਵਾਲੀ ਜਨਰੇਸ਼ਨ ਦੀ ਬਾਗਡੋਰ ਸੰਭਾਲ ਸਕਣ। ਸੋ ਆਹ ਸਕਰੀਨ ਵਾਲੀ ਇਨਫੋਰਮੇਸ਼ਨ ਨਾਲ ਪਲੀਜ਼ ਤੁਸੀਂ ਆਪਣੇ ਈਮੇਲ ਐਡਰੈਸਿਸ ਭੇਜੋ, ਤਾਂ ਕਿ ਜੋ ਆਉਣ ਵਾਲਾ ਸੈਸ਼ਨਸ ਨੇ ਉਹਨਾਂ ਨਾਲ ਤੁਹਾਨੂੰ ਅਸੀਂ ਰੂਬਰੂ ਕਰਾ ਸਕੀਏ। ਭਾਈ ਸਾਹਿਬ ਦੇ ਆਉਣ ਵਾਲੇ ਸੈਸ਼ਨ ਜ਼ਰੂਰ ਹੋਣਗੇ, ਕਿਉਂਕਿ ਅਜੇ ਵੀ ਇਹ ਕੰਟੈਂਟ ਮੁੱਕਿਆ ਨਹੀਂ ਹੈ ਜੀ, ਇਹ ਕੰਟੈਂਟ ਟੂ ਬੀ ਕੰਟੀਨਿਊਡ ਹੈ, ਤੇ ਆਪਾਂ ਇਸ ਦੀ ਰਿਕਾਰਡਿੰਗ ਅੱਜ ਵਾਲੇ ਦੀ ਤੇ ਫਿਊਚਰ ਕੰਟੈਂਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂਜੀ ਜਸਪ੍ਰੀਤ ਸਿੰਘ ਜੀ। ਹਾਂਜੀ ਵੀਰ ਜੀ, ਮਨਮੀਤ ਭਾਜੀ, ਥੈਂਕ ਯੂ ਜੀ, ਥੈਂਕ ਯੂ ਫॉर ਐਡਿੰਗ ਦਿਸ। ਜਗਜੀਤ ਭਾਈ ਸਾਹਿਬ ਜੀ, ਆਪਣੇ ਕੋਲ 3 ਕੁਐਸਚਨ ਹੋ ਨੇ ਜੀ ਬਿਫੋਰ ਵੀ ਕਲੋਜ਼। ਇੱਕ ਕੁਐਸਚਨ ਹੈਗਾ ਜੀ, ਮਾਈ 4-year-old daughter loves her hair and knows that Vaheguru has given them to us, but she has started telling her other friends that she's wrong. I mean, the other friends are wrong and her father is wrong for cutting hair. ਹਾਂਜੀ, ਸੋ ਬੇਸਿਕਲੀ ਤੁਹਾਨੂੰ ਰਿਅਲਾਈਜ਼ ਕਰਨਾ ਪੈਣਾ ਤੁਹਾਡੇ ਬੱਚੇ ਬਹੁਤ ਇਨੋਸੈਂਟ ਆ, ਐਂਡ ਉਹਨਾਂ ਦੇ ਵਿੱਚ ਆਈਡੀਆਜ਼ ਬਹੁਤ ਛੇਤੀ ਪਲਾਂਟ ਹੋ ਜਾਂਦੇ ਆ। ਹੁਣ ਇਹ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਫਰਮ ਦੀ ਏਜ ਆਫ 0 and 3 ਮਾਂ ਦਾ ਰੋਲ ਸਭ ਤੋਂ ਵੱਡਾ ਆ ਤੁਹਾਡੇ ਬੱਚੇ ਦੀ ਸੋਚਣੀ ਦੇ ਵਿੱਚ। ਬਿਟਵੀਨ ਦੀ ਏਜ ਆਫ 3 and 5 ਪੇ ਦਾ ਹੁੰਦਾ ਆ, ਬਿਟਵੀਨ ਦੀ ਏਜ ਆਫ 5 and 13 ਉਹਦੇ ਫਰੈਂਡਾਂ ਦਾ ਆ। ਸੋ ਬੇਸਿਕਲੀ ਜਿਹੜੇ ਤੁਹਾਡੇ ਬੱਚਿਆਂ ਦੇ ਫਰੈਂਡ ਆ ਸਕੂਲ ਦੇ, ਤੁਸੀਂ ਉਹਨਾਂ ਨੂੰ ਘਰ ਬੁਲਾਇਆ ਕਰੋ, ਹਨਾ। ਉਹਨਾਂ ਨੂੰ ਦੇਖੋ ਕਿ ਉਹਨਾਂ ਦੀ ਬੋਲ ਚਾਲ ਕਿੱਦਾਂ ਦੀ ਆ, ਉਹਨਾਂ ਦੀ ਸੋਚਣੀ ਕਿੱਦਾਂ ਦੀ ਆ, ਭਾਵੇਂ ਉਹ ਗੋਰੇ ਹੋਣ ਕਾਲੇ ਹੋਣ, ਡਸਨਟ ਮੈਟਰ, ਸਾਰੇ ਨਾਲ ਪਿਆਰ ਨਾਲ ਬੁਲਾਇਆ ਕਰੋ। ਬਟ ਦੈਨ ਯੂ ਕੈਨ ਅੰਡਰਸਟੈਂਡ ਕਿ ਤੁਹਾਡੇ ਬੱਚਿਆਂ ਦੇ ਫਰੈਂਡ ਤੁਹਾਨੂੰ ਬੱਚਿਆਂ ਨੂੰ ਐਡਵਾਈਸ ਜਾਂ ਉਹਨਾਂ ਨੂੰ ਕਿਹੜੇ ਡਾਇਰੈਕਸ਼ਨ 'ਚ ਲੈ ਕੇ ਜਾ ਰਹੇ ਆ। ਸੋ ਇਹਦੇ ਨਾਲ ਤੁਸੀਂ ਦੇਖ ਸਕਦੇ, ਫਿਰ ਤੁਸੀਂ ਆਪ ਆਪਣੇ ਬੱਚੇ ਨੂੰ ਸਮਝਾ ਸਕਦੇ ਆ ਕਿ ਆਹ ਬੱਚਾ ਤਾਂ ਗਾਲਾਂ ਬਹੁਤ ਕੱਢਦਾ ਆ, is this what you want in your life? ਤੁਸੀਂ ਚਾਹੁੰਦੇ ਕਿ ਤੁਹਾਡੀ ਲਾਈਫ 'ਚ ਇਹ ਚੀਜ਼ਾਂ ਹੋਣ। ਆਹ ਬੱਚਾ ਤਾਂ ਅਗਰੈਸਿਵ ਬਹੁਤ ਆ। ਜਦੋਂ ਮੈਂ ਤੁਹਾਨੂੰ ਬੱਚੇ ਦਾ ਐਗਜ਼ਾਮਪਲ ਦਿੱਤਾ ਕਿ ਉਹ ਬੱਚੀ ਨੂੰ ਬ੍ਰੇਨ ਵਾਸ਼ ਕਰਤਾ ਕਿ ਤੇਰਾ ਨਾਂ ਕਮਲਜੀਤ ਨਹੀਂ ਹੋਣਾ ਚਾਹੀਦਾ, ਤੇਰਾ ਨਾਂ ਕਿੰਬਰਲੀ ਆ, ਹਨਾ। ਇਹ ਚੀਜ਼ਾਂ ਬਹੁਤ ਸਾਰਾ ਹੁੰਦਾ ਹੈ ਸਕੂਲਾਂ ਦੇ ਵਿੱਚ, ਐਂਡ ਬਹੁਤ ਸਾਰੇ ਤੁਹਾਡੇ ਬੱਚਿਆਂ ਨੇ ਇਹ ਚੀਜ਼ਾਂ ਲੁਕਾਉਣੀਆਂ ਤੁਹਾਡੇ ਤੋਂ, ਬਿਕਾਜ਼ ਉਹ ਮਾਪੇ ਤੋਂ ਡਰਦੇ ਆ।
है ना। सो यू हैव टू मेक योर चाइल्ड योर बेस्ट फ्रेंड। ये ਆਪਾਂ ਨੈਕਸਟ ਸੈਸ਼ਨ ਦੇ ਵਿੱਚ ਕਾਫੀ ਆਪਾਂ ਇਹ ਗੱਲ ਕਰਨੀ ਆ ਕਿ ਆਪਣੇ ਬੱਚੇ ਨੂੰ ਆਪਣਾ ਬੈਸਟ ਫਰੈਂਡ ਕਿੱਦਾਂ ਬਣਾਉਣਾ ਹੈ। ਪਰ ਕੀ ਚੀਜ਼ ਇਹ ਆ ਕਿ ਤੁਹਾਡੇ ਬੱਚਿਆਂ ਦੇ ਕੋਲ ਦੋ ਟਾਈਪਸ ਆਫ ਫਰੈਂਡਸ ਹੋਣੇ ਚਾਹੀਦੇ ਆ। ਇੱਕ ਫਰੈਂਡਸ ਹੁੰਦੇ ਜਿਹੜੇ ਸਕੂਲ ਦੇ ਫਰੈਂਡਸ ਆ, ਜਿਹੜੇ ਸਾਰੇ ਮਿਕਸਡ ਆ, ਉਹਦੇ ਵਿੱਚ ਗੋਰੇ ਕਾਲੇ ਸਾਰੇ ਤਰ੍ਹਾਂ ਦੇ ਬੱਚੇ ਹੁੰਦੇ ਆ। ਪਰ ਫਿਰ ਦੂਸਰੇ ਪਾਸੇ ਤੁਹਾਡੇ ਕੋਲ ਬੱਚਿਆਂ ਦੇ ਕੋਲ ਆਪਣੇ ਗੁਰਮੁਖੀ ਫਰੈਂਡਸ ਹੋਣੇ ਚਾਹੀਦੇ ਆ, ਜਿਹੜੇ ਉਹਨਾਂ ਨੂੰ ਗੁਰਦੁਆਰੇ ਸਮਾਗਮਾਂ ਦੇ ਵਿੱਚ ਕੈਂਪਾਂ 'ਚ ਉਹਨਾਂ ਨੂੰ ਮਿਲਦੇ ਰਹਿੰਦੇ ਆ। ਨਾਲ ਜਿਹੜੇ ਫਿਰ ਪਹਿਲੇ Hello. I think Paisa probably got disconnected. Try करो जी connect हो जाए। हाँ जी, let me just try. ਜਿੰਨੀ ਦੇਰ ਤੱਕ ਭਾਈ ਸਾਹਿਬ ਜੁੜਦੇ ਆ ਸਾਡੇ ਨਾਲ, ਸੰਗਤ ਜੀ ਤੁਸੀਂ ਵੀ ਥੋੜਾ ਜਿਹਾ ਦੱਸੋ ਕਿ ਅਗਲਾ ਸੈਸ਼ਨ ਅਸੀਂ ਫੋਰਟਨਾਈਟ 'ਚ ਰੱਖਣਾ ਚਾਹੁੰਦੇ ਹਾਂ ਕਿ ਇਹ ਸੰਡੇ ਸ਼ਾਮ ਦਾ ਜਿਹੜਾ ਟਾਈਮ ਹੈ ਤੁਹਾਡੇ ਲਈ ਈਜ਼ੀ ਹੈ ਸਾਰਿਆਂ ਲਈ। ਰਿਕਾਰਡਿੰਗਸ ਵੀ ਅਵੇਲੇਬਲ ਹੋਣਗੀਆਂ, ਸੋ ਕਾਈਂਡਲੀ ਆਪਣਾ ਇਨਪੁਟ ਦੇਈ ਜਾਓ ਜਿੰਨੀ ਦੇਰ ਭਾਈ ਸਾਹਿਬ ਨਹੀਂ ਆਉਂਦੇ। ਕਾਈਂਡਲੀ ਅਨਮਿਊਟ ਕਰ ਲਓ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੁਣ ਭਾਈ ਸਾਹਿਬ ਹੈ ਨਹੀਂ ਗਏ, ਸੋ ਵੀ ਕੈਨ ਡੂ ਅ ਲਿਟਲ ਬਿਟ ਆਫ ਇੰਟਰੈਕਸ਼ਨ। ਹਾਂਜੀ, ਵੀਕਲੀ ਸੈਸ਼ਨ ਨਾ ਰੱਖਿਆ ਜਾਵੇ ਜੀ, ਭਾਵੇਂ 1 ਘੰਟੇ ਦਾ ਹੀ ਹੋਵੇ ਟੋਟਲ। ਸਰ ਪੇਰੈਂਟਸ ਦੀ ਗੱਲ ਕਰਦੇ ਹੋ, ਪੇਰੈਂਟਸ ਲਈ ਵੀਕਲੀ ਰੱਖ ਲਈਏ ਜੀ। ਹਾਂਜੀ ਹਾਂਜੀ ਸੌਰੀ ਕਰੈਕਟ ਹੋ ਗਿਆ ਸੀ। ਹਾਂਜੀ ਭਾਈ ਸਾਹਿਬ ਆ ਗਏ ਭਾਈ ਸਾਹਿਬ ਜੀ। ਪੁਆਇੰਟ पे ਆਪਾਂ ਫਿਨਿਸ਼ ਕਰ ਲੈਣੇ ਕਿ ਸੈਸ਼ਨ ਯੂ ਪ੍ਰੋਬਬਲੀ ਕੁਆਇਟ ਟਾਇਰਡ ਨਾਓ, ਹੈ ਨਾ। ਸੋ ਜਿਹੜੇ ਤੁਹਾਡੇ ਜਿਹੜੇ ਬੱਚੇ ਆ, ਉਹਨਾਂ ਦੇ ਜਿਹੜੇ ਫਰੈਂਡਸ ਆ, ਜਿਹੜੇ ਉਹਨਾਂ ਨੂੰ ਰੋਜ਼ ਮਿਲਦੇ ਸਕੂਲ, ਉਹਨਾਂ ਨੇ ਇੱਕ ਡਾਇਰੈਕਸ਼ਨ ਦੇ ਤੁਹਾਡੇ ਬੱਚਿਆਂ ਨੂੰ ਖਿੱਚਣਾ ਆ। ਜਿਹੜੇ ਦੂਏ ਫਰੈਂਡਸ ਆ, ਜਿਹੜੇ ਗੁਰਮਤ ਕੈਂਪਾਂ 'ਚ ਜਿਹੜੇ ਉਹਨਾਂ ਨੂੰ ਰੈਗੂਲਰਲੀ ਨਹੀਂ ਮਿਲਣਾ, ਪਰ ਉਹਨਾਂ ਨੂੰ ਸ਼ਾਇਦ ਜਦੋਂ ਛੁੱਟੀਆਂ ਆ ਉਦੋਂ ਹੀ ਮਿਲਦੇ ਆ, ਉਹ ਉਹਨਾਂ ਨੂੰ ਵਾਪਸ, ਹੈ ਨਾ, ਜਿੰਨਾ ਦੂਏ ਨੂੰ ਇੱਧਰ ਨੂੰ ਖਿੱਚਣਾ, ਉਹਨਾਂ ਨੂੰ ਵਾਪਸ ਤੁਹਾਨੂੰ ਮਿਡਲ ਦੇ ਵਿੱਚ ਲੈ ਆਉਣਾ। ਇਹ ਬਹੁਤ ਇੰਪੋਰਟੈਂਟ ਪ੍ਰੋਸੈਸ ਆ, ਬਿਕਾਜ਼ ਉਹ ਜਿਹੜੇ ਬੱਚੇ ਆ, ਉਹਨਾਂ ਨੇ ਤੁਹਾਨੂੰ ਨਹੀਂ ਸਾਰਾ ਕੁਝ ਦੱਸਣਾ ਕਿ ਮੇਰੇ ਫਰੈਂਡਸ ਇੱਦਾਂ ਗੱਲ ਕਰਦੇ ਆ, ਜਾਂ ਮੈਂ ਇੱਦਾਂ ਸੋਚਦੇ ਕਿ ਮੈਂ ਕੇਸ ਕਤਲ ਕਰਨੇ ਆ, ਜਾਂ ਮੈਂ ਆਹ ਕਰਨਾ ਹੈ, ਜਾਂ ਮੈਂ ਫੈਸ਼ਨ ਕਰਨਾ ਆ। ਪਰ ਉਹਨਾਂ ਨੇ ਆਪਣੇ ਫਰੈਂਡਾਂ ਨੂੰ ਦੱਸ ਦੇਣਾ। ਅਤੇ ਜੇ ਉਹਨਾਂ ਦੇ ਕੋਲ ਇੱਦਾਂ ਦੇ ਫਰੈਂਡਸ ਹੈਗੇ ਆ ਗੁਰਦੁਆਰਿਆਂ ਦੇ ਵਿੱਚ, ਇੱਦਾਂ ਦੇ ਪੈਰੈਂਟਾਂ ਸੈਸ਼ਨਾਂ ਦੇ ਵਿੱਚ, ਕੈਂਪਾਂ ਦੇ ਵਿੱਚ, ਫਿਰ ਤੁਹਾਡੇ ਬੱਚਿਆਂ ਨੇ ਵਾਪਸ ਖਿੱਚ ਹੋ ਜਾਣਾ ਆ ਇੱਧਰ ਨੂੰ। ਪਰ ਜੇ ਤੁਸੀਂ ਨਹੀਂ ਆਪਣੇ ਬੱਚਿਆਂ ਨੂੰ ਸੰਗਤ 'ਚ ਲੈ ਕੇ ਜਾਂਦੇ, ਤਾਂ ਫਿਰ ਤੁਹਾਡੇ ਬੱਚਿਆਂ ਨੇ ਗੋਰੀ ਬਣ ਜਾਣਾ। ਐਨੇ ਬਹੁਤ ਸਾਰੇ ਫੈਮਲੀਆਂ 'ਚ ਹੋਇਆ ਆ। ਬਹੁਤ ਸਾਰੇ ਫੈਮਲੀਆਂ 'ਚ ਕੀ ਹੋਇਆ, ਮੈਂ ਤੁਹਾਨੂੰ ਲਾਸਟ ਟਿਪ ਦੇ ਦਿੰਦਾ, ਹੈ ਨਾ। ਮੈਂ 92 'ਚ ਪਹਿਲਾਂ ਗੁਰਦੁਆਰਿਆਂ 'ਚ ਬੋਲਣ ਲੱਗ ਪਿਆ ਸੀ, ਡਿਊਲ ਲੈਂਗੁਏਜ ਵਿੱਚ, ਇੰਗਲਿਸ਼ ਪੰਜਾਬੀ। ਉਦੋਂ ਸੰਗਤਾਂ ਨੂੰ ਪਤਾ ਨਹੀਂ ਸੀਗਾ ਇਹਨੂੰ ਕਿੱਦਾਂ ਹੈਂਡਲ ਕਰਨਾ, ਬਿਕਾਜ਼ ਅੱਗੇ ਕਿਸੇ ਨੇ ਕੀਤਾ ਨਹੀਂ ਸੀ। 10 ਸਾਲ ਤੋਂ ਪਹਿਲਾਂ ਸੀਗਾ ਜਿਹਨੇ ਇਹਨੇ ਕੀਤਾ। ਕਈ ਗੁਰਦੁਆਰਿਆਂ ਨੇ ਕੰਪਲੇਨ ਕਰਨਾ ਪਏ, ਬਜ਼ੁਰਗਾਂ ਨੇ, ਪ੍ਰਬੰਧਕਾਂ ਨੇ, ਕਿ ਇਹ ਤਾਂ ਅੰਗਰੇਜ਼ੀ ਵੀ ਬੋਲਦਾ ਤੇ ਪੰਜਾਬੀ ਵੀ ਬੋਲਦਾ ਆ, ਕਿ ਨਹੀਂ ਗੁਰਦੁਆਰੇ ਸਿਰਫ ਪੰਜਾਬੀ ਹੋਣੀ ਚਾਹੀਦੀ ਆ, ਹੈ ਨਾ। ਮੈਂ ਫਿਰ ਸਟੇਜਾਂ ਤੇ ਕਹਿਤਾ, ਜੇ ਤੁਸੀਂ ਬੱਚਿਆਂ ਨੂੰ, ਮੈਂ ਇੱਥੇ ਤੇ ਜੰਪਾ ਲਿਆ, ਜੇ ਤੁਸੀਂ ਇਕੱਲੀ ਪੰਜਾਬੀ 'ਚ ਗੱਲ ਕਰਨੀ ਆ ਤਾਂ ਹੀ ਤੁਹਾਡੇ ਬੱਚੇ ਇੱਥੇ ਆਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਲੱਗਦੀ। ਜੇ ਤੁਸੀਂ ਡਿਊਲ ਲੈਂਗੁਏਜ ਕਰੋ ਤਾਂ ਬੱਚਿਆਂ ਨੇ ਆਉਣਾ। ਉਹ ਮੈਜੋਰਟੀ ਜਿਹੜੇ ਗੁਰਦੁਆਰੇ ਮੈਨੂੰ ਜ਼ਿਆਦਾ ਬੁਕਿੰਗ ਕਰਨਾ ਪਏ। ਹੁਣ ਜਿਹੜੇ ਸਾਡੇ ਜਿੰਨੇ ਵੀ ਅਸੀਂ ਸਪੀਕਰਸ ਆ, ਤਕਰੀਬਨ 6 ਮਹੀਨੇ ਪਹਿਲਾਂ ਸਾਡੀ ਬੁਕਿੰਗ ਹੁੰਦੀ ਇੰਗਲੈਂਡ 'ਚ, ਇੰਨੀ ਡਿਮਾਂਡ ਆ, ਹੈ ਨਾ। ਪਰ ਉੱਥੇ ਗੁਰਦੁਆਰਿਆਂ 'ਚ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਜਨਰੇਸ਼ਨ ਗੁਰਦੁਆਰੇ ਆਉਣੋਂ ਹਟ ਗਿਆ ਸੀਗਾ, ਉਹ ਸਾਰੇ ਵਾਪਸ ਆ ਗਏ। ਆਮ ਤੌਰ ਤੇ ਜਿਹੜੇ ਹੁਣ ਪੈਰੈਂਟਸ ਬਣ ਗਏ ਸੀ, ਜਾਂ ਹੁਣ ਜਿਹੜੇ ਟੀਨੇਜਰ ਸੀਗੀ, ਬਿਕਾਜ਼ ਉਹਨਾਂ ਨੂੰ ਪਤਾ ਸੀ ਕਿ ਡਿਊਲ ਲੈਂਗੁਏਜ ਦੇ ਵਿੱਚ ਪ੍ਰਚਾਰ ਹੋ ਰਿਹਾ ਆ, ਹੈ ਨਾ। ਸੋ ਇਹ ਮੈਂ ਤੁਹਾਨੂੰ ਕਹਿਣਾ, ਤੁਹਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਭਾਵੇਂ ਤੁਸੀਂ ਨਵੇਂ ਆ, ਪਰ ਤੁਹਾਡੇ ਕੋਲ ਵੀ ਇੱਕ ਲੋਸਟ ਜਨਰੇਸ਼ਨ ਆ, ਜਿਹੜੇ ਗੁਰਦੁਆਰਾ ਆਉਣੋਂ ਹਟ ਗਿਆ, ਬਿਕਾਜ਼ ਉਹ ਗੋਰੇ ਬਣ ਗਏ। ਉਹਨਾਂ ਨੂੰ ਇਹ ਆ ਕਿ ਅਸੀਂ ਸੰਡੇ ਨੂੰ ਸਪੋਰਟਸ ਦੇਖਣਾ ਆ, ਅਸੀਂ ਹੋਰ ਚੀਜ਼ ਕਰਨਾ ਆ, ਅਸੀਂ ਪਾਰਕਾਂ ਨੂੰ ਜਾਣਾ ਆ, ਅਸੀਂ ਹੋਰ ਚੀਜ਼ਾਂ ਕਰਨਾ। ਗੁਰਦੁਆਰੇ ਸਾਡੇ ਲਈ ਇੰਪੋਰਟੈਂਟ ਨਹੀਂ ਹੈਗਾ। ਇਹ ਤੁਹਾਨੂੰ ਉਹਨਾਂ ਲਈ ਗੁਰਦੁਆਰੇ ਇੰਪੋਰਟੈਂਟ ਬਣਾਉਣਾ ਪੈਣਾ ਆ। ਜੇ ਤੁਸੀਂ ਵਧੀਆ ਵਿਚਾਰ ਉੱਥੇ ਦਿੰਦੇ ਆ, ਜਿਹਦੇ ਵਿੱਚ ਉਹਨਾਂ ਦੀ ਲਾਈਫ ਬੈਟਰ ਹੁੰਦੀ ਆ, ਉਹ ਹਮੇਸ਼ਾ ਵਾਪਸ ਆਉਂਦੇ ਆ। ਸੋ ਯੂ ਗਾਇਜ਼ ਗੋਟ ਸਟਾਰਟ ਸਪੀਕਿੰਗ। ਤੁਹਾਡੇ ਬੱਚਿਆਂ ਨੇ all the time ਉਹਨਾਂ ਦੇ ਵਿੱਚ ਇਨਫਲੂਐਂਸ ਹੋਣਾ ਆ, ਬਿਕਾਜ਼ ਯੂ ਲਿਵਿੰਗ ਇਨ ਅ ਮੈਲਟਿੰਗ ਪੌਟ, ਯੂ ਲਿਵਿੰਗ ਇਨ ਅ ਮਲਟੀਕਲਚਰਲ ਸੋਸਾਇਟੀ। ਆਸਟ੍ਰੇਲੀਆ ਇਜ਼ ਦ ਸੇਮ ਐਜ਼ UK, ਆਸਟ੍ਰੇਲੀਆ ਸੇਮ ਐਜ਼ ਕੈਨੇਡਾ, ਜਿਹਦੇ ਵਿੱਚ ਉਹਨਾਂ ਨੂੰ ਉਹ ਗੋਰੇ ਇਨਫਲੂਐਂਸਿਸ ਜ਼ਿਆਦਾ ਆ ਤੇ ਗੁਰਸਿੱਖੀ ਇਨਫਲੂਐਂਸਿਸ ਘੱਟ ਆ। So you are the ones that have to balance that out.
ਨਹੀਂ ਤਾਂ ਨੈਚੁਰਲੀ ਤੁਹਾਡੇ ਬੱਚੇ ਨੇ ਗੋਰੇ ਬਣ ਜਾਣਾ। ਐਂਡ ਸਾਡੇ ਨਾਲ ਜਿਹੜੀ ਵਿਚਾਰ ਕਰਕੇ ਉਹਨਾਂ ਨੂੰ ਤਾਂ ਪਤਾ ਲੱਗਣਾ ਆ ਕਿ ਹਾਂ ਅਸੀਂ ਕੀ ਹੋ ਸਕਦਾ, ਅਸੀਂ ਜਾਂ ਗੋਰੇ, ਵੀ ਗੋਟ ਚੋਇਸਿਸ ਹੈ ਨਾ ਸਾਡਾ ਜਨਰੇਸ਼ਨ ਕੋਲ, ਅਸੀਂ ਜਾਂ ਗੋਰੇ ਬਣ ਸਕਦੇ ਹਾਂ, ਜਾਂ ਅਸੀਂ ਪੰਜਾਬੀ ਬਣ ਸਕਦੇ ਹਾਂ, ਜਾਂ ਅਸੀਂ ਗੁਰਸਿੱਖ ਬਣ ਸਕਦੇ ਹਾਂ, ਹੈ ਨਾ। ਕਿ ਪੰਜਾਬੀ ਤੇ ਗੁਰਸਿੱਖ ਦੇ ਵਿੱਚ ਵੀ ਬਹੁਤ ਫਰਕ ਆ, ਹੈ ਨਾ। ਇਹ ਵੀ ਆਪਾਂ ਡਿਫਰੈਂਟ ਸੈਸ਼ਨ ਦੇ ਵਿੱਚ ਗੱਲ ਕਰ ਸਕਦੇ ਹਾਂ। ਹਾਂਜੀ ਪਰ ਮੈਜੋਰਟੀ ਲੋਕ ਕੀ ਕਰਦੇ ਆ, they take the best of everything। ਕਈ ਲੋਕ ਤਾਂ ਜਿਹੜੇ ਗੋਰੇ ਵਧੀਆ ਚੀਜ਼ਾਂ ਕਰਦੇ ਆ ਉਹ ਵੀ ਆਪਣੇ ਲਾਈਫ 'ਚ ਲੈ ਲਓ, ਜਿਹੜੇ ਪੰਜਾਬੀ ਵਧੀਆ ਚੀਜ਼ਾਂ ਉਹ ਆਪਣੇ ਲਾਈਫ 'ਚ ਲੈ ਲਓ, ਅਤੇ ਜਿਹੜੇ ਗੁਰਸਿੱਖਿਆ ਜਿਹੜੀ ਗੁਰਸਿੱਖੀ ਆ ਉਹ ਸਾਰਾ ਕੁਝ ਵਧੀਆ ਆ, ਉਹ ਤਾਂ ਸਾਰਾ ਕੁਝ ਅਪਣਾਓ। So this is how we got to teach our children how to become decision makers, ਤਾਂ ਫਿਰ ਆਪਣੀ ਚੋਇਸਿਸ ਆਪ ਬਣਾਉਣ। ਇਹ ਨਹੀਂ ਕਿ ਮਾਪੇ ਕਹਿਣ ਕਿ ਤੁਸੀਂ ਕੀ ਕਰਨ। ਆਪਾਂ ਇਦਾਂ ਦੀ ਸਿਚੁਏਸ਼ਨ ਬਣਾਉਣੀ ਹੈ ਕਿ ਮਾਪੇ ਨੂੰ ਕੁਝ ਕਹਿਣ ਦੀ ਲੋੜ ਨਾ ਪਵੇ, ਬੱਚਾ ਆਪ ਵਧੀਆ decision maker ਬਣ ਜਾਵੇ। So it's been quite late now, I'm assuming there. So is there any last questions or shall we call it a day? ਹਾਂਜੀ ਭਾਈ ਸਾਹਿਬ ਆਪਣੇ ਕੋਲ 2 ਕੁਐਸਚਨ ਤਾਂ ਰਹਿ ਗਏ ਨੇ, ਭਾਵੇਂ ਕਿ ਕਾਫੀ ਇੱਥੇ ਲੇਟ ਹੋ ਗਿਆ ਜੀ, ਇਟਸ ਆਲਰੇਡੀ ਅਬਾਊਟ 8:10 PM, ਬਟ ਲਾਸਟ 2 ਕੁਐਸਚਨ ਨੇ ਜੀ। ਇੱਕ ਕੁਐਸਚਨ ਤਾਂ ਬਿਲਕੁਲ ਸਿਮਿਲਰ ਟੂ ਦ ਪ੍ਰੀਵੀਅਸ ਕੁਐਸਚਨ ਹੈ, ਵੀਰ ਜੀ, ਹਾਊ ਟੂ ਐਕਸਪਲੇਨ ਟੂ ਮਾਈ ਚਾਈਲਡ ਅਬਾਊਟ ਦ ਸਿੱਖ ਕਿਡਸ ਐਂਡ ਅਡਲਟਸ ਹੂ ਡੋਂਟ ਹੈਵ ਕੇਸ, ਆਈ ਕਾਂਟ ਬੈਨ them to meet these people। ਆਈ ਥਿੰਕ ਤੁਸੀਂ ਉਹਦਾ ਆਨਸਰ ਕੀਤਾ ਸੀਗਾ ਕਿ ਉਹਨਾਂ ਨੂੰ ਘਰ ਸੱਦੋ ਆਪਣੇ ਜਿਹੜੇ ਫਰੈਂਡਸ ਆ, ਹੈ ਨਾ। ਬੇਸਿਕਲੀ ਸਾਡੇ ਕੋਲ ਇਹ ਆ, ਸਾਡੇ ਮੈਜੋਰਟੀ ਇੱਥੇ ਸੰਗਤ ਉਹਨਾਂ ਕੋਲ ਕੇਸ ਨਹੀਂ ਸੀਗੇ। ਅਸੀਂ ਉਹਨਾਂ ਨੂੰ ਇੰਨਾ ਪਿਆਰ ਦਿਖਾ ਲਿਆ ਕਿ ਉਹਨਾਂ ਨੇ ਹੌਲੀ ਹੌਲੀ ਕੇਸ ਰੱਖ ਲਏ। ਜੇ ਤੁਸੀਂ ਬੱਚਿਆਂ ਨੂੰ ਇਹ ਸਿਖਾ ਲਓ ਕਿ ਉਹ ਤਾਂ ਮਨਮੁਖ ਆ, ਉਹ ਤਾਂ ਮਾਰੇ ਬੰਦੇ ਆ, ਉਹਨਾਂ ਦੇ ਨੇੜੇ ਨਹੀਂ ਜਾਣਾ, ਫਿਰ ਤੁਸੀਂ ਗਲਤ ਮਾਈਂਡਸੈਟ ਆਪਣੇ ਬੱਚਿਆਂ 'ਚ ਪਾਉਣੇ ਆ। ਤੁਸੀਂ ਆਪਣੇ ਬੱਚੇ ਨੂੰ ਇੰਨਾ ਕੌਨਫੀਡੈਂਟ ਬਣਾਓ, ਉਹ ਕੋਈ ਵੀ ਬੰਦੇ ਕੋਲ ਜਾ ਕੇ ਉਹਨਾਂ ਨੂੰ ਸਿੱਖੀ ਬਾਰੇ ਗੱਲ ਕਰ ਸਕੇ। ਸਾਡਾ ਆ, ਅਸੀਂ ਤਾਂ ਜਿਹੜਾ ਵੀ ਬੰਦਾ ਸਾਨੂੰ ਮਿਲਦਾ ਸਟਰੀਟ ਦੇ ਵਿੱਚ, ਜੇ ਪੰਜਾਬੀ ਹੋਵੇ ਅਸੀਂ ਹਮੇਸ਼ਾ ਉਹਨੂੰ ਫਤਿਹ ਬੁਲਾਉਣੀ ਆ, ਉਹਨਾਂ ਜੱਫੀ ਪਾਉਣੀ, ਉਹਨਾਂ ਨੂੰ ਪਿਆਰ ਦਿਖਾਉਣਾ ਆ। ਗੋਰਾ ਵੀ ਹੋਵੇ, ਗੋਰਿਆਂ ਨਾਲ ਵੀ ਗੱਲਾਂ ਕਰਨੀਆਂ ਆ। You should have that mental strength to communicate with everyone, ਹੈ ਨਾ। ਐਂਡ ਬਾਅਦ 'ਚ ਜਿਹੜੀਆਂ ਗੋਰੇ ਹੈ ਨਾ ਤੁਹਾਡੇ ਬੱਚਿਆਂ ਦੇ ਮਾਈਂਡ 'ਚ ਇਹ ਚੀਜ਼ਾਂ ਪਾਉਂਦੇ ਆ ਜਿਹਦੇ ਨਾਲ ਉਹਨਾਂ ਦੀ ਸਿੱਖੀ ਘਟਦੀ ਆ, ਉਹਨਾਂ ਦੇ ਰਿਸਪੌਂਸ ਵੀ ਸਾਰੇ ਤੁਹਾਨੂੰ ਬੱਚਿਆਂ ਨੂੰ ਦੇ ਦੇਣਾ। ਉਹ ਕਿਹੜੀਆਂ ਚੀਜ਼ਾਂ ਪਾਉਂਦੇ ਆ ਤੁਹਾਡੇ ਬੱਚਿਆਂ ਦੇ ਮਾਈਂਡ 'ਚ ਕਿ ਨਹੀਂ, you should cut your hair, you should do this, nothing wrong with eating meat and all this other stuff। ਉਹ ਵੀ ਆਪਾਂ ਇੱਕ ਵੱਖਰੇ ਸੈਸ਼ਨ ਦੇ ਵਿੱਚ, ਖਾਸ ਕਰਕੇ ਟੀਨੇਜਰਸ ਦੇ ਵਿੱਚ, ਤੇ ਜਿਹੜੇ 10 ਸਾਲ ਤੋਂ ਵੱਡੇ ਬੱਚੇ ਆ ਉਹਨਾਂ ਨਾਲ ਆਪਾਂ ਇੱਕ ਸੈਸ਼ਨ ਕਰ ਸਕਦੇ। ਮੈਂ ਪਹਿਲਾਂ ਹੀ ਉਹ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਸਮਝਾ ਦੇਣੀਆਂ। ਠੀਕ ਹੈ ਜੀ, ਠੀਕ ਹੈ ਭਾਈ ਸਾਹਿਬ ਜੀ। ਇੱਕ ਲਾਸਟ ਕੁਐਸਚਨ ਰਹਿ ਗਿਆ ਜੀ। ਮਾਈ ਸਨ ਇਜ਼ ਅ ਟੀਨੇਜਰ, we only have a common computer, no iPads for kids. He always questioned, why can't I get iPad as all my friends and cousins have their own iPads? Yeah, so fine, give him an iPad, but first teach him how to be in control of technology and not let technology control you. So basically, have him come to these sessions and make him aware. Majority log aware nahi hage. That's the key thing. Majority log addictions fase a, and addictions ਬਹੁਤ ਹੁੰਦੀ ਹੈ। ਫੋਰ ਐਗਜ਼ਾਮਪਲ ਟੈਲੀ ਵੀ ਇੱਕ ਐਡਿਕਸ਼ਨ ਆ। ਤੁਸੀਂ ਟੈਲੀ ਦੇ ਸਾਹਮਣੇ ਬੈਠੋ, ਕੀ ਹੁੰਦਾ, ਫਿਰ ਬਾਅਦ 'ਚ ਤੁਸੀਂ ਕ੍ਰਿਪਸ ਖਾਈ ਜਾਣੇ ਆ, ਬਾਅਦ 'ਚ ਤੁਸੀਂ ਕੋਕ ਪੀ ਜਾਣਾ ਆ। all negative relationships, ਹੈ ਨਾ। ਸੋ ਬੱਚਿਆਂ ਨੂੰ ਇਸ ਗੱਲ, what is positive relationships, what is positive decision making and what is negative, ਫਿਰ ਬੱਚੇ ਆਪ ਆਪਣੇ decisions ਬਣਾ ਸਕਦੇ ਆ। the key thing is everybody's a bad decision maker at the beginning। ਤੁਸੀਂ ਵੀ ਆ as parents, ਹੈ ਨਾ। So you got to realize ਕਿ ਬੱਚਿਆਂ ਨੇ ਹਮੇਸ਼ਾ ਗਲਤ ਚੀਜ਼ ਪਹਿਲਾਂ ਕਰਨੀ, ਫਿਰ ਬਾਅਦ 'ਚ ਦੂਜੀ ਚੀਜ਼ ਬਾਅਦ 'ਚ ਕਰਨੀ ਆ। So give him time, ਹੈ ਨਾ। ਬੱਚਿਆਂ ਨੂੰ ਫੋਰਸ ਨਾ ਕਰੋ, ਬੱਚਿਆਂ ਨੇ ਸਿਖਾ ਲਓ ਕਿ ਤੂੰ ਵਧੀਆ ਡਿਸੀਜਨ ਮੇਕਰ ਬਣਨਾ ਆ, ਮੈਨੂੰ ਤੇਰੇ ਤੇ ਵਿਸ਼ਵਾਸ ਹੈ। ਠੀਕ ਹੈ different way of talking to children। ਹਾਂਜੀ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ ਸ਼ੇਅਰ ਕਰਨ ਵਾਸਤੇ। ਅਸੀਂ ਫੀਡਬੈਕ ਤੋਂ ਹੀ ਦੇਖ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਨਫੋਰਮੇਟਿਵ ਸੈਸ਼ਨ ਰਿਹਾ ਆ, ਐਂਡ ਐਵਰੀਬਡੀ ਲਾਈਕਡ ਇਟ ਐਂਡ ਦੇ ਆਰ ਲੁਕਿੰਗ ਫੋਰਵਰਡ ਟੂ ਦ ਫਿਊਚਰ ਸੈਸ਼ਨਸ। ਤੇ ਆਪਾਂ ਜ਼ਰੂਰ ਭਾਈ ਸਾਹਿਬ ਜੀ ਆਪ ਜੀ ਨੂੰ ਬੇਨਤੀ ਕਰਾਂਗੇ, ਆਪਾਂ ਕੰਟੈਕਟਸ ਤੁਹਾਡੇ ਹੈਗੇ ਹੀ ਆ ਫॉर ਫਿਊਚਰ ਸੈਸ਼ਨਸ, ਤੇ ਜਿਵੇਂ ਆਪ ਜੀ ਦਾ ਟਾਈਮ ਅਲਾਉ ਕਰੇਗਾ ਫਿਰ ਆਪਾਂ ਸਾਰੀ ਸੰਗਤ ਨਾਲ ਜਿਹੜਾ ਅਗਲੇ ਸੈਸ਼ਨ ਆਪਾਂ ਕਰਾਂਗੇ ਜੀ ਕੰਡਕਟ। ਹਾਂਜੀ ਮਨਮੀਤ ਭਾਜੀ। ਸੰਗਤ ਵਿੱਚ ਸਵਾਲ ਆ ਰਿਹਾ ਸੀ ਕਿ ਭਾਈ ਸਾਹਿਬ ਦੇ ਸੈਸ਼ਨ, ਸੰਗਤ ਜੀ ਬੇਨਤੀ ਇਹ ਹੈ ਕਿ ਸਾਰੇ ਸਪੀਕਰਸ ਇਨਕਲੂਡਿੰਗ ਭਾਈ ਸਾਹਿਬ ਆਰ willing to give us their valuable time। ਸੋ ਇਹ ਸੈਸ਼ਨ ਚੱਲਣਗੇ। ਬੇਨਤੀ ਇੰਨੀ ਹੈ ਕਿ ਤੁਸੀਂ ਆਪਣੀ ਇਨਫੋਰਮੇਸ਼ਨ ਇਸ ਈਮੇਲ ਤੇ ਸ਼ੇਅਰ ਕਰ ਦਿਓ, ਤਾਂ ਜੋ ਜਿੱਦਾਂ ਜਿੱਦਾਂ ਇਹ ਸੈਸ਼ਨ ਆਪਾਂ ਪਲਾਨ ਕਰੀ ਜਾਵਾਂਗੇ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ। ਸੋ ਸੈਸ਼ਨ ਦੇ 2 ਪਾਰਟ ਨੇ। ਇੱਕ ਤੇ ਸੈਸ਼ਨ ਜਿਹੜਾ ਹੈ ਉਹ ਪੇਰੈਂਟ ਲਈ ਚੱਲੇਗਾ, ਉਹਦਾ ਅਸੀਂ ਇੱਕ ਸੈਪਰੇਟ ਕੰਟੈਕਟ ਰੱਖਾਂਗੇ, ਤੇ ਜਿਹੜਾ ਭਾਈ ਸਾਹਿਬ ਦਾ ਬੱਚਿਆਂ ਨਾਲ ਇੰਟਰੈਕਸ਼ਨ ਹੈ ਉਹ ਅਸੀਂ ਇੱਕ ਸੈਪਰੇਟ ਕੰਟੈਕਟ ਰੱਖਾਂਗੇ। ਸੋ ਵੀ ਵਿਲ ਲੈਟ ਯੂ ਨੋ, ਪਲੀਜ਼ ਮੇਕ ਸ਼ੋਰ ਕਿ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਉਹ ਇਸ ਈਮੇਲ ਤੇ ਆ ਜਾਵੇ।
one this is last all thing part of I the would bigger like- picture. ਹਾਂਜੀ one last ਹਾਂਜੀ, thing before finish ਵੀਰ ਜੀ sorry is Yep. ਇਹ realize ਕਰੋ ਹਨਾ ਜਿਹੜੇ ਤੁਹਾਡੇ ਮੈਲਬਨ ਦੇ ਜਾਂ ਹੋਰ ਜਿੱਥੇ ਵੀ ਤੁਹਾਡੇ ਸ਼ਹਿਰ ਹੁੰਦੇ ਹਨਾ ਜਿਹੜੇ ਤੁਹਾਡੇ ਸਭ ਤੋਂ ਵਧੀਆ ਗੁਰਸਿੱਖ ਆ ਜਿਨ੍ਹਾਂ ਨੇ ਤੁਹਾਡਾ ਮੈਲਬਨ ਦਾ ਨਕਸ਼ਾ ਬਦਲ ਦਿੰਦਾ ਉਹ ਹਜੇ ਤੁਹਾਡੀ ਸੰਗਤ 'ਚ ਨਹੀਂ ਆਏ ਤੁਸੀਂ ਤੁਹਾਡਾ ਕੰਮ ਆ ਉਹਨਾਂ ਨੂੰ ਸੰਗਤ 'ਚ ਲਿਆਉਣਾ ਸੋ ਫੋਰ ਐਗਜ਼ਾਮਪਲ ਮੈਂ ਸੰਗਤ 'ਚ ਨਹੀਂ ਆਇਆ ਸੀਗਾ ਜਿੰਨੇ ਚਿਰ ਮੈਂ ਖਾਲਸਾ ਕੈਂਪ ਤੇ ਨਹੀਂ ਗਿਆ ਸੀ ਜੇ ਕਿਸੇ ਨੇ ਉਹ ਖਾਲਸਾ ਕੈਂਪ ਅਰੇਂਜ ਨਹੀਂ ਕੀਤਾ ਸੀਗਾ ਮੈਂ ਸ਼ਾਇਦ ਹਜੇ ਵੀ ਮੋਨਾ ਹੀ ਹੋਣਾ ਸੀ ਉੱਥੇ ਜਾਣ ਮਨਵੀਰ ਸਿੰਘ ਮੋਨਾ ਸੀਗਾ ਜਗਰਾਜ ਮੋਨਾ ਸੀਗਾ ਹਨਾ ਜਿੰਨੇ ਵੀ ਸਾਡੇ ਸਪੀਕਰ ਸੀ ਮਨਦੀਪ ਕੌਰ ਵੀ ਇੰਡੀਆ ਤੋਂ ਆਈ ਸੀ ਐਕਸੈਟਰਾ ਉਹਨੂੰ ਪਹਿਲਾਂ ਉਹਦੇ ਕੋਲ ਦਸਤਾਰ ਨਹੀਂ ਸੀਗੀ ਅਸੀਂ ਬਿਕਾਜ਼ ਵੀ ਡਿਡ ਆਊਟਰੀਚ ਵਰਕ ਅਸੀਂ ਸੰਗਤ ਬਾਹਰ ਜਾ ਕੇ ਗੱਲਾਂ ਕੀਤੀਆਂ ਉਹ ਤਾਂ ਸੰਗਤ 'ਚ ਆਏ ਆ ਸੋ ਬੇਸਿਕਲੀ ਨੈਕਸਟ ਸੈਸ਼ਨ ਤੋਂ ਪਹਿਲਾਂ ਜੇ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਲਾਈਕ ਕੀਤਾ ਇਹਦਾ ਮਤਲਬ ਨੈਕਸਟ ਸੈਸ਼ਨ ਦੇ ਵਿੱਚ ਤੁਸੀਂ 10 ਹੋਰ ਬੰਦੇ ਇਸ ਸੈਸ਼ਨ ਤੇ ਲਿਆਉਣੇ ਹੁਣ ਸਾਡਾ ਅਸੀਂ ਕੈਂਪ ਖਾਲਸਾ ਕੈਂਪ ਕਰ ਰਹੇ ਹਾਂ we've got 1000 people on there ਜਿਹਦੇ ਨਾਲ ਅਸੀਂ ਸੈਸ਼ਨਸ ਕਰ ਰਹੇ ਹਾਂ ਭਾਈ ਸਾਹਿਬ ਇਹ ਬਹੁਤ ਵਧੀਆ ਸੁਜੈਸ਼ਨ ਹੈ ਜੀ ਤੁਹਾਡਾ ਕਿ ਇਹੀ ਬੇਨਤੀ ਸੰਗਤ ਨੂੰ ਕਰਾਂਗੇ ਕਿ ਤੁਸੀਂ ਆਪਦੇ ਜਿੱਦਾਂ ਅਸੀਂ ਕੋਸ਼ਿਸ਼ ਕਰਕੇ ਜਿੱਥੇ ਤੱਕ ਅਸੀਂ ਪਹੁੰਚ ਕਰ ਸਕਦੇ ਕੀਤੀ ਅਸੀਂ ਅੱਗੇ ਵੀ ਕਰਾਂਗੇ ਤੇ ਤੁਸੀਂ ਆਪਣੇ ਫਰੈਂਡਸ ਨੂੰ ਆਪਣੇ ਫਰੈਂਡ ਸਰਕਲ ਨੂੰ ਪਲੀਜ਼ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਉਹਨਾਂ ਨੂੰ ਵੀ ਪ੍ਰੇਰਨਾ ਕਰੋ ਕਿ ਆਓ ਇਹ ਸਾਰਿਆਂ ਲਈ ਹੈ ਇਹ ਕਿਸੇ ਇੱਕ ਲਈ ਨਹੀਂ ਹੈ ਸਾਰਿਆਂ ਲਈ ਸਾਰੇ ਤੋਂ ਲਾਭ ਉਠਾਉਣ ਜੀ ਭਾਈ ਸਾਹਿਬ ਜੀ ਭਾਈ ਜਗਜੀਤ ਸਿੰਘ ਜੀ ਵੈਸੇ ਤੁਹਾਡੇ ਸੈਸ਼ਨਸ ਦੀ ਕੋਈ YouTube ਰਿਕਾਰਡਿੰਗਸ ਹੋਣ ਤਾਂ ਪਲੀਜ਼ ਸ਼ੇਅਰ ਕਰਿਓ ਜੀ ਸੰਗਤ ਵੱਲੋਂ ਕਾਫੀ ਕੁਐਸਚਨਸ ਆ ਰਹੇ ਨੇ ਕਿ ਪਲੀਜ਼ ਜਿਹੜੇ ਕੋਈ ਪਹਿਲਾਂ ਸੈਸ਼ਨ ਹੋ ਚੁੱਕੇ ਉਹਨਾਂ ਦੀ ਕੋਈ ਹੈ YouTube ਰਿਕਾਰਡਿੰਗ ਤਾਂ YouTube ਰਿਕਾਰਡਿੰਗਸ ਹੈਗੀਆਂ ਆ ਪਰ ਘੱਟ ਹੀ ਆ ਬਿਕਾਜ਼ ਅਸੀਂ ਇਸ ਸਾਲ ਹੁਣ ਵੱਡੀ ਪੱਧਰ ਤੇ YouTube ਰਿਕਾਰਡਿੰਗਸ ਕਰਨੀਆਂ ਮੈਂ ਜ਼ਿਆਦਾ 1-to-1 ਹੀ ਰਿਹਾ ਆ ਮੈਂ ਟਰੈਵਲ ਕਰਦਾ ਰਿਹਾ ਫਿਰ ਮੈਂ ਇੰਨੀਆਂ ਰਿਕਾਰਡਿੰਗਸ ਨਹੀਂ ਕੀਤੀਆਂ ਜਗਰਾਜ ਨੇ ਜ਼ਿਆਦਾ ਰਿਕਾਰਡਿੰਗਸ ਕੀਤੀਆਂ ਸੀ ਬੇਸਿਕਸ ਤੇ ਪਰ ਹੁਣ ਮਨਵੀਰ ਦੀ ਵੀ ਕਾਫੀ ਰਿਕਾਰਡਿੰਗਸ ਆ ਐਕਸੈਟਰਾ ਦਾਸ ਦੀ ਇਸ ਸਾਲ ਰਿਕਾਰਡਿੰਗਸ ਜ਼ਿਆਦਾ ਆਉਣੀਆਂ ਬਾਹਰ so but if you go and seek documentary or go on Khalsa Foundation on YouTube seek documentary is my own channel ਉਹਦੇ ਵਿੱਚ ਮੈਂ ਹੁਣ ਸ਼ੁਰੂ ਕਰਤੀ ਆ ਥੋੜੀ ਜਿਹੀ ਰਿਕਾਰਡਿੰਗਸ ਲਾਉਣ ਨੂੰ ਪਰ by the end of this year there's going to be up to 100 recordings on there ਹਾਂਜੀ so it's all about time ਮੇਰਾ ਟਾਈਮ ਹੁਣ because I work in healthcare ਮੈਂ ਜਿੱਦਾਂ ਹੁਣ ਬਹੁਤ ਸਾਰੇ ਲੋਕਡਾਊਨ 'ਚ ਉਹਨਾਂ ਕੋਲ ਟਾਈਮ ਬਹੁਤ ਆ ਸਾਡਾ ਆਪੋਜ਼ਿਟ ਆ ਅਸੀਂ ਲੋਕਡਾਊਨ ਜਿੰਨਾ ਅਸੀਂ ਬਿਜ਼ੀ ਆ ਹੋਰ ਕੋਈ ਨਹੀਂਗਾ so ਅਸੀਂ ਫਰੰਟ ਲਾਈਨ ਤੇ ਲੱਗੇ ਆ ਸੋ ਪਰ ਅਸੀਂ ਕੋਸ਼ਿਸ਼ ਕਰਦੇ ਮਹਾਰਾਜ ਸਾਹਮਣੇ ਅਰਦਾਸ ਆ ਸੋ ਬੇਨਤੀ ਆ ਸਾਰੀ ਸੰਗਤਾਂ ਨੂੰ ਸਾਡੇ ਲਈ ਵੀ ਅਰਦਾਸ ਕਰੋ ਸਾਨੂੰ ਵੀ ਮਹਾਰਾਜ ਗੁਰਸਿੱਖੀ ਦਾਨ ਬਖਸ਼ੇ ਨਾਮ ਦਾਨ ਬਖਸ਼ੇ ਸੋ ਆਪਾਂ ਸਾਰੇ ਰਲ ਕੇ all this is sharing this is why we call it share ਸਿੱਖੀ is basically ਆਪਾਂ ਸ਼ੇਅਰ ਕਰੀਏ ਕਿ ਵਧੀਆ ਚੀਜ਼ਾਂ ਕੀ ਆ ਫਿਰ ਆਪਾਂ ਇੰਪਲੀਮੈਂਟ ਕਰੀਏ ਠੀਕ ਹੈ ਜੀ ਭਾਈ ਸਾਹਿਬ ਜੀ ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦੇ ਵੈਲਿਊਬਲ ਟਾਈਮ ਵਾਸਤੇ ਤੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਜੀ ਨੌਲੇਜ ਸ਼ੇਅਰ ਕਰਨ ਵਾਸਤੇ ਧੰਨਵਾਦ ਬਹੁਤ ਬਹੁਤ ਸੰਗਤ ਦਾ ਜੀ ਆਪ ਜੀ ਜੁੜੇ ਸਾਡੇ ਨਾਲ ਤੇ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਜੀ ਕਿ ਅਗਲੇ ਫਿਊਚਰ ਸੈਸ਼ਨਸ ਵੀ ਆਪ ਜੀ ਜੁੜਦੇ ਰਹੋਗੇ ਕਿਉਂਕਿ ਭਾਈ ਸਾਹਿਬ ਜੀ ਤੇ ਨਾਲ ਹੋਰ ਵੀ ਆਪਣੇ ਕੋਲ ਜਿਹੜੇ ਨੇ ਪ੍ਰਚਾਰਕ ਜਿਹੜੇ ਇੰਨਾ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ ਉਹ ਆਪਣੇ ਨਾਲ ਜੁੜਿਆ ਕਰਨਗੇ ਜੀ ਵੀ ਵਿਲ ਟਰਾਈ ਟੂ ਆਰਗੇਨਾਈਜ਼ ਥੀਸ ਸੈਸ਼ਨਸ ਐਵਰੀ ਵੀਕ ਤੇ ਬਾਕੀ ਤੁਹਾਡੀ ਫੀਡਬੈਕ ਮਿਲੀ ਹੈ ਜੀ ਤੁਸੀਂ ਆਪਣੇ ਈਮੇਲ ਆਈਡੀਜ਼ ਪਲੀਜ਼ ਉੱਥੇ ਸਾਨੂੰ ਦੇ ਦਿਓ ਈਮੇਲ ਐਡਰੈਸ ਜਿਹੜਾ ਆਪਾਂ ਸ਼ੇਅਰ ਕੀਤਾ ਹੋਇਆ ਸਕਰੀਨ ਤੇ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ